ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਵਾਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਕਿ ਧਰਮ ਦੀ ਕਮਾਈ ਕਰਨੀ, ਗੁਰਸਿੱਖੀ ਦੇ ਵਿੱਚ ਪ੍ਰਪੱਕ ਰਹਿਣਾ। ਆਪ ਇਸ ਰੇਡੀਓ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਪਾਵਨ ਉਪਦੇਸ਼ ਹਰ ਰੋਜ਼ ਸਰਵਣ ਕਰਦੇ ਹੋ। ਆਪਣੇ ਵਿਰਸੇ ਨਾਲ, ਸਿੱਖੀ ਨਾਲ ਜੁੜਦੇ ਹੋ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦਸਮ ਗ੍ਰੰਥ ਦੇ ਵਿੱਚ ਜੋ ਬਚਿੱਤਰ ਨਾਟਕ ਦੀ ਰਚਨਾ ਕੀਤੀ ਹੈ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਅਵਤਾਰ ਦਿਹਾੜਾ ਆ ਰਿਹਾ। ਜਿਹੜੀਆਂ ਗੁਰਮੁਖਤ ਵਿਰੋਧੀ ਜਥੇਬੰਦੀਆਂ, ਸਿੱਖੀ ਵਿਰੋਧ ਜਥੇਬੰਦੀਆਂ ਇਹ ਭੁਲੇਖਾ ਪਾ ਰਹੀਆਂ ਹਨ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹਿੰਦੂਆਂ ਦੇ ਵਿੱਚੋਂ ਹਨ ਜਾਂ ਦਸਮ ਗ੍ਰੰਥ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖੀਆਂ ਹੋਈਆਂ ਨੇ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਇਸੇ ਹੀ ਦਸਮ ਗ੍ਰੰਥ ਦੇ ਵਿੱਚ ਫਰਮਾਨ ਕਰਦੇ ਨੇ, ਜਦੋਂ ਬ੍ਰਾਹਮਣਾਂ ਨੇ ਆ ਕਰਕੇ ਮਹਾਰਾਜ ਸਾਹਿਬ ਨੂੰ ਕਿਹਾ ਸੀ ਕਿ ਤੁਸੀਂ ਸਾਡੇ ਵਿੱਚੋਂ ਹੋ, ਵਾਰ-ਵਾਰ ਮਹਾਰਾਜ ਨੂੰ ਕਹਿਣ ਲੱਗੇ ਕਿ ਤੁਸੀਂ ਸਾਡੀ ਅੰਸ ਬੰਸ ਵਿੱਚੋਂ ਹੋ। ਅਤੇ ਸਤਿਗੁਰੂ ਕਲਗੀਧਰ ਸਾਹਿਬ ਨੇ ਤੇ ਇਸ ਸਮੇਂ ਖਬਰਦਾਰ ਕਰਦਿਆਂ ਹੋਇਆ ਕਿਹਾ ਸੀ, ਛਤਰੀ ਕੋ ਪੂਤ ਹੋਂ ਬਾਹਮਣ ਕੋ ਨਾਹੇ। ਮਹਾਰਾਜ ਕਹਿਣ ਲੱਗੇ, ਮੈਂ ਛਤਰੀ ਸ਼ਸਤਰਧਾਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਪੁੱਤਰ ਹਾਂ, ਕਿਸੇ ਬ੍ਰਾਹਮਣ ਦਾ ਸਪੁੱਤਰ ਨਹੀਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਪਾਵਨ ਅਵਤਾਰ ਧਾਰ ਕਰਕੇ ਜਿਵੇਂ ਇਸ ਧਰਤੀ 'ਤੇ ਆ ਕੇ ਨਾਮ ਦਾ ਪ੍ਰਕਾਸ਼ ਕੀਤਾ, ਸਤਿਗੁਰੂ ਜੀ ਨੇ ਆਪਣੇ ਅਵਤਾਰ ਧਾਰਨ ਦੇ ਕਾਰਨ ਅਤੇ ਆਪਣੀ ਪੁਰਾਤਨ ਜਿਹੜੀ ਕਥਾ ਸੀ, ਗਰੀਬ ਨਵਾਜ ਨੇ ਇਸ ਬਚਿੱਤਰ ਨਾਟਕ ਦੇ ਵਿੱਚ ਕਥਨ ਕੀਤੀ ਹੈ। ਅਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਵੇਂ ਇਸ ਧਰਤੀ 'ਤੇ ਅਵਤਾਰ ਧਾਰਿਆ ਅਤੇ ਕਿਵੇਂ ਗਰੀਬ ਨਵਾਜ ਦੇ ਅਵਤਾਰ ਧਾਰਨ ਤੋਂ ਪਹਿਲਾਂ ਧਰਤੀ ਦੀ ਹਾਲਤ ਕੈਸੀ ਸੀ। ਜਿਹੜੇ ਬਾਕੀ ਪੀਰ, ਅੰਬੀਆ, ਔਲੀਆ, ਪੈਗੰਬਰ ਧਰਤੀ 'ਤੇ ਆਏ, ਉਹਨਾਂ ਨੇ ਆਣ ਕਰਕੇ ਧਰਤੀ 'ਤੇ ਕੀ ਕੀਤਾ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਸ ਬਚਿੱਤਰ ਨਾਟਕ ਦੇ ਵਿੱਚ ਬੜਾ ਖੋਲ੍ਹ ਕਰਕੇ ਲਿਖਿਆ ਹੈ। ਅਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੱਸਣਗੇ ਕਿ ਅਸੀਂ ਕਿਸੇ ਦੀ ਕਾਨ ਕਨੌਟ ਨਹੀਂ ਮੰਨਦੇ, ਕਿਸੇ ਦਾ ਭੈ ਅਤੇ ਡਰ ਨਹੀਂ ਮੰਨਦੇ, ਕਿਸੇ ਦੇ ਦਬਾਅ ਹੇਠਾਂ ਆ ਕਰਕੇ ਇਹ ਗੱਲਾਂ ਨਹੀਂ ਕਹਿ ਰਹੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਤੋਂ ਛਤਰੀ ਦਾ ਅਰਥ ਜਿਵੇਂ ਦਾਸ ਨੇ ਬੇਨਤੀ ਕੀਤੀ ਹੈ ਕਿ ਸ਼ਸਤਰਧਾਰੀ ਹੈ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਪਾਵਨ ਅਵਤਾਰ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪ ਗੁਰੂ ਨਾਨਕ ਸਾਹਿਬ ਨਾਮ ਰਖਾ ਕਰਕੇ ਧਰਤੀ 'ਤੇ ਪ੍ਰਗਟ ਹੋਣਾ ਕੀਤਾ। ਬੇਦੀ ਬੰਸ ਪਵਿੱਤਰ ਜਾਣ ਕਰਕੇ ਇਸ ਬੰਸ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋਏ ਅਤੇ ਇਸ ਬੰਸ ਨੂੰ ਭਾਗ ਲਾਇਆ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਤੋਂ ਲੈ ਕਰਕੇ ਅਤੇ ਆਪਣੀ ਆਤਮ ਕਥਾ ਸਤਿਗੁਰੂ ਨੇ ਜਿਵੇਂ ਵਿਖਿਆਨ ਕੀਤੀ ਹੈ, ਆਓ ਜਿੰਨਾ ਸਮਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਸ਼ਰਧਾ ਪਿਆਰ ਦੇ ਨਾਲ
ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਬਚਿੱਤਰ ਨਾਟਕ ਦੇ ਵਿੱਚ ਉਚਾਰਨ ਕੀਤੀ ਹੋਈ ਬਾਣੀ ਦੀ ਕਥਾ ਜੋ ਹੈ ਸਰਵਣ ਕਰੀਏ ਜੀ। ਬਹੁਤ ਕਾਲ ਇਹ ਭਾਂਤ ਬਿਤਾਇਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਦਾ ਕਥਨ ਕਰਦੇ ਨੇ ਕਿ ਜਦੋਂ ਬਹੁਤ ਸਮਾਂ ਸ੍ਰਿਸ਼ਟੀ ਦੇ ਉੱਤੇ ਇਸ ਪ੍ਰਕਾਰ ਬਤੀਤ ਹੋਇਆ, ਕਿੰਨੇ ਪੀਰ ਆਏ, ਕਿੰਨੇ ਔਲੀਏ ਆਏ, ਕਿਸੇ ਨੇ ਵੀ ਪਰਮੇਸ਼ਰ ਦਾ ਨਾਮ ਦ੍ਰਿੜ ਨਾ ਕਰਵਾਇਆ। ਜਦੋਂ ਇਸ ਪ੍ਰਕਾਰ ਬਹੁਤ ਸਮਾਂ ਬਤੀਤ ਹੋ ਗਿਆ, ਜਨਮ ਸਮੇਂ ਨਾਨਕ ਕੋ ਆਇਓ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਅਵਤਾਰ ਧਾਰਨ ਦਾ ਸਮਾਂ ਆਇਆ। ਗਰੀਬ ਨਵਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਵੇਂ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਪਾਵਨ ਅਵਤਾਰ ਧਾਰਿਆ। ਦੋਹਰਾ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਬੇਦੀਆਂ ਦੀ ਵੰਸ਼ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਾਏ ਰਾਜਾ ਸਰੂਪ ਰਾਜ ਜੋਗੀ ਗਰੀਬ ਨਵਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ। ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰ ਕਰਕੇ ਸਾਰੇ ਸਿੱਖਾਂ ਨੂੰ ਸੁੱਖਾਂ ਦੀਆਂ ਦਾਤਾਂ ਵੰਡੀਆਂ। ਜਹ ਤਹ ਭਏ ਸਹਾਏ, ਜਿੱਥੇ ਕਿੱਥੇ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦੇ ਸਹਾਇਕ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਭਾਈ ਮਨਸੁਖ ਵਰਗਿਆਂ ਦੇ ਜਹਾਜ਼ ਬੇੜੇ ਬੰਨੇ ਲਾਉਣ ਵਾਲੇ ਸਮੁੰਦਰ ਦੀਆਂ ਛੱਲਾਂ ਦੇ ਵਿੱਚੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਦਾ ਸਿੱਖ ਦੇ ਅੰਗ ਸੰਗ ਨੇ। ਗਰੀਬ ਨਵਾਜ ਨੇ ਰਾਜਾ ਸਰੂਪ ਹੋ ਕਰਕੇ ਧਰਤੀ ਤੇ ਅਵਤਾਰ ਧਾਰਿਆ। ਜਿੰਨੀਆਂ ਵੀ ਸ਼ਕਤੀਆਂ ਨੇ ਬ੍ਰਹਿਮੰਡ ਦੀਆਂ ਸਤਿਗੁਰੂ ਦੇ ਅਧੀਨ ਹਨ, ਇਹ ਗੁਰਤਾ ਦੇ ਅਧੀਨ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜਿਆਂ ਸਰੂਪ ਹੋ ਕਰਕੇ ਧਰਤੀ ਤੇ ਅਵਤਾਰ ਧਾਰਿਆ ਤੇ ਸਿੱਖਾਂ ਨੂੰ ਸੁਖ ਵੰਡੇ। ਚੌਪਈ ਤਿੰਨ ਇਹ ਕਲਮੋਂ ਧਰਮ ਚਲਾਇਓ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਐਸਾ ਸਿੱਖੀ ਦਾ ਧਰਮ ਜਿਹੜਾ ਸੀ ਚਲਾਉਣਾ ਕੀਤਾ। ਸਭ ਸਾਧਨ ਕੋ ਰਾਹੋ ਬਤਾਇਓ। ਜਿਹੜੇ ਸਾਧੂ ਸੀ, ਮਹਾਤਮਾ ਸੀ, ਪਰਮੇਸ਼ਰ ਦੇ ਨਾਮ ਨੂੰ ਖੋਜਦੇ ਸਨ, ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਧਰਮ ਦਾ ਜਿਹੜਾ ਰਸਤਾ ਸੀ, ਭਗਤੀ ਦੇ ਸਹਿਤ ਪ੍ਰੇਮ ਦਾ ਜਿਹੜਾ ਮਾਰਗ ਸੀ, ਸਤਿਗੁਰੂ ਨੇ ਦੱਸਿਆ। ਜੋ ਤਾਕੇ ਮਾਰਗ ਮਹਿ ਆਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਿਹੜੇ ਜਿਹੜੇ ਪ੍ਰਾਣੀ ਜੀਵ ਮਾਤਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਸਿੱਖੀ ਦੇ ਰਸਤੇ ਤੇ ਆ ਗਏ, ਜਿਨ੍ਹਾਂ ਨੇ ਸਿੱਖੀ ਧਾਰਨ ਕਰ ਲਈ, ਤੇ ਕਬਹੂ ਨਹੀਂ ਪਾਪ ਸੰਤਾਏ। ਉਹਨਾਂ ਨੂੰ ਕਦੇ ਵੀ ਪਾਪਾਂ ਨੇ ਤੰਗ ਨਹੀਂ ਕੀਤਾ, ਕਦੇ ਵੀ ਉਹਨਾਂ ਦੇ ਉੱਤੇ ਪਾਪਾਂ ਨੇ ਆਪਣਾ ਭਾਰੂ ਨਹੀਂ ਹੋਣਾ ਕੀਤਾ। ਪਾਪ ਜਿਹੜੇ ਸਨ ਉਹਨਾਂ ਦੇ ਹਿਰਦੇ ਵਿੱਚੋਂ ਨਸ਼ਟ ਹੋ ਗਏ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਮਾਈ। ਜਿਵੇਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੋਲ ਪਦਮਨੀ ਜਾਤੀ ਦੀਆਂ ਲੜਕੀਆਂ ਆਈਆਂ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਉਂ ਪਾਪ ਨਾਸ ਕਰ ਦਿੱਤੇ, ਬਚਨ ਉਚਾਰ ਕਰਕੇ ਗਾਛਹੁ ਪੁੱਤਰੀ ਰਾਜ ਕੁਆਰ, ਨਾਮ ਭਣੋ ਸੱਚ ਦਉਤ ਸਵਾਰ। ਮਹਾਰਾਜ ਨੇ ਵਕਾਰ ਜਿਹੜੇ ਪਾਪ ਜਿਹੜੇ ਸਨ ਨਸ਼ਟ ਕਰ ਦਿੱਤੇ। ਜੇ ਜੇ ਪੰਥ ਤਵਨ ਕੇ ਪਰੇ। ਤੇ ਜਿਹੜੇ ਜਿਹੜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦੇ ਰਸਤੇ ਤੇ ਪੈ ਗਏ ਪੁਰਾਣਾ ਧਾਰੀ ਜੀਵ, ਪਾਪ ਤਾਪ ਤਿਨ ਕੇ ਪ੍ਰਭ ਹਰੇ। ਉਹਨਾਂ ਦੇ ਜਿੰਨੇ ਵੀ ਪਾਪ ਸਨ, ਤਿੰਨੇ ਤਾਪ ਆਦੀ ਬਿਆਦੀ ਉਪਾਦੀ, ਜਿੰਨੇ ਵੀ ਇਹ ਤਾਪ ਸਨ, ਸਤਿਗੁਰੂ ਸਾਹਿਬ ਨੇ ਨਾਸ ਕਰ ਦਿੱਤੇ। ਦੁਖ ਭੂਖ ਕਬਹੂ ਨਾ ਸੰਤਾਏ। ਉਹਨਾਂ ਨੂੰ ਕਦੇ ਵੀ ਦੁੱਖ ਨੇ ਨਹੀਂ ਸਤਾਇਆ, ਕਦੇ ਉਹਨਾਂ ਨੂੰ ਭੁੱਖ ਨੇ ਨਹੀਂ ਸਤਾਇਆ। ਕੰਗਾਲ ਤਾਈ ਸਤਿਗੁਰੂ ਨੇ ਨਾਸ ਕਰ ਦਿੱਤੀ। ਜਾਲ ਕਾਲ ਕੇ ਵਿੱਚ ਨ ਆਏ। ਸੰਸਾਰ ਦੇ ਮੋਹ ਦੇ ਜਾਲ ਦੇ ਵਿੱਚ ਨਹੀਂ ਉਹ ਜੀਵ ਫਸੇ, ਉਹਨਾਂ ਨੂੰ ਕਾਲ ਜਿਹੜਾ ਸੀ ਮਾਰ ਨਹੀਂ ਸਕਿਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਮਹਾਰਾਜ ਕਹਿੰਦੇ ਇਸ ਧਰਤੀ ਦੇ ਉੱਤੇ ਨਾਮ ਰਹੇਗਾ, ਵਾਹਿਗੁਰੂ ਦਾ ਕਾਇਮ ਰਹੇਗਾ ਸਦਾ ਹੀ। ਸਾਧੂ ਮਹਾਤਮਾ ਰਹਿਣਗੇ ਤੇ ਉਸ ਵਾਹਿਗੁਰੂ ਨੂੰ ਜਿਨ੍ਹਾਂ ਨੇ ਜਪਿਆ, ਸਾਧੂ ਮਹਾਤਮਾ ਨੇ, ਉਹ ਸਦਾ ਇਸ ਧਰਤੀ ਦੇ ਉੱਤੇ ਕਾਇਮ ਰਹਿਣਗੇ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕੀਤੀ, ਉਹਨਾਂ ਨੂੰ ਮੋਹ ਆਪਣੇ ਜਾਲ ਵਿੱਚ ਨਹੀਂ ਫਸਾ ਸਕਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਕਮਾਉਂਦਿਆਂ ਹੋਇਆਂ ਆਪਣੇ ਪੁੱਤਰਾਂ ਦਾ, ਆਪਣੇ ਪਰਿਵਾਰ ਦਾ ਮੋਹ ਛੱਡ ਦਿੱਤਾ। ਇੱਥੋਂ ਤੱਕ ਕਿ ਸਰੀਰ ਦੇ ਉੱਤੇ ਆਰਾ ਫਰਵਾਉਣ ਤੋਂ ਵੀ ਸਿੱਖਾਂ ਨੇ ਗੁਰੇਜ਼ ਨਹੀਂ ਕੀਤਾ, ਆਪਣੇ ਸਰੀਰ ਦਾ ਵੀ ਮੋਹ ਨਹੀਂ ਕੀਤਾ। ਉਹਨਾਂ ਨੂੰ ਕਾਲ ਜਿਹੜੀ ਸੀ ਮੌਤ ਵੀ ਮਾਰ ਨਹੀਂ ਸਕੀ। ਬਾਬਾ ਦੀਪ ਸਿੰਘ ਸਾਹਿਬ ਵਰਗੇ ਯੋਧਿਆਂ ਨੂੰ
ਨਾਨਕ ਅੰਗਦ ਕੋ ਬਪ ਧਰਾ। ਜਦੋਂ ਸਮਾਂ ਆਇਆ ਹੈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਅੰਗਦ ਦੇਵ ਸਰੂਪ ਹੋ ਕਰਕੇ ਧਰਤੀ ਦੇ ਉੱਤੇ ਪ੍ਰਕਾਸ਼ ਕਰਨਾ ਕੀਤਾ। ਗੁਰੂ ਅੰਗਦ ਸਾਹਿਬ ਦਾ ਸਰੀਰ ਧਾਰਨ ਕੀਤਾ ਧਰਮ ਪ੍ਰਚੁਰ ਇਹ ਜਗ ਮੋਹ ਕਰਾ। ਤੇ ਇਹੋ ਹੀ ਸਿੱਖੀ ਦਾ ਜਿਹੜਾ ਧਰਮ ਸੀ, ਸ਼ਬਦ ਦਾ ਪ੍ਰਕਾਸ਼ ਸੀ, ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਵਿੱਚ ਪ੍ਰਕਾਸ਼ਮਾਨ ਹੋ ਕਰਕੇ ਕਰਨਾ ਕੀਤਾ। ਤਾ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਤਤਾਂ ਦੇ ਵਿੱਚ ਤਤ ਮਿਲਾ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਸਰੂਪ ਦੇ ਵਿੱਚ ਆਪਣੀ ਜੋਤ ਨੂੰ ਪ੍ਰਕਾਸ਼ਮਾਨ ਕੀਤਾ, ਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਸਰੂਪ ਵਿੱਚ ਆ ਕਰਕੇ ਇਸੇ ਤਰ੍ਹਾਂ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਆਰੰਭਿਆ। ਅਮਰਦਾਸ ਪੁਨ ਨਾਮ ਕਹਾਇਓ। ਤੇ ਫਿਰ ਤੀਸਰੇ ਥਾਂ ਦੇ ਉੱਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਨਾਮ ਕਹਾਇਆ। ਜਨ ਦੀਪਕ ਤੇ ਦੀਪ ਜਗਾਇਓ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ, ਜਿਵੇਂ ਅੱਗੇ ਦੀਵੇ ਤੋਂ ਦੀਵਾ ਜਗਾ ਦਈਦਾ ਹੈ, ਜਿਵੇਂ ਅੱਗੇ ਕੋਈ ਬੁਝਿਆ ਦੀਵਾ ਹੋਵੇ ਤੇ ਜਗੇ ਹੋਏ ਦੀਵੇ ਦੇ ਨਾਲ ਬੁਝੇ ਹੋਏ ਦੀਵੇ ਨੂੰ ਜਗਾ ਦਈਦਾ ਏ, ਇਉਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਸੰਗਤ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਾ ਹਿਰਦਾ ਜਿਹੜਾ ਸੀ ਜੋਤੀ ਸਰੂਪ ਬਣਿਆ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੰਗਤ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਹਿਰਦੇ ਦੇ ਵਿੱਚ ਇਹ ਗੁਰਤਾ ਦੀ ਜੋਤ ਜਗੀ। ਮਹਾਰਾਜ ਕਹਿੰਦੇ ਜਿਵੇਂ ਦੀਵੇ ਤੋਂ ਅੱਗੇ ਦੀਵਾ ਜਗਾ ਦਈਦਾ, ਇਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਸਰੂਪ ਬਦਲੇ। ਜਬ ਵਰਦਾਨ ਸਮੈ ਬਹੁ ਆਵਾ। ਤੇ ਜਦੋਂ ਵਰਦਾਨ ਦੇਣ ਦਾ ਸਮਾਂ ਸੀ, ਜਦੋਂ ਭਾਵ ਸੋਢੀਆਂ ਨੇ ਰਾਜ ਦੇ ਕਰਕੇ ਦੀ ਬੰਸ ਨੂੰ ਆਪ ਤਿਆਗ ਅਵਸਥਾ ਨੂੰ ਧਾਰਨ ਕੀਤਾ ਸੀ, ਤੇ ਉਹ ਜਿਹੜਾ ਪੁਰਾਤਨ ਸਮਾਂ ਜਿਹੜਾ ਸੀ, ਪੁਰਾਤਨ ਸਮੇਂ ਦਾ ਜਿਹੜਾ ਵਰਦਾਨ ਦੇਣ ਦਾ ਜਦੋਂ ਸਮਾਂ ਆਇਆ, ਰਾਮਦਾਸ ਤਬ ਗੁਰੂ ਕਹਾਵਾ। ਤਦੋਂ ਸੋਢੀਆਂ ਦੀ ਬੰਸ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੋ ਪ੍ਰਗਟ ਹੋਏ, ਤਿੰਨਾਂ ਨੇ ਗੁਰੂ ਕਹਾਉਣਾ ਕੀਤਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਰਾਮਦਾਸ ਆਪਣਾ ਨਾਮ ਰਖਾ ਕਰਕੇ ਜਗਤ ਦੇ ਵਿੱਚ ਪ੍ਰਕਾਸ਼ ਕੀਤਾ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਤੇ ਵਰਦਾਨ ਪੁਰਾਤਨ ਦੀਆ। ਉਹ ਜਿਹੜਾ ਪੁਰਾਤਨ ਕੀਤਾ ਹੋਇਆ ਵਚਨ ਸੀ ਨਾ, ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰਨ ਕੀਤਾ, ਤੇ ਵਰਦਾਨ ਜਿਹੜਾ ਸੀ ਉਹ ਸੰਪੂਰਨ ਕੀਤਾ। ਅਮਰਦਾਸ ਸੁਰ ਪੁਰ ਮਗ ਲੀਆ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਤਾ ਗੱਦੀ ਕੀਤੀ, ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਸਮਾਂ ਆਉਣ ਤੇ ਸੱਚਖੰਡ ਬਰਾਜਣਾ ਕੀਤਾ। ਸ੍ਰੀ ਨਾਨਕ ਅੰਗਦ ਕਰ ਮਾਨਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਾ ਸਰੂਪ ਕਰਕੇ ਮੰਨਿਆ। ਅਮਰਦਾਸ ਅੰਗਦ ਪਹਿਚਾਨਾ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਾ ਸਰੂਪ ਕਰਕੇ ਜਾਣਿਆ। ਅਮਰਦਾਸ ਰਾਮਦਾਸ ਕਹਾਇਓ। ਇਹੋ ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਆਪਣਾ ਨਾਮ ਕਹਾਉਣਾ ਕੀਤਾ। ਜੋਤ 오ਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਕੇਵਲ ਤੇ ਕੇਵਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਾਇਆ ਦਾ ਚੋਲਾ ਬਦਲਿਆ। ਆਪਣੇ ਨਾਮ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਦਲ ਕਰਕੇ ਧਰਤੀ ਤੇ ਪ੍ਰਕਾਸ਼ ਕੀਤਾ। ਸਾਧਨ ਲਖਾ ਮੂੜ ਨਹਿ ਪਾਇਓ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹ ਗੱਲ ਨੂੰ ਸਾਧੂ ਮਹਾਤਮਾ ਨੇ ਗੁਰਸਿੱਖਾਂ ਨੇ ਜਾਣਿਆ, ਮੂਰਖਾਂ ਨੂੰ ਇਹ ਗੱਲ ਨਹੀਂ ਪਤਾ ਲੱਗੀ। ਮੂੜ ਦਾ ਅਰਥ ਹੈ ਮੂਰਖ। ਮਹਾਰਾਜ ਕਹਿੰਦੇ ਮੂਰਖ ਜਿਹੜੇ ਨੇ ਗੁਰੂ ਨਾਨਕ ਸਾਹਿਬ ਨੂੰ ਬੇਦੀ ਕਹਿੰਦੇ ਨੇ, ਤੇ ਗੁਰੂ ਅੰਗਦ ਸਾਹਿਬ ਨੂੰ ਜੱਟ ਕਹਿੰਦੇ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਭੱਲਿਆਂ ਦੀ ਕੁਲ ਦੇ ਕਰਕੇ ਜਾਣਦੇ ਹਨ, ਤੇ ਜਿਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਸੋਢੀ ਵੰਸ਼ ਦਾ ਕਰਕੇ ਕਹਿੰਦੇ ਨੇ, ਵੱਖਰਾ ਵੱਖਰਾ ਕਰਕੇ ਜਾਣਦੇ ਨੇ ਕਿ ਇੱਕ ਸਰੂਪ ਨਹੀਂ ਹੋਏ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇਸ ਗੱਲ ਦਾ ਜਿਹੜਾ ਹੈ ਆਤਮਿਕ ਭੇਦ ਜਿਹੜਾ ਸਾਧੂ ਮਹਾਤਮਾ ਨੂੰ ਗੁਰਸਿੱਖਾਂ ਨੂੰ ਪਤਾ ਲੱਗਾ ਹੈ, ਮੂਰਖਾਂ ਨੂੰ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ। ਭਿੰਨ ਭਿੰਨ ਸਭ ਹੂੰ ਕਰ ਜਾਨਾ। ਜਿੰਨੇ ਵੀ ਸੰਸਾਰ ਦੇ ਲੋਕ ਹੋਏ ਨੇ, ਮਹਾਰਾਜ ਕਹਿੰਦੇ ਸਾਰਿਆਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀਆਂ ਜੋਤਾਂ ਨੂੰ ਭਿੰਨ ਭਿੰਨ ਕਰਕੇ ਜਾਣਿਆ, ਵੱਖਰਾ ਵੱਖਰਾ ਕਰਕੇ ਜਾਣਿਆ। ਏਕ ਰੂਪ ਕੈਨਹੂ ਪਹਿਚਾਨਾ। ਤੇ ਕਿਸੇ ਵਿਰਲੇ ਗੁਰਮੁਖ ਨੇ ਹੀ ਸਤਿਗੁਰੂ ਮਹਾਰਾਜ ਸਾਹਿਬ ਨੂੰ ਇੱਕ ਸਰੂਪ ਕਰਕੇ ਜਾਣਿਆ ਕਿ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਇੱਕੋ ਹੀ ਸਰੂਪ ਹੋ, ਤੇ ਦਸਾਂ ਪਾਤਸ਼ਾਹੀਆਂ ਤੱਕ ਇੱਕੋ ਜੋਤ ਵਰਤੀ। ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਦਸੇ ਪਾਤਸ਼ਾਹੀਆਂ ਦੀ ਪਾਵਨ ਜੋਤ ਪ੍ਰਕਾਸ਼ ਰਹੀ ਹੈ। ਸਤਿਗੁਰੂ ਕਹਿੰਦੇ ਇਹ ਗੱਲ ਸ਼ਰਧਾਵਾਨ ਨੂੰ ਪਤਾ ਲੱਗੀ ਹੈ, ਗੁਰਸਿੱਖਾਂ ਨੂੰ ਪਤਾ ਲੱਗੀ ਹੈ। ਉਹ ਮਨਮੁਖ ਲੋਕ ਜਿਨ੍ਹਾਂ ਨੇ ਚੁੰਝ ਗਿਆਨ ਧਾਰਨ ਕੀਤਾ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਚੱਲ ਸਕਦਾ, ਗੂੜ ਭੇਦ ਦਾ। ਜਿਨ ਜਾਨਾ ਤਿਨ ਹੀ ਸਿੱਧ ਪਾਈ। ਮਹਾਰਾਜ ਕਹਿੰਦੇ ਜਿਸ ਨੇ ਇਸ ਗੱਲ ਨੂੰ ਜਾਣ ਲਿਆ,
ਉਸ ਨੂੰ ਹੀ ਮੁਕਤੀ ਪ੍ਰਾਪਤ ਹੋਈ। ਜਿਨ੍ਹੇ ਇਹ ਸਮਝ ਲਿਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕੋ ਜੋਤ ਹਨ ਬਿਨ ਸਮਝੇ ਸਿੱਧ ਹਾਥ ਨ ਆਈ। ਤੇ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਨਹੀਂ, ਉਹਨਾਂ ਦੇ ਹੱਥ ਦੇ ਵਿੱਚ ਸਿੱਧ ਮੁਕਤੀ ਨਹੀਂ ਆਈ। ਉਹ 84 ਲੱਖ ਦੀ ਜੂਨਾਂ ਦੇ ਵਿੱਚ ਭਟਕਦੇ ਰਹੇ। ਰਾਮਦਾਸ ਹਰ ਸੈ ਮਿਲ ਗਏ। ਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਏ, ਪਰਮੇਸ਼ਰ ਦੇ ਸਰੂਪ ਦੇ ਵਿੱਚ ਅਭੇਦ ਹੋ ਗਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੇ ਅੱਜ ਵੀ ਸਤਿਗੁਰੂ ਦੇ ਸਰੂਪ ਨੂੰ ਵੱਖਰਾ ਵੱਖਰਾ ਕਰਕੇ ਜਾਣਿਆ ਕਿ ਅਸੀਂ ਤੇ ਪੰਜਵੇਂ ਪਾਤਸ਼ਾਹ ਤੱਕ ਗੁਰੂ ਮੰਨਦੇ ਹਾਂ, ਛੇਵੇਂ ਪਾਤਸ਼ਾਹ ਨੂੰ ਗੁਰੂ ਨਹੀਂ ਮੰਨਦੇ ਕਿਉਂਕਿ ਉਹਨਾਂ ਜੰਗਾਂ ਕੀਤੀਆਂ ਨੇ। ਅੱਗੇ ਅਸੀਂ ਗੁਰੂ ਕਲਗੀਧਰ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਕਿਉਂਕਿ ਉਹਨਾਂ ਨੇ ਜੰਗਾਂ ਕੀਤੀਆਂ ਹਨ। ਤੇ ਸਾਧ ਸੰਗਤ ਸਤਿਗੁਰੂ ਪ੍ਰਤੱਖ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ 10 ਪਾਤਸ਼ਾਹੀਆਂ ਦੇ ਸਰੂਪ ਦੇ ਵਿੱਚ ਫਰਕ ਸਮਝਿਆ, ਅੰਤਰ ਸਮਝਿਆ ਹੈ, ਉਹਨਾਂ ਨੂੰ ਕਦੇ ਮੁਕਤੀ ਨਹੀਂ ਪ੍ਰਾਪਤ ਹੋਵੇਗੀ ਤੇ 84 ਲੱਖ ਦੀ ਜੂਨ ਦੇ ਵਿੱਚ ਭਟਕਣਾ ਪਵੇਗਾ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਆਪਣਾ ਸਮਾਂ ਆਉਣ ਤੋਂ ਸੱਚਖੰਡ ਜਾ ਬਰਾਜੇ। ਗੁਰਤਾ ਦੇਤ ਅਰਜਨ ਹੈ ਭਏ। ਗੁਰਤਾ ਗੱਦੀ ਆਪਣੇ ਸੁਪੁੱਤਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ। ਜਬ ਅਰਜਨ ਪ੍ਰਭ ਲੋਕ ਸਿਧਾਏ। ਤੇ ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਤੀ ਤਵੀ ਤੇ ਚੌਂਕੜਾ ਲਾ ਕਰਕੇ ਸੱਚਖੰਡ ਜਾ ਬਰਾਜੇ। ਹਰਿ ਗੋਬਿੰਦ ਤਿਹ ਠਾਂ ਠਹਿਰਾਏ। ਤੇ ਇਸ ਸਮੇਂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ ਇਸ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਏ। ਤੇ ਸਤਿਗੁਰੂ ਮਹਾਰਾਜ ਨੇ ਜ਼ੁਲਮ ਦਾ ਨਾਸ਼ ਕਰਕੇ ਧਰਮ ਦਾ ਪ੍ਰਕਾਸ਼ ਕੀਤਾ ਧਰਤੀ ਤੇ। ਹਰਿ ਗੋਬਿੰਦ ਪ੍ਰਭ ਲੋਕ ਸਿਧਾਰੇ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸੱਚਖੰਡ ਬਰਾਜੇ। ਹਰ ਰਾਏ ਤਿਹ ਠਾਂ ਬੈਠਾਰੇ। ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਵੱਡੇ ਸੁਪੁੱਤਰ ਸਤਿਗੁਰੂ ਹਰ ਰਾਏ ਸਾਹਿਬ ਜੀ ਨੂੰ ਆਪਣੇ ਥਾਂ ਤੇ ਬਿਠਾ ਕਰਕੇ ਗੁਰਤਾ ਦੀ ਦਾਤ ਬਖਸ਼ਿਸ਼ ਕੀਤੀ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਜੇਠੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ। ਤੇ ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਸਨ ਧੀਰਮਲ, ਤੇ ਧੀਰਮਲ ਤੋਂ ਛੋਟੇ ਸਤਿਗੁਰੂ ਹਰ ਰਾਏ ਸਾਹਿਬ ਜੀ ਸਨ। ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਪੋਤਰੇ ਸ੍ਰੀ ਹਰ ਰਾਏ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਹਰੀ ਕ੍ਰਿਸ਼ਨ ਤਿਨ ਕੇ ਸੁਤ ਵਏ। ਤੇ ਸਤਿਗੁਰੂ ਹਰ ਰਾਏ ਸਾਹਿਬ ਜੀ ਦੇ ਛੋਟੇ ਸੁਪੁੱਤਰ ਸਤਿਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਪ੍ਰਗਟ ਹੋਏ। ਤਿਨ ਕੇ ਤਿਨ ਤੇ ਤੇਗ ਬਹਾਦਰ ਭਏ। ਤੇ ਸਤਿਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਤੋਂ ਉਪਰੰਤ ਗੁਰਤਾ ਗੱਦੀ ਜਿਹੜੀ ਸੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਅਵਤਾਰ ਹੋਇਆ ਸੀ। ਤੇ ਇਹਨਾਂ ਨੂੰ ਗੁਰਤਾ ਗੱਦੀ ਜਿਹੜੀ ਸੀ ਤੇ ਸਮੇਂ ਪ੍ਰਾਪਤ ਹੋਈ। ਜਿਹੜੇ ਮੂਰਖ ਇਹ ਵੀ ਕਹਿ ਦਿੰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਉਦੋਂ ਗੁਰਤਾ ਦੇ ਯੋਗ ਨਹੀਂ ਸਨ, ਸਤਿਗੁਰੂ ਮਹਾਰਾਜ ਨੂੰ ਉਦੋਂ ਗੁਰਤਾ ਗੱਦੀ ਨਹੀਂ ਸੀ ਮਿਲ ਸਕਦੀ। ਨਹੀਂ, ਸਤਿਗੁਰੂ ਉਦੋਂ ਵੀ ਯੋਗ ਸਨ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ। ਤੇ ਦਾਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੋ ਬਾਲਕ ਸਰੂਪ ਨੇ ਲੈ ਕਰਕੇ ਆਈ ਹੈ। ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਤਿੰਨ ਨੇ ਆਪਣੀ ਗੋਦੀ ਦੇ ਵਿੱਚ ਚੱਕਿਆ। ਤੇ ਜਦੋਂ ਸਤਿਗੁਰੂ ਮਹਾਰਾਜ ਦੇ ਕੋਲੋਂ ਕੁਝ ਸਮਾਂ ਮਹਾਰਾਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗੋਦੀ ਵਿੱਚ ਰਹੇ ਨੇ, ਦਾਸੀ ਦੁਬਾਰਾ ਚੁੱਕਣ ਲੱਗੀ ਹੈ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੋ ਬਾਲਕ ਸਰੂਪ ਨੇ ਕੁਝ ਦਿਨਾਂ ਦੀ ਆਜੂ ਹੈ, ਪਿਤਾ ਸਤਿਗੁਰੂ ਜੀ ਦੇ ਗਾਤਰੇ ਮੀਰੀ ਪੀਰੀ ਦੀਆਂ ਪਈਆਂ ਹੋਈਆਂ ਸ੍ਰੀ ਸਾਹਿਬਾਂ ਦੇ ਮੁੱਠਿਆਂ ਨੂੰ ਹੱਥ ਪਾ ਲਿਆ। ਦਾਸੀ ਛਡਾਉਣਾ ਚਾਹੁੰਦੀ ਹੈ ਪਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਾਲਕ ਸਰੂਪ ਦੇ ਵਿੱਚ ਛੱਡ ਨਹੀਂ ਰਹੇ। ਛੇਵੇਂ ਪਾਤਸ਼ਾਹ ਮਹਾਰਾਜ ਇਸ ਕੌਤਕ ਨੂੰ ਤੱਕ ਕਰਕੇ ਹੈਰਾਨ ਹੋਏ ਤੇ ਮੁੱਖ ਤੋਂ ਬਚਨ ਕੀਤਾ ਕਿ ਆਪਣੇ ਨਾਮ ਨੂੰ ਇਹ ਬਚਪਨ ਤੋਂ ਹੀ ਪ੍ਰਗਟ ਕਰ ਰਹੇ ਹਨ। ਸਤਿਗੁਰੂ ਨੇ ਆਪਣੀ ਰਸਨਾ ਤੋਂ ਨਾਮ ਰੱਖਿਆ ਸੀ, ਇਹਨਾਂ ਦਾ ਨਾਮ ਤੇਗ ਬਹਾਦਰ ਹੋਵੇਗਾ। ਨਾਵੇਂ ਥਾਂ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਬਣ ਕੇ ਧਰਤੀ ਦੇ ਉੱਤੇ ਪ੍ਰਕਾਸ਼ ਕਰਨਗੇ। ਇਹ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਪਹਿਲਾਂ ਹੀ ਬਚਨ ਕਹਿ ਦਿੱਤੇ ਸਨ। ਇਸ ਕਰਕੇ ਮੂਰਖਾਂ ਦੀ ਇਹ ਗੱਲ ਦਾ ਵੀ ਖੰਡਨ ਹੁੰਦਾ ਹੈ। ਤਿਲਕ ਜੰਨੂ ਰਾਖਾ ਪ੍ਰਭ ਤਾਕਾ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਕਲਮ ਦੇ ਨਾਲ ਲਿਖਿਆ ਹੈ, ਜਿਹੜੇ ਲੋਕ ਇਹ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਨਿੱਜੀ ਪ੍ਰਯੋਜਨ ਸੀ ਕੋਈ ਸ਼ਹੀਦੀ ਦੇਣ ਦਾ, ਸਤਿਗੁਰੂ ਨੇ ਇੱਥੇ ਪ੍ਰਤੱਖ ਲਿਖ ਦਿੱਤਾ ਹੈ ਕਿ ਤਿਲਕ ਜੰਨੂ ਰਾਖਾ ਪ੍ਰਭ ਤਾਕਾ। ਮੱਥੇ ਤੇ ਜੋ ਹਿੰਦੂ ਵੀਰ ਤਿਲਕ ਲਾਉਂਦੇ ਨੇ ਤੇ ਆਪਣੇ ਗਾਤਰੇ ਜੋ ਜੰਜੂ ਪਹਿਨਦੇ ਨੇ, ਮਹਾਰਾਜ ਗੁਰੂ ਕਲਗੀਧਰ ਸਾਹਿਬ ਕਹਿੰਦੇ ਪ੍ਰਭੂ ਸਰੂਪ ਪਿਤਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਤਿਲਕ ਤੇ ਜੰਜੂ ਦੀ ਰਾਖੀ ਕੀਤੀ। ਕੀਨੋ ਵੱਡੋ ਕਲੂ ਮਹਿ ਸਾਕਾ। ਕਲਯੁਗ ਦੇ ਵਿੱਚ ਸਭ ਤੋਂ ਵੱਡਾ ਸਾਕਾ ਪਿਤਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਕੀਤਾ। ਕਿਉਂ ਮਹਾਰਾਜ ਸਾਹਿਬ ਨੇ ਵੱਡਾ ਸਾਕਾ ਕਿਹਾ ਹੈ? ਕਿਉਂਕਿ ਆਪਣੇ ਧਰਮ ਦੇ ਵਾਸਤੇ ਹਰ ਕੋਈ ਬਲੀਦਾਨ ਦਿੰਦਾ ਹੈ, ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਹਿੰਦੂ ਕੌਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦਿੱਤਾ ਹੈ। ਸਾਧ ਸੰਗਤ,
ਹਿੰਦੂ ਲੋਕ, ਹਿੰਦੂ ਵੀਰ ਮੱਥੇ ਤੇ ਤਿਲਕ ਲਾਉਂਦੇ ਨੇ ਕੇਸਰ ਦਾ, ਮਤਾ ਸਮਝਣ ਕਿ ਇਹ ਕੇਸਰ ਦਾ ਰੰਗ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਖੂਨ ਹੈ। ਜੋ ਆਪਣੇ ਗਾਤਰੇ ਡੋਰੀ ਪਹਿਨਦੇ ਨੇ ਜਨੇਊ ਦੀ, ਇਹ ਸਤਿਗੁਰੂ ਸਾਹਿਬ ਦੇ ਸਵਾਸਾਂ ਦੀ ਡੋਰੀ ਹੈ। ਜੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪਣਾ ਬਲੀਦਾਨ ਨਾ ਦਿੰਦੇ ਤੇ ਕਦੇ ਕੋਈ ਮੱਥੇ ਤੇ ਤਿਲਕ ਨਾ ਲਾਉਂਦਾ, ਕਦੇ ਕੋਈ ਜਨੇਊ ਨਾ ਪਹਿਨ ਸਕਦਾ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਪਿਤਾ ਸਤਿਗੁਰੂ ਨੇ ਕਲਯੁਗ ਦੇ ਵਿੱਚ ਇਹ ਵੱਡਾ ਸਾਕਾ ਵਰਤਾਇਆ, ਆਪਣਾ ਬਲੀਦਾਨ ਦੇ ਕੇ। ਸਾਧਨ ਹੇਤ ਇਤੀ ਜਨ ਕਰੀ, ਸਾਧੂ ਮਹਾਤਮਾ ਨੂੰ ਧਰਤੀ ਦੇ ਉੱਤੇ ਸਥਿਰ ਰੱਖਣ ਵਾਸਤੇ, ਧਰਮ ਨੂੰ ਕਾਇਮ ਰੱਖਣ ਵਾਸਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਬਲੀਦਾਨ ਦੀ ਹੱਦ ਕਰ ਦਿੱਤੀ, ਇਤੀ ਦੇ ਹੱਦ ਮੁਕਾ ਦਿੱਤੀ। ਸੀਸ ਦਿਆ ਪਰ ਸੀ ਨਾ ਉਚਰੀ, ਮਹਾਰਾਜ ਸਾਹਿਬ ਨੇ ਆਪਣਾ ਸੀਸ ਤੇ ਬਲੀਦਾਨ ਦੇ ਦਿੱਤਾ, ਪਰ ਮੁਖ ਤੋਂ ਸੀ ਨਾ ਉਚਾਰਨ ਕੀਤੀ। ਧਰਮ ਹੇਤ ਸਾਕਾ ਜਨ ਕੀਆ, ਧਰਮ ਨੂੰ ਬਚਾਉਣ ਵਾਸਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਇਹ ਸ਼ਹੀਦੀ ਸਾਕਾ ਵਰਤਾਇਆ। ਸੀਸ ਦਿਆ ਪਰ ਸਿਰ ਨ ਦਿਆ, ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਤੇ ਬਲੀਦਾਨ ਦੇ ਦਿੱਤਾ, ਪਰ ਆਪਣੀ ਪ੍ਰਤਿਗਿਆ ਜਿਹੜੀ ਸੀ ਨਹੀਂ ਛੱਡੀ। ਪ੍ਰਤਿਗਿਆ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ, ਜਦੋਂ ਕਸ਼ਮੀਰੀ ਪੰਡਤਾਂ ਨੇ ਮੂੰਹ ਵਿੱਚ ਘਾਹ ਲੈ ਕਰਕੇ ਤੇ ਸਿਰਾਂ ਤੇ ਪੱਗਾਂ ਲਾਹ ਕਰਕੇ ਸਤਿਗੁਰੂ ਦੀ ਸ਼ਰਨ ਪਕੜੀ ਸੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਕੋਲ ਘਗਿਆ ਕੇ ਬੇਨਤੀ ਕੀਤੀ, ਮਹਾਰਾਜ ਸਾਡੇ ਧਰਮ ਨੂੰ ਬਚਾਵੋ, ਸਾਡੀ ਰੱਖਿਆ ਕਰੋ। ਅਮਰਨਾਥ ਦੇ ਵਿੱਚ ਕਿੰਨਾ ਸਮਾਂ ਭੁੱਖਿਆਂ ਰਹਿ ਕਰਕੇ ਜਦੋਂ ਇਹਨਾਂ ਨੇ ਤਪੱਸਿਆ ਕੀਤੀ ਸੀ, ਆਕਾਸ਼ਵਾਣੀ ਹੋਈ ਸੀ ਕਿ ਇਹ ਪੰਡਤੋ, ਹਿੰਦੂ ਧਰਮ ਦੀ ਰੱਖਿਆ ਸੰਸਾਰ ਦੇ ਵਿੱਚ ਹੁਣ ਕੋਈ ਦੇਵੀ ਦੇਵਤਾ ਨਹੀਂ ਕਰ ਸਕਦਾ। ਜੇ ਤੁਸੀਂ ਆਪਣੇ ਧਰਮ ਦੀ ਰੱਖਿਆ ਚਾਹੁੰਦੇ ਹੋ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਨਾਮੀ ਜੋਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਵਿੱਚ ਬਰਾਜ ਰਹੇ ਨੇ, ਜਾਓ ਉਹਨਾਂ ਦੀ ਜਾ ਕਰਕੇ ਸ਼ਰਨ ਪੈ ਜਾਵੋ, ਤੁਹਾਡੇ ਧਰਮ ਦੀ ਰੱਖਿਆ ਹੋਵੇਗੀ। ਜੇ ਉਹਨਾਂ ਨੇ ਤੁਹਾਡੀ ਬਾਂਹ ਫੜ ਲਈ ਤੇ ਕਦੇ ਛੱਡਣਗੇ ਨਹੀਂ, ਭਾਵੇਂ ਆਪਣਾ ਸੀਸ ਬਲੀਦਾਨ ਦੇ ਦੇਣ। ਇਹ ਆਕਾਸ਼ਵਾਣੀ ਸੁਣ ਕਰਕੇ ਜਿੰਨੇ ਕਸ਼ਮੀਰੀ ਪੰਡਤ ਸਨ, ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਨੰਦਪੁਰ ਸਾਹਿਬ ਪਹੁੰਚੇ ਸਨ। ਸਤਿਗੁਰੂ ਮਹਾਰਾਜ ਸਾਹਿਬ ਦੇ ਕੋਲ ਭੋਰਾ ਸਾਹਿਬ ਦੇ ਲਾਗੇ ਉਹ ਥੜਾ ਸਾਹਿਬ ਹੁਣ ਗੁਰਦੁਆਰਾ ਸਾਹਿਬ ਬਣ ਚੁੱਕਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆਸਣ ਵਿਛਾ ਕਰਕੇ ਪਲੰਘੇ ਤੇ ਬੈਠੇ ਹੋਏ ਸਨ। ਜਦੋਂ ਮਹਾਰਾਜ ਦੀ ਸ਼ਰਨ ਫੜੀ ਹੈ, ਦੁਹਾਈ ਦਿੱਤੀ, ਗਰੀਬ ਨਵਾਜ਼ ਅਸੀਂ ਗਰੀਬ ਮਾਰੇ ਗਏ, ਸਾਡੇ ਧਰਮ ਨੂੰ ਨਸ਼ਟ ਕੀਤਾ ਜਾ ਰਿਹਾ, ਜਨੇਊ ਔਰੰਗਜ਼ੇਬ ਲਾ ਰਿਹਾ, ਤਿਲਕ ਲਾਉਣ ਦੀ ਮਨਾਹੀ ਕੀਤੀ ਹੋਈ ਹੈ, ਵੱਡੇ ਵੱਡੇ ਮੰਦਰ ਢਾਏ ਜਾ ਰਹੇ ਨੇ, ਸਤਿਗੁਰੂ ਸਾਡੇ ਧਰਮ ਦੀ ਰੱਖਿਆ ਕੀਤੀ ਜਾਵੇ। ਤੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਆਯੂ ਉਸ ਸਮੇਂ 9 ਸਾਲ ਦੀ ਹੈ, ਜਦੋਂ ਪੰਡਤਾਂ ਨੇ ਆਪਣੀ ਇਹ ਬੇਨਤੀ ਸੁਣਾਈ ਤੇ ਸਤਿਗੁਰੂ ਚੁੱਪ ਨੇ, ਗੰਭੀਰ ਨੇ, ਕੋਈ ਜਵਾਬ ਨਹੀਂ ਦਿੱਤਾ ਉੱਤਰ ਦੇ ਵਿੱਚ। ਖੇਡਦੇ ਹੋਏ ਸਤਿਗੁਰੂ ਮਹਾਰਾਜ ਵਿਚਰਦੇ ਹੋਏ ਬਾਹਰੋਂ ਆਏ। ਗੁਰੂ ਕਲਗੀਧਰ ਸਾਹਿਬ 9 ਸਾਲ ਦੀ ਆਜੂ, ਪੁੱਛਿਆ, ਪਿਤਾ ਸਤਿਗੁਰੂ ਜੀ, ਦੀਵਾਨ ਦੇ ਵਿੱਚ ਸਨਾਟਾ ਕਿਉਂ ਛਾਇਆ ਹੋਇਆ ਹੈ? ਇਹ ਕੌਣ ਲੋਕ ਨੇ ਜਿਨ੍ਹਾਂ ਦੇ ਬਸਤਰ ਪਾਟੇ ਹੋਏ ਨੇ? ਇਹਨਾਂ ਬਹੁਤ ਜ਼ਿਆਦਾ ਦਿਲਤਾਂ ਵਰਗੀ ਹਾਲਤ ਹੈ, ਸਤਿਗੁਰੂ ਇਹ ਕੌਣ ਲੋਕ ਨੇ? ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਲਾਲ ਜੀ, ਇਹ ਕਸ਼ਮੀਰੀ ਪੰਡਤ ਨੇ, ਔਰੰਗਜ਼ੇਬ ਬਾਦਸ਼ਾਹ ਇਹਨਾਂ ਦੇ ਧਰਮ ਨੂੰ ਨਸ਼ਟ ਕਰ ਰਿਹਾ ਹੈ ਤੇ ਇਹ ਆਪਣੇ ਧਰਮ ਦੀ ਰਾਖੀ ਵਾਸਤੇ ਸਾਡੀ ਸ਼ਰਨ ਦੇ ਵਿੱਚ ਆਏ ਨੇ। ਤੇ ਸਤਿਗੁਰੂ ਕਲਗੀਧਰ ਸਾਹਿਬ ਪੁੱਛਣ ਲੱਗੇ, ਪਿਤਾ ਸਤਿਗੁਰੂ ਜੀ, ਆਪ ਜੀ ਨੇ ਇਹਨਾਂ ਦੀ ਧਰਮ ਦੀ ਰਾਖੀ ਕਰਨ ਦੀ ਕੀ ਵਿਉਂਤ ਬਣਾਈ ਹੈ? ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਲਾਲ ਜੀ, ਅੱਜ ਕੋਈ ਵੱਡਾ ਹੀ ਮਹਾਂਪੁਰਖ ਹੋਵੇ, ਆਪਣਾ ਸੀਸ ਬਲੀਦਾਨ ਦੇਵੇ ਤਾਂ ਹਿੰਦੂ ਧਰਮ ਦੀ ਰੱਖਿਆ ਹੋ ਸਕਦੀ ਹੈ, ਨਹੀਂ ਤੇ ਨਹੀਂ ਹੋ ਸਕਦੀ। ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ ਸੀ, ਪਿਤਾ ਜੀ, ਜੇ ਹੁਕਮ ਹੋਵੇ ਤੇ ਆਪਣੀ ਰਾਏ ਦਈਏ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਹਾਂ ਲਾਲ ਜੀ, ਆਪਣੀ ਰਾਏ ਦਿਓ। ਤੇ ਸਤਿਗੁਰੂ ਕਲਗੀਧਰ ਸਾਹਿਬ ਨੇ ਕਿਹਾ ਸੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਐ ਪਿਤਾ ਸਤਿਗੁਰੂ, ਗੁਰੂ ਨਾਨਕ ਦੇਵ ਸਾਹਿਬ ਤੋਂ ਵੱਡਾ ਕੋਈ ਮਹਾਂਪੁਰਖ ਨਹੀਂ, ਪੂਰਨ ਗੁਰੂ ਕੋਈ ਨਹੀਂ ਹੋਰ। ਤੇ ਆਪ ਗੁਰੂ ਨਾਨਕ ਸਾਹਿਬ ਦੀ ਨਾਮੀ ਜੋਤ, ਕਿਰਪਾ ਕਰਕੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦੇ ਦੇਵੋ, ਅਸੀਂ ਭਾਵੇਂ ਯਤੀਮ ਕਿਉਂ ਨਾ ਰਹਿ ਜਾਈਏ। ਇਹ 9 ਸਾਲ ਦੀ ਆਯੂ ਵਿੱਚ ਸਤਿਗੁਰੂ ਕਲਗੀਧਰ ਸਾਹਿਬ ਨੇ ਬਚਨ ਕਹੇ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਤੇ ਇਸ ਸਮੇਂ ਜਿਹੜੀ ਪ੍ਰਤਿਗਿਆ ਕੀਤੀ ਸੀ, ਮਹਾਰਾਜ ਸਾਹਿਬ ਨੇ ਆਪਣੀ ਪ੍ਰਤਿਗਿਆ ਨਿਭਾਈ, ਸੀਸ ਭਾਵੇਂ ਬਲੀਦਾਨ ਦੇ ਦਿੱਤਾ। ਕੀ ਪ੍ਰਤਿਗਿਆ ਕੀਤੀ ਸੀ? ਮਹਾਰਾਜ ਨੇ ਕਿਹਾ ਸੀ, ਜਾਓ ਪੰਡਤੋ, ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਦਿਓ ਤਾਂ ਕਿ ਜੇ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣਨਾ ਕਬੂਲ ਕਰ ਜਾਣ ਤੇ ਅਸੀਂ ਸਾਰੀ ਹਿੰਦੂ ਕੌਮ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਇਹ ਬਚਨ ਕਹਿ ਕਰਕੇ ਪ੍ਰਤਿਗਿਆ ਕਰਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਜਿਸ ਦਿਨ ਸਤਿਗੁਰੂ ਜੀ ਨੇ ਦਿੱਲੀ ਦੇ ਵਿੱਚ ਬਲੀਦਾਨ ਦੇ ਦਿੱਤਾ ਸੀ, ਉਸ ਤੋਂ ਉਪਰੰਤ ਇੱਕ ਵੀ ਹਿੰਦੂ ਦਾ ਜਨੇਊ ਨਹੀਂ ਸੀ ਉਤਾਰਿਆ ਗਿਆ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ, ਪਿਤਾ ਸਤਿਗੁਰੂ ਨੇ ਸੀਸ ਤੇ ਦੇ ਦਿੱਤਾ ਪਰ ਆਪਣੀ ਪ੍ਰਤਿਗਿਆ ਨਹੀਂ ਛੱਡੀ। ਨਾਟਕ ਚੇਟਕ ਕੀਏ ਕੋ ਕਾਜਾ, ਔਰੰਗਜ਼ੇਬ ਬਾਦਸ਼ਾਹ ਭਾਵੇਂ ਸਤਿਗੁਰੂ ਜੀ ਦੇ ਆਣ ਕੇ ਕੋਲ ਜਦੋਂ
ਤਿੰਨਾਂ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਹੈ। ਤੇ ਸਤਿਗੁਰੂ ਜੀ ਨੂੰ ਕਹਿਣ ਲੱਗਾ ਸੀ, ਮਹਾਰਾਜ ਮੈਂ ਆਪ ਨੂੰ ਸ਼ਹੀਦ ਨਹੀਂ ਕਰਨਾ ਚਾਹੁੰਦਾ। ਮੈਂ ਚੰਗੀ ਤਰ੍ਹਾਂ ਜਾਣਦਾ ਕਿ ਆਪ ਤਿਲਕ ਨਹੀਂ ਲਾਉਂਦੇ, ਆਪ ਜੰਝੂ ਨਹੀਂ ਪਹਿਨਦੇ, ਮੂਰਤੀਆਂ ਦੇ ਉਪਾਸ਼ਕ ਨਹੀਂ ਹੋ, ਆਪ ਦਾ ਵੱਖਰਾ ਧਰਮ ਹੈ, ਸਿੱਖ ਧਰਮ ਹੈ। ਪਰ ਮਹਾਰਾਜ ਇਸ ਤਿਲਕ ਤੇ ਜੰਝੂ ਦੇ ਦਾਅਵੇਦਾਰ ਕਿਉਂ ਬਣੇ ਬੈਠੇ ਹੋ? ਸਤਿਗੁਰੂ ਕਹਿੰਦੇ, ਐ ਔਰੰਗਜ਼ੇਬ ਬਾਦਸ਼ਾਹ, ਦੇਵਨੀਅਤ ਦੇ ਨਾਲ ਜੇ ਹਿੰਦੁਸਤਾਨ ਦੀ ਰਾਜਸੀ ਸੱਤਾ ਹਿੰਦੂਆਂ ਦੇ ਹੱਥ ਵਿੱਚ ਹੁੰਦੀ ਤੇ ਹਿੰਦੂ ਮੁਸਲਮਾਨ ਧਰਮ ਨੂੰ ਨਸ਼ਟ ਕਰ ਰਹੇ ਹੁੰਦੇ। ਅਸੀਂ ਮੁਸਲਮਾਨ ਧਰਮ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਦੇ ਦੇਣਾ ਸੀ। ਅਸੀਂ ਕਿਸੇ ਧਰਮ ਦੇ ਵਿਰੁੱਧ ਨਹੀਂ ਹਾਂ, ਅਸੀਂ ਜ਼ੁਲਮ ਦੇ ਵਿਰੁੱਧ ਹਾਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਕਿਹਾ ਸੀ, ਮਹਾਰਾਜ ਮੈਂ ਆਪ ਨੂੰ ਸ਼ਹੀਦ ਨਹੀਂ ਕਰਨਾ ਚਾਹੁੰਦਾ ਤੇ ਕਿਰਪਾ ਕਰਕੇ ਮੈਨੂੰ ਕੋਈ ਕਰਾਮਾਤ ਵਿਖਾ ਦਿਓ, ਸ਼ਕਤੀ ਵਿਖਾ ਦਿਓ, ਆਪ ਦੀ ਜਾਨ ਬਖਸ਼ ਦਿੱਤੀ ਜਾਵੇਗੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਔਰੰਗਜ਼ੇਬ ਬਾਦਸ਼ਾਹ ਆਪਣੀ ਜਾਨ ਬਚਾਉਣ ਵਾਸਤੇ ਕਦੇ ਕਰਾਮਾਤ ਨਹੀਂ ਵਿਖਾਵਾਂਗੇ। ਸਤਿਗੁਰੂ ਨੇ ਬਚਨ ਕੀਤੇ, ਨਾਟਕ ਚੇਟਕ ਕੀਏ ਕੁਕਾਜਾ। ਮਹਾਰਾਜ ਕਹਿੰਦੇ ਇਹ ਜਿਹੜੇ ਰਿੱਧੀਆਂ ਸਿੱਧੀਆਂ ਨੇ, ਸ਼ਕਤੀਆਂ ਵਿਖਾਉਣੀਆਂ ਨੇ, ਨਾਟਕ ਚੇਟਕ ਹਨ ਤੇ ਕੁਕਾਜਾ ਖੋਟੇ ਕੰਮ ਹਨ। ਪ੍ਰਭ ਲੋਗਨ ਕਹਿ ਆਵਤ ਲਾਜਾ। ਮਹਾਰਾਜ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਪ੍ਰਭੂ ਦੇ ਪਿਆਰਿਆਂ ਨੂੰ, ਪਰਮੇਸ਼ਰ ਦੇ ਪਿਆਰਿਆਂ ਨੂੰ ਲੱਜਾ ਆਉਂਦੀ ਹੈ, ਸ਼ਰਮ ਆਉਂਦੀ ਹੈ, ਸ਼ਕਤੀ ਨਹੀਂ ਵਿਖਾਉਂਦੇ। ਕਿਉਂ ਨਹੀਂ ਵਿਖਾਉਂਦੇ? ਕਿਉਂਕਿ ਉਹਨਾਂ ਨੂੰ ਹਰ ਥਾਂ ਤੇ ਪਰਮੇਸ਼ਰ ਦਿਸਦਾ ਹੈ, ਵਾਹਿਗੁਰੂ ਦਿਸਦਾ ਹੈ। ਤੇ ਵਾਹਿਗੁਰੂ ਦੀ ਲਈ ਹੋਈ ਸ਼ਕਤੀ ਵਾਹਿਗੁਰੂ ਨੂੰ ਕਿਵੇਂ ਵਿਖਾ ਸਕਦੇ ਹਨ? ਜਿਵੇਂ ਕਿਸੇ ਕੋਲੋਂ ਲਈ ਹੋਵੇ ਵਸਤੂ ਤੇ ਦੁਬਾਰਾ ਉਹ ਮਨੁੱਖ ਉਸ ਨੂੰ ਵਸਤੂ ਵਿਖਾਵੇ ਕਿ ਆ ਵੇਖ ਮੇਰੇ ਕੋਲ ਕਿੰਨੀ ਸੋਹਣੀ ਵਸਤੂ ਹੈ, ਇਹ ਉਸ ਦੀ ਮੂਰਖਤਾ ਹੋਵੇਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਔਰੰਗਜ਼ੇਬ ਬਾਦਸ਼ਾਹ ਪਰਮੇਸ਼ਰ ਦੇ ਪਿਆਰਿਆਂ ਨੂੰ ਲੱਜਾ ਆਉਂਦੀ ਹੈ ਸ਼ਕਤੀ ਵਿਖਾਉਣ ਲੱਗਿਆਂ। ਤੇ ਅੱਜ ਕੱਲ੍ਹ ਕਲਯੁਗ ਦਾ ਭਿਆਨਕ ਸਮਾਂ, ਸ਼ਕਤੀ ਤੋਂ ਬਗੈਰ ਹੀ ਅਸੀਂ ਪਖੰਡੀਆਂ ਨੂੰ ਗੁਰੂ ਮੰਨੀ ਜਾਂਦੇ ਹਾਂ। ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਵਿੱਚ ਰਿੱਧੀਆਂ ਸਿੱਧੀਆਂ ਨੇ, ਸ਼ਕਤੀਆਂ ਹਨ, ਉਹ ਵੀ ਪੂਰਨ ਗੁਰੂ ਨਹੀਂ ਬਣ ਸਕਦੇ, ਕਿਉਂਕਿ ਰਿੱਧੀਆਂ ਸਿੱਧੀਆਂ ਵਿਖਾਉਣ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਖੰਡੀ ਹੈ। ਗਰੀਬ ਨਵਾਜ਼ ਕਹਿੰਦੇ, ਔਰੰਗਜ਼ੇਬ ਬਾਦਸ਼ਾਹ ਆਪਣੀ ਜਾਨ ਬਚਾਉਣ ਵਾਸਤੇ ਕਦੇ ਵੀ ਕਰਾਮਾਤ ਨਹੀਂ ਵਿਖਾਵਾਂਗੇ, ਇਹ ਖੋਟੇ ਕੰਮ ਹਨ। ਦੋਹਰਾ ਠੀਕਰ ਫੋਰ ਦਲੀਸ ਸਿਰ, ਪ੍ਰਭ ਪੁਰ ਕੀਆ ਪਿਆਨ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਲਿਖਦੇ ਨੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣੇ ਸਰੀਰ ਦਾ ਠੀਕਰਾ ਜਿਹੜਾ ਸੀ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਤੇ ਤੋੜ ਕਰਕੇ ਪ੍ਰਭੂ ਦੀ ਪੁਰੀ ਨੂੰ, ਸੱਚਖੰਡ ਨੂੰ ਪਿਆਨਾ ਕੀਤਾ। ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਨ। ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ ਕਾਰਜ ਕਿਸੇ ਨੇ ਵੀ ਧਰਤੀ ਤੇ ਆਣ ਕਰਕੇ ਕਿਸੇ ਪੀਰ ਪੈਗੰਬਰ ਨੇ ਨਹੀਂ ਕੀਤਾ। ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੀ ਨਾਮੀ ਜੋਤ ਨੇ ਐਸਾ ਕਾਰਜ ਕੀਤਾ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਦੋਂ ਪਿਤਾ ਸਤਿਗੁਰੂ ਦੀ ਸ਼ਹੀਦੀ ਹੋਈ, ਜਗਤ ਦੇ ਵਿੱਚ ਇੰਨਾ ਸੋਕ ਫੈਲ ਗਿਆ ਕਿ ਮਾਤਮ ਛਾ ਗਿਆ। ਤੇ ਸਮੇਂ ਸਾਰੀ ਸ੍ਰਿਸ਼ਟੀ ਦੇ ਵਿੱਚ ਹੈ ਸਭ ਜਗ ਪਇਓ ਜੈ 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 ਸੁਰ ਲੋਕ। 3 ਵਾਰ ਸਤਿਗੁਰੂ ਜੀ ਨੇ ਹੈ ਸ਼ਬਦ ਵਰਤਿਆ। 3 ਵਾਰ ਜੇ ਸ਼ਬਦ ਨੂੰ ਵਰਤਿਆ ਜਾਵੇ ਉਹ ਗੱਲ ਨਿਸ਼ਚੈ ਵਾਚਕ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਜਦੋਂ ਪਿਤਾ ਸਤਿਗੁਰੂ ਦੀ ਸ਼ਹੀਦੀ ਹੋਈ, ਹੈ ਸਭ ਜਗ ਭਇਓ, ਸਾਰੇ ਜਗਤ ਦੇ ਵਿੱਚ ਹਾਹਾਕਾਰ ਮਚ ਗਈ। ਇੰਨੀ ਜ਼ੋਰ ਦੀ ਹਨੇਰੀ ਚੱਲੀ, ਸੂਰਜ ਜਿਹੜਾ ਸੀ, ਆਕਾਸ਼ ਜਿਹੜਾ ਸੀ ਸੂਰਜ ਦੇ ਨਾਲ ਲਾਲ ਹੋ ਗਿਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਣ ਤੋਂ ਸਤਿਗੁਰੂ ਕਲਗੀਧਰ ਸਾਹਿਬ ਕਹਿੰਦੇ ਸੁਰਗ ਲੋਕ ਦੇ ਵਿੱਚ ਦੇਵਤਿਆਂ ਨੇ ਉੱਠ ਕਰਕੇ ਜੈ ਜੈਕਾਰ ਕੀਤੀ ਸਤਿਗੁਰੂ ਦੇ ਨਾਮ ਦੀ। ਚਉਪਈ ਅਬ ਮੈਂ ਆਪਣੀ ਕਥਾ ਬਖਾਨੋ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਜਦੋਂ ਪਿਤਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਉੱਥੇ ਆਏ ਨੇ ਕਿ ਸਾਡੇ ਤੱਕ ਇਹ ਗੁਰਤਾ ਦੀ ਜੋਤ ਕਿਵੇਂ ਪਹੁੰਚੀ ਤੇ ਕਿਵੇਂ ਇਹ ਸੀਨੇ ਬਸੀਨੇ ਇਹ ਚਾਲ ਚੱਲੀ। ਮਹਾਰਾਜ ਸੱਚੇ ਪਾਤਸ਼ਾਹ ਹੁਣ ਆਪਣੀ ਮੁੱਢ ਤੋਂ ਜਿਹੜੀ ਕਥਾ ਹੈ ਉਹ ਪ੍ਰਾਰੰਭ ਕਰਦੇ ਨੇ। ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਅਸੀਂ ਆਪਣੀ ਕਥਾ ਦੱਸਣ ਲੱਗੇ ਹਾਂ। ਸਾਧ ਸੰਗਤ, ਕੋਈ ਐਸਾ ਪੀਰ ਪੈਗੰਬਰ ਨਹੀਂ ਹੋਇਆ ਜਿਸ ਨੇ ਆਪਣੀ ਕਥਾ ਆਪ ਕਥਨ ਕੀਤੀ ਹੋਵੇ। ਕੇਵਲ ਤੇ ਕੇਵਲ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਕਥਾ ਆਪ ਦੱਸਣ ਲੱਗੇ। ਤਪ ਸਾਧਤ ਜਿਹ ਬਿਦ ਮੋਹਿ ਆਨੋ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਤਪੱਸਿਆ ਸਾਧਦਿਆਂ ਹੋਇਆਂ ਜਿਸ ਵਿਧੀ ਦੇ ਨਾਲ ਸਾਨੂੰ ਇਸ ਧਰਤੀ ਤੇ ਆਨੋਂ ਆਉਣਾ ਕੀਤਾ, ਲਿਆਉਣਾ ਕੀਤਾ। ਹੇਮਕੁੰਟ ਪਰਬਤ ਹੈ ਜਹਾਂ। ਮਹਾਰਾਜ ਕਹਿੰਦੇ ਜਿੱਥੇ ਹੇਮਕੁੰਟ ਸਾਹਿਬ ਦਾ ਪਰਬਤ ਹੈ, ਸਪਤ ਸਰੰਗ ਸੋਬਤ ਹੈ ਤਹਾਂ। ਉੱਥੇ ਉਸ ਪਰਬਤ ਦੇ ਆਲੇ ਦੁਆਲੇ 7 ਚੋਟੀਆਂ ਜਿਹੜੀਆਂ ਹਨ ਸੋਭ ਰਹੀਆਂ ਹਨ। ਸਪਤ ਸਰੰਗ ਤਿਹ ਨਾਮ ਕਹਾਵਾ। ਮਹਾਰਾਜ ਕਹਿੰਦੇ ਉਸ ਪਰਬਤ ਦਾ ਨਾਮ ਸਪਤ ਸ੍ਰਿੰਗ ਪਰਬਤ ਜਿਹੜਾ ਸੀ ਕਿਹਾ
ਕਿਹਾ ਜਾਂਦਾ ਹੈ। ਪੰਡ ਰਾਜ ਜਿਹ ਜੋਗ ਕਮਾਵਾ। ਕਿਸੇ ਸਮੇਂ ਪਾਂਡੋ ਰਾਜਿਆਂ ਨੇ ਵੀ ਉੱਥੇ ਯੋਗ ਸਾਧਨਾ ਕੀਤੀ ਸੀ, ਪਰ ਕਾਮਯਾਬ ਨਹੀਂ ਸੀ ਹੋ ਸਕੇ। ਬਰਫ਼ ਦੇ ਵਿੱਚ ਗਲ ਗਏ ਸਨ ਤੇ ਪ੍ਰਲੋਕ ਨੂੰ ਗਏ ਸਨ। ਮਹਾਰਾਜ ਕਹਿੰਦੇ ਪਾਂਡੋ ਰਾਜਿਆਂ ਨੇ ਵੀ ਕਦੇ ਉੱਥੇ ਤਪੱਸਿਆ ਕੀਤੀ। ਇਹ 7 ਚੋਟੀਆਂ ਦੇ ਦਰਸ਼ਨ ਦਾਸ ਨੇ ਆਪ ਕੀਤੇ ਨੇ। ਦਮਦਮੀ ਟਕਸਾਲ ਦੇ ਸਿੰਘ ਬਾਬਾ ਸ਼ੇਰ ਸਿੰਘ ਜੀ ਇਹਨਾਂ 7 ਚੋਟੀਆਂ ਦੇ ਉੱਤੇ ਨਿਸ਼ਾਨ ਸਾਹਿਬ ਚਲਾਉਣ ਦੀ ਸੇਵਾ ਜਿਹੜੀ ਆ ਆਏ ਸਾਲ ਰੋਜ਼ਾਨਾ ਨਿਯਮ ਦੇ ਨਾਲ ਕਰਦੇ ਹਨ। ਹਮ ਅਦਕ ਤਪੱਸਿਆ ਸਾਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਹੇਮਕੁੰਡ ਦੇ ਪਰਬਤ ਦੇ ਉੱਤੇ ਅਸੀਂ ਅਦਕ ਬਹੁਤ ਜ਼ਿਆਦਾ ਤਪੱਸਿਆ ਜਿਹੜੀ ਸੀ ਸਾਧਨਾ ਕੀਤੀ। ਮਹਾਕਾਲ ਕਾਲ ਕਾ ਆਰਾਧੀ। ਮਹਾਕਾਲ ਜੋ ਪਰਮੇਸ਼ਰ ਵਾਹਿਗੁਰੂ ਸਾਰਿਆਂ ਦਾ ਕਾਲ ਕਰ ਦੇਣ ਵਾਲਾ ਹੈ। ਕਾਲ ਜਿਹੜਾ ਕਾਲ ਦਾ ਵੀ ਕਾਲ ਹੈ। ਕਈ ਇੱਥੇ ਕਹਿੰਦੇ ਜੀ ਕਾਲਕਾ ਦੇਵੀ ਦੀ ਆਰਾਧਨਾ ਕੀਤੀ। ਮਨਮੁਖ ਲੋਕ ਇਉਂ ਵੀ ਅਰਥ ਕਰਦੇ ਨੇ, ਪਰ ਕਾਲ ਦਾ ਵੀ ਕਾਲ ਕਰ ਦੇਣ ਵਾਲਾ ਕੌਣ ਹੈ? ਸਮੇਂ ਦਾ ਵੀ ਅੰਤ ਕਰ ਦੇਣ ਵਾਲਾ ਕੌਣ ਹੈ? ਉਹ ਅਕਾਲ ਪੁਰਖ ਵਾਹਿਗੁਰੂ ਹੈ। ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਜਿਹੜੀ ਅਸੀਂ ਆਰਾਧਨਾ ਕੀਤੀ, ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਹੈ, ਐਸੇ ਸਰੂਪ ਦੀ ਅਸੀਂ ਆਰਾਧਨਾ ਕਰਨਾ ਕੀਤੀ। ਇਹ ਬਿਦ ਕਰਤ ਤਪੱਸਿਆ ਭਇਓ। ਮਹਾਰਾਜ ਕਹਿੰਦੇ ਤਪੱਸਿਆ ਕਰਦਿਆਂ ਕਰਦਿਆਂ ਐਸੀ ਅਵਸਥਾ ਜਿਹੜੀ ਬਣ ਗਈ। ਦੁਐ ਤੇ ਏਕ ਰੂਪ ਹੋਇ ਗਇਓ। ਦੋਹਾਂ ਰੂਪਾਂ ਤੋਂ ਅਸੀਂ ਇੱਕ ਸਰੂਪ ਹੋ ਗਏ। ਤੇ ਸਮੇਂ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਸੀਂ ਅਭੇਦ ਹੋ ਗਏ। ਤਾਤ ਮਾਤ ਮੁਰ ਅਲਖ ਅਰਾਧਾ। ਇਧਰੋਂ ਮਹਾਰਾਜ ਸੱਚੇ ਪਾਤਸ਼ਾਹ ਧਰਤੀ ਦੀ ਹਾਲਤ ਬਿਆਨ ਕਰਦੇ ਨੇ ਕਿ ਸਾਡੇ ਅਵਤਾਰ ਧਾਰਨ ਦਾ ਕਾਰਨ ਕਿਵੇਂ ਬਣਿਆ। ਮਹਾਰਾਜ ਕਹਿੰਦੇ ਤਾਤ ਮਾਤ ਮੁਰ ਅਲਖ ਅਰਾਧਾ। ਸਾਡੇ ਤਾਤ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਨੇ ਅਲਖ ਨਾ ਲਖੇ ਜਾਣ ਵਾਲੇ ਉਸ ਵਾਹਿਗੁਰੂ ਦੀ ਬਹੁਤ ਆਰਾਧਨਾ ਕੀਤੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ 26 ਸਾਲ ਲਗਾਤਾਰ ਅਤੇ ਕਿੰਨੇ ਕੁ ਮਹੀਨੇ ਉਸ ਭੋਰਾ ਸਾਹਿਬ ਦੇ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਰਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕੀਤੀ, ਤਪੱਸਿਆ ਕੀਤੀ। ਬਹੁ ਬਿਦ ਜੋਗ ਸਾਧਨਾ ਸਾਧਾ। ਤੇ ਬਹੁਤ ਵਿਧੀਆਂ ਦੇ ਨਾਲ ਯੋਗ ਸਾਧਨਾ ਨੂੰ ਸਾਧਨਾ ਕੀਤਾ। ਮਾਤਾ ਗੁਜਰ ਕੌਰ ਜੀ ਯੋਗਾ ਅਭਿਆਸੀ ਸਨ। ਜਿਹੜੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਮਾਤਾ ਗੁਜਰ ਕੌਰ ਜੀ ਨੇ ਠੰਡੇ ਬੁਰਜ ਦੇ ਵਿੱਚ ਕੰਧ ਦੇ ਨਾਲ ਸਿਰ ਮਾਰ ਕਰਕੇ ਆਪਣੇ 5 ਭੂਤਕ ਸਰੀਰ ਨੂੰ ਤਿਆਗਿਆ ਸੀ। ਨਹੀਂ, ਮਾਤਾ ਗੁਜਰ ਕੌਰ ਜੀ ਨੇ ਬ੍ਰਹਮਰੰਦਰ ਨਾੜੀ ਨੂੰ ਤੋੜ ਕਰਕੇ ਆਪਣਾ 5 ਭੂਤਕ ਸਰੀਰ ਤਿਆਗਿਆ ਸੀ। ਕਿਉਂਕਿ ਜਦੋਂ ਬ੍ਰਹਮਰੰਦਰ ਨਾੜੀ ਸਿਰ ਦੇ ਵਿੱਚੋਂ ਤੋੜੀ ਜਾਂਦੀ ਹੈ ਤੇ ਥੋੜ੍ਹਾ ਜਿਹਾ ਖੂਨ ਸਿਰ ਦੇ ਵਿੱਚੋਂ ਨਿਕਲ ਆਉਂਦਾ ਹੈ। ਜਦੋਂ ਇਸ ਪ੍ਰਕਾਰ ਆਪਣੇ ਸਵਾਸਾਂ ਨੂੰ ਤੋੜਿਆ ਜਾਵੇ ਤੇ ਖੂਨ ਜਿਹੜਾ ਸਵਾਇਆ ਕਿ ਸਿਰ ਦੇ ਵਿੱਚੋਂ ਨਿਕਲਦਾ 10ਵੇਂ ਦੁਆਰ ਦੇ ਵਿੱਚੋਂ, ਤੇ ਮਾਤਾ ਸਾਹਿਬ ਦੇ ਸਿਰ ਦੇ ਵਿੱਚ ਖੂਨ ਹੋਣ ਕਰਕੇ ਜਿਵੇਂ ਇਤਿਹਾਸਕਾਰਾਂ ਨੇ ਇਹ ਕਿਆਸਾ ਲਾਇਆ ਕਿ ਮਾਤਾ ਜੀ ਨੇ ਸ਼ਾਇਦ ਕੰਧ ਦੇ ਨਾਲ ਸਿਰ ਮਾਰ ਕਰਕੇ ਆਪਣੇ 5 ਭੂਤਕ ਸਰੀਰ ਨੂੰ ਤਿਆਗਿਆ। ਨਹੀਂ, ਮਾਤਾ ਜੀ ਯੋਗਾ ਅਭਿਆਸੀ ਸਨ। 10ਵੇਂ ਦੁਆਰ ਦੇ ਵਿੱਚ ਆਪਣੇ ਸਵਾਸ ਚੜਾਰ ਕਰਕੇ ਤੇ ਬ੍ਰਹਮਰੰਦਰ ਨਾੜੀ ਨੂੰ ਤੋੜ ਕਰਕੇ ਮਾਤਾ ਜੀ ਨੇ ਸਰੀਰ ਛੱਡਿਆ ਸੀ, ਜਿਸ ਦੀ ਅਗਵਾਈ ਜਿਹੜੀ ਗੁਰੂ ਕਲਗੀਧਰ ਸਾਹਿਬ ਨੇ ਦਿੱਤੀ ਹੈ ਕਿ ਬਹੁਬਿਧ ਯੋਗ ਸਾਧਨਾ ਸਾਧਾ। ਮਾਤਾ ਗੁਜਰ ਕੌਰ ਜੀ ਬਹੁਤ ਯੋਗ ਸਾਧਨਾ ਕਰਦੇ ਸਨ ਤੇ ਤਪੱਸਿਆ ਕਰਦੇ ਸਨ ਤੇ ਹਿਰਦੇ ਦੇ ਵਿੱਚ ਇੱਛਾ ਇਹੋ ਸੀ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਸਤਿਗੁਰੂ ਦੱਸਦੇ ਹਨ, ਤਿਨ ਜੋ ਕਰੀ ਅਲਖ ਕੀ ਸੇਵਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਇੰਨੀ ਸੇਵਾ ਕੀਤੀ, ਇੰਨੀ ਆਰਾਧਨਾ ਕੀਤੀ ਸਾਡੇ ਮਾਤਾ ਪਿਤਾ ਜੀ ਨੇ, ਤਾਤੇ ਭਏ ਪ੍ਰਸੰਨ ਗੁਰਦੇਵਾ। ਅਕਾਲ ਪੁਰਖ ਵਾਹਿਗੁਰੂ ਗੁਰਦੇਵ ਸਰੂਪ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋ ਗਏ ਸਾਡੇ ਪਿਤਾ ਜੀ ਦੀ ਤਪੱਸਿਆ ਤੇ ਮਾਤਾ ਜੀ ਦੀ ਸਾਧਨਾ ਵੇਖ ਕਰਕੇ। ਤਿਨ ਪ੍ਰਭ ਜਬ ਆਇਸ ਮੋਹਿ ਦੀਆ। ਤੇ ਸਮੇਂ ਮਾਤਾ ਪਿਤਾ ਜੀ ਨੇ ਅਰਦਾਸ ਕੀ ਕੀਤੀ? ਸਤਿਗੁਰੂ ਕਲਗੀਧਰ ਸਾਹਿਬ ਦੱਸ ਰਹੇ ਨੇ ਕਿ ਸਾਡੇ ਸਤਿਕਾਰਯੋਗ ਪਿਤਾ ਜੀ ਨੇ ਅਰਦਾਸ ਕੀਤੀ ਸੀ, ਅਕਾਲ ਪੁਰਖ ਵਾਹਿਗੁਰੂ ਆਪ ਜੀ ਵਰਗਾ ਤੇਜਸਵੀ ਪੁੱਤਰ ਜਿਹੜਾ ਮੇਰੇ ਘਰ ਦੇ ਵਿੱਚ ਪੈਦਾ ਹੋਵੇ, ਜਨਮ ਲਵੇ, ਅਵਤਾਰ ਧਾਰੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਉਂ ਅਰਦਾਸ ਕੀਤੀ ਸਾਡੇ ਸਤਿਕਾਰਯੋਗ ਪਿਤਾ ਜੀ ਨੇ, ਤੇ ਸਮੇਂ ਅਕਾਲ ਪੁਰਖ ਵਾਹਿਗੁਰੂ ਨੇ ਤਿੰਨ ਪ੍ਰਭ ਜਬ ਆਇਸ ਮੋਹਿ ਦੀਆ। ਤਦੋਂ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਸਾਨੂੰ ਆਣ ਕਰਕੇ ਆਇਸ ਆਗਿਆ ਦਿੱਤੀ, ਹੁਕਮ ਦਿੱਤਾ, ਫਿਰ ਤਬ ਹਮ ਜਨਮ ਕਲੂ ਮਹਿ ਲੀਆ। ਤਦੋਂ ਅਸੀਂ ਕਲਯੁਗ ਦੇ ਵਿੱਚ ਆਣ ਕਰਕੇ ਅਵਤਾਰ ਧਾਰਿਆ। ਇਹ ਸਾਡੇ ਅਵਤਾਰ ਧਾਰਨ ਦਾ ਕਾਰਨ ਹੈ ਤੇ ਸਤਿਗੁਰੂ ਅੱਗੇ ਦੱਸਣਗੇ ਕਿ ਅਸੀਂ ਆਏ ਕੀ ਕਰਨ ਹਾਂ। ਚੇਤਨਾ ਭਇਓ ਹਮਰੋ ਆਵਨ ਕਹੈ। ਮਹਾਰਾਜ ਸੱਚੇ ਪਾਤਸ਼ਾਹ ਆਪ ਆਪਣੀ ਕਲਮ ਦੇ ਨਾਲ ਫਰਮਾਨ ਕਰਦੇ ਨੇ ਕਿ ਸਾਡਾ ਚਿੱਤ ਨਹੀਂ ਸੀ ਕਰਦਾ ਇਸ ਧਰਤੀ ਤੇ ਆਉਣ ਨੂੰ। ਚੁਬੀ ਰਹੀ ਸਰੁੱਤ ਪ੍ਰਭ ਚਰਨਨ ਮਹਿ। ਕਿਉਂਕਿ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇੰਨਾ ਆਨੰਦ ਤੇ ਸੁੱਖ ਸੀ। ਸਾਡੀ ਜਿਹੜੀ ਸੁਰਤ ਸੀ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੇ ਵਿੱਚ ਮਿਲੀ ਹੋਈ ਸੀ। ਜਿਉ ਤਿਉ ਪ੍ਰਭ ਹਮ ਕੋ ਸਮਝਾਇਓ। ਤੇ ਫਿਰ ਜਿਵੇਂ
ਕਿਵੇਂ ਕਿਵੇਂ ਵਾਹਿਗੁਰੂ ਨੇ ਸਾਨੂੰ ਸਮਝਾਉਣਾ ਕੀਤਾ, ਜਿਹੜਾ ਜਿਹੜਾ ਉਪਦੇਸ਼ ਦਿੱਤਾ। ਹਿਮ ਕਹਿ ਕੈ ਇਹ ਲੋਕ ਪਠਾਇਓ। ਇਹ ਗੱਲਾਂ ਕਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਸ ਲੋਕ ਦੇ ਵਿੱਚ, ਮਾਤ ਲੋਕ ਦੇ ਵਿੱਚ, ਧਰਤੀ ਤੇ ਉੱਤੇ ਭੇਜਿਆ। ਉਹ ਕਿਹੜੀਆਂ ਗੱਲਾਂ ਕਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ, ਸਤਿਗੁਰੂ ਅੱਗੇ ਦੱਸਦੇ ਹਨ। ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਚਉਪਈ। ਸਤਿਗੁਰੂ ਚੌਪਈ ਉਚਾਰਨ ਕਰਕੇ ਦੱਸਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਨੇ ਇਸ ਕੀੜੇ ਦੇ ਪ੍ਰਤੀ ਜੋ ਹੁਕਮ ਕੀਤਾ, ਸਤਿਗੁਰੂ ਦੀ ਕਿੰਨੀ ਨਿਮਰਤਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਆਪ ਨੂੰ ਹਰ ਥਾਂ ਦੇ ਉੱਤੇ ਕੀਟ ਕਹਿ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਆਪਣੀ ਕਲਮ ਦੇ ਨਾਲ ਲਿਖਿਆ ਹੈ। ਇਹ ਸਤਿਗੁਰੂ ਦੀ ਨਿਮਰਤਾ ਹੈ। ਕੋਈ ਵੀ ਪੀਰ ਪੈਗੰਬਰ ਆਪਣੇ ਆਪ ਨੂੰ ਇੰਨੀ ਨਿਮਰਤਾ ਦੇ ਬਚਨ ਨਹੀਂ ਲਿਖ ਸਕਿਆ। ਕੇਵਲ ਤੇ ਕੇਵਲ ਇਹ ਗੁਰੂ ਨਾਨਕ ਸਾਹਿਬ ਦੀ ਜੋਤ, ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਬਪੜਾ ਵਿਚਾਰਾ ਕਿਹਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਕੀਟ ਕਹਿ ਕਰਕੇ ਸਤਿਗੁਰੂ ਸੰਬੋਧਨ ਕਰ ਰਹੇ ਨੇ ਕਿ ਸਾਡੇ ਕੀੜੇ ਦੇ ਤਾਈਂ ਅਕਾਲ ਪੁਰਖ ਵਾਹਿਗੁਰੂ ਨੇ ਇਹ ਹੁਕਮ ਕੀਤਾ। ਜਬ ਪਹਿਲੇ ਹਮ ਸ੍ਰਿਸ਼ਟ ਬਨਾਈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਕੀ ਕਿਹਾ ਗੁਰੂ ਕਲਗੀਧਰ ਸਾਹਿਬ ਨੂੰ? ਇਹ ਸਤਿਗੁਰੂ ਦੱਸ ਰਹੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ, ਜਦੋਂ ਸਭ ਤੋਂ ਪਹਿਲਾਂ ਅਸੀਂ ਸ੍ਰਿਸ਼ਟੀ ਰਚੀ ਬ੍ਰਹਮਾ ਦੁਆਰਾ, ਦੈਤ ਰਚੇ ਦੁਸ਼ਟ ਦੁਖਦਾਈ। ਤੇ ਜਿਹੜੇ ਦੈਂਤ ਸਨ ਉਹਨਾਂ ਦੀ ਰਚਨਾ ਕੀਤੀ, ਜਿਹੜੇ ਨਾ ਬਹੁਤ ਜ਼ਿਆਦਾ ਜਾ ਕਰਕੇ ਦੁਖਦਾਈ ਉਸ ਧਰਤੀ ਦੇ ਉੱਤੇ ਹੋ ਗਏ। ਤੇ ਭੁਜ ਬਲ ਬਵਰੇ ਹੋਆ ਗਏ। ਜਿਹੜੇ ਦੈਂਤ ਸਨ ਆਪਣੀਆਂ ਬਾਹਾਂ ਦੇ ਬਲ ਦੇ ਵਿੱਚ ਬੌਰੇ ਹੋ ਗਏ, ਕਮਲੇ ਹੋ ਗਏ। ਪੂਜਿਤ ਪਰਮ ਪੁਰਖ ਰਹਿ ਗਏ। ਤੇ ਪਰਮੇਸ਼ਰ ਵਾਹਿਗੁਰੂ ਦੀ ਪੂਜਾ ਕਰਨ ਤੋਂ ਵਾਂਝੇ ਰਹਿ ਗਏ, ਪਰਮੇਸ਼ਰ ਵਾਹਿਗੁਰੂ ਦੀ ਪੂਜਾ ਵੱਲ ਨਹੀਂ ਲੱਗੇ। ਤੇ ਹਮ ਤਮਕ ਤਨਕ ਮੋਹ ਖਾਪੇ। ਅਕਾਲ ਪੁਰਖ ਵਾਹਿਗੁਰੂ ਜੀ ਕਹਿਣ ਲੱਗੇ ਕਿ ਅਸੀਂ ਵੀਰ ਰਸ ਧਾਰ ਕਰਕੇ ਤਨਕ ਥੋੜੇ ਛਿਨ ਮਾਤਰ ਸਮੇਂ ਦੇ ਵਿੱਚ ਹੀ ਦੈਂਤ ਜਿਹੜੇ ਸਨ ਨਾਸ ਕਰ ਦਿੱਤੇ। ਤਿਨ ਕੀ ਠੌਰ ਦੇਵਤਾ ਥਾਪੇ। ਤੇ ਦੈਂਤਾਂ ਦੀ ਥਾਂ ਦੇ ਉੱਤੇ ਫਿਰ ਅਸੀਂ ਦੇਵਤੇ ਥਾਪਣਾ ਕੀਤੇ ਕਿ ਜੇ ਦੈਂਤਾਂ ਨੇ ਜਾ ਕਰਕੇ ਧਰਤੀ ਤੇ ਨਾਮ ਨਹੀਂ ਜਪਾਇਆ ਤੇ ਚਲੋ ਦੇਵਤੇ ਜਿਹੜੇ ਆ ਉਹ ਸਾਜਦੇ ਆ, ਦੇਵਤੇ ਨਾਮ ਜਪਾਉਣਗੇ। ਤੇ ਪੀ ਬਲ ਪੂਜਾ ਉਰਜਾਏ। ਉਹ ਦੇਵਤਿਆਂ ਨੇ ਵੀ ਆਣ ਕਰਕੇ ਆਪਣੇ ਬਲ ਦੇ ਨਾਲ ਸੰਸਾਰ ਦੇ ਲੋਕਾਂ ਨੂੰ ਆਪਣੀ ਹੀ ਪੂਜਾ ਦੇ ਵਿੱਚ ਉਰਝਾ ਲਿਆ, ਫਸਾ ਲਿਆ। ਆਪਨ ਹੀ ਪਰਮੇਸ਼ਰ ਕਹਾਏ। ਆਪਣੇ ਆਪ ਨੂੰ ਹੀ ਪਰਮੇਸ਼ਰ ਕਹਾਉਣ ਲੱਗ ਪਏ ਕਿ ਅਸੀਂ ਹੀ ਪਰਮੇਸ਼ਰ ਦਾ ਸਰੂਪ ਹਾਂ। ਮਹਾਦੇਵ ਅਚੁੱਤ ਕਹਿਵਾਇਓ। ਮਹਾਦੇਵ ਸ਼ਿਵ ਜੀ ਨੇ ਆਪਣੇ ਆਪ ਨੂੰ ਹੀ ਅਚੁੱਤ ਅਗੜ ਪਰਮੇਸ਼ਰ ਅਖਵਾਉਣਾ ਕੀਤਾ ਕਿ ਮੈਂ ਹੀ ਪਰਮੇਸ਼ਰ ਹਾਂ। ਵਿਸ਼ਨ ਆਪ ਹੀ ਕੋ ਠਹਿਰਾਇਓ। ਤੇ ਵਿਸ਼ਨੂੰ ਨੇ ਆਪਣੇ ਆਪ ਨੂੰ ਹੀ ਵਿਸ਼ਨ ਪਰਮੇਸ਼ਰ ਕਹਾਉਣਾ ਕੀਤਾ ਕਿ ਮੇਰੇ ਤੋਂ ਪਰਾਂ ਕੁਝ ਨਹੀਂ ਹੈ। ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ। ਤੇ ਬ੍ਰਹਮਾ ਜੀ ਜਿਨ੍ਹਾਂ ਦੇ ਕੋਲ ਕੇਵਲ ਸ੍ਰਿਸ਼ਟੀ ਰਚਣ ਦੀ ਸ਼ਕਤੀ ਹੈ ਤੇ ਕੇਵਲ ਸ੍ਰਿਸ਼ਟੀ ਰਚਣ ਦੀ ਡਿਊਟੀ ਲੱਗੀ ਹੋਈ ਹੈ, ਬ੍ਰਹਮਾ ਜੀ ਨੇ ਆਪਣੇ ਆਪ ਨੂੰ ਹੀ ਪਾਰ ਬ੍ਰਹਮ ਦਾ ਸਰੂਪ ਕਹਿਣਾ ਕੀਤਾ। ਬ੍ਰਹਮਾ ਜੀ ਦਾ ਜਨਮ ਕਵਲ ਫੁੱਲ ਤੋਂ ਮੰਨਿਆ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਫਰਮਾਨ ਹੈ ਕਿ ਜਦੋਂ ਬ੍ਰਹਮਾ ਜੀ ਦਾ ਜਨਮ ਕਵਲ ਫੁੱਲ ਤੋਂ ਹੋਇਆ, ਹੰਕਾਰ ਹੋ ਗਿਆ ਕਿ ਮੈਂ ਹਾਂ ਜਾਂ ਕਮਲ ਫੁੱਲ ਹੈ, ਹੋਰ ਤੇ ਕੁਝ ਦਿਖਾਈ ਨਹੀਂ ਦਿੰਦਾ, ਮੈਂ ਹੀ ਪਰਮੇਸ਼ਰ ਹਾਂ। ਤੇ ਸਮੇਂ ਆਕਾਸ਼ਵਾਣੀ ਹੋਈ, ਬ੍ਰਹਮਾ ਹੰਕਾਰ ਨਾ ਕਰ, ਤੇਰਾ ਜਨਮ ਇਸ ਕਮਲ ਫੁੱਲ ਤੋਂ ਹੋਇਆ ਏ। ਤੇ ਸਮੇਂ ਗੁੱਸੇ ਵਿੱਚ ਆਣ ਕਰਕੇ ਕਮਲ ਫੁੱਲ ਨੂੰ ਲੱਤ ਮਾਰੀ ਸੀ ਤੇ 36 ਯੁੱਗ ਕਮਲ ਫੁੱਲ ਦੀ ਨਲਕੀ ਦੇ ਵਿੱਚ ਉਲਟੇ ਹੋ ਕਰਕੇ, ਟੇਢੇ ਹੋ ਕਰਕੇ ਬਾਜੀਆਂ ਖਾਂਦਿਆਂ ਹੋਇਆਂ ਉਸ ਨਲਕੀ ਦੇ ਵਿੱਚ 36 ਯੁੱਗ ਡਿੱਗਣਾ ਪਿਆ ਸੀ। ਤੇ ਅਰਦਾਸਾਂ ਕੀਤੀਆਂ ਸੀ ਪਰਮੇਸ਼ਰ ਦੇ ਅੱਗੇ। ਸਤਿਗੁਰੂ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ 36 ਯੁੱਗ ਕੀ ਉਹ ਗੁਬਾਰਾ। 36 ਯੁੱਗ ਗੁਬਾਰ ਰਿਹਾ ਸੀ ਤੇ 36 ਯੁੱਗ ਫਿਰ ਉੱਪਰ ਆਉਣ ਵਾਸਤੇ ਲੱਗੇ ਸਨ ਬ੍ਰਹਮਾ ਜੀ ਨੂੰ। ਹੰਕਾਰ ਨਾਸ ਹੋਇਆ ਤੇ ਫਿਰ ਸ੍ਰਿਸ਼ਟੀ ਰਚਣ ਦੀ ਸ਼ਕਤੀ ਪ੍ਰਾਪਤ ਹੋਈ ਸੀ। ਇਸ ਪ੍ਰਕਾਰ ਬ੍ਰਹਮਾ ਜੀ ਨੇ ਵੀ ਸੰਸਾਰ ਦੇ ਲੋਕਾਂ ਨੂੰ ਪਰਮੇਸ਼ਰ ਦੇ ਨਾਮ ਵੱਲ ਨਹੀਂ ਜੋੜਿਆ, ਆਪਣੇ ਆਪ ਨੂੰ ਹੀ ਬ੍ਰਹਮ ਵਿਆਪਕ ਸਰੂਪ ਦੱਸਿਆ। ਪ੍ਰਭ ਕੋ ਪ੍ਰਭੂ ਨ ਕਿਨਹੂ ਜਾਨਾ। ਪ੍ਰਭੂ ਨੂੰ, ਪਰਮੇਸ਼ਰ ਨੂੰ ਕਿਸੇ ਨੇ ਵੀ ਇਹਨਾਂ ਨੇ ਆਣ ਕਰਕੇ ਜਾਣਨਾ ਨਹੀਂ ਕੀਤਾ ਤੇ ਨਾ ਹੀ ਸੰਸਾਰ ਦੇ ਜੀਵਾਂ ਨੂੰ ਜਣਾਇਆ। ਤਬ ਸਾਖੀ ਪ੍ਰਭ ਅਸ਼ਟ ਬਨਾਏ। ਕਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ 8 ਜਿਹੜੇ ਸਾਖੀ ਸਨ ਉਹ ਬਣਾਉਣਾ ਕੀਤੇ। ਉਹ ਸਾਖੀ ਕਿਹੜੇ ਨੇ? ਸਾਖੀ ਦਾ ਅਰਥ ਹੁੰਦਾ ਗਵਾਹੀ ਦੇਣ ਵਾਲੇ, ਪਰਮੇਸ਼ਰ ਦੀ ਗਵਾਹੀ ਦੇਣ ਵਾਲੇ। 8 ਜਿਹੜੀਆਂ ਚੀਜ਼ਾਂ ਨੇ, ਜਿਵੇਂ ਹਵਾ, ਆਕਾਸ਼, ਚੰਦਰਮਾ, ਸੂਰਜ, ਇਹ 8 ਜਿਹੜੇ ਸਨ ਸਾਖੀ ਜਿਹੜੇ ਵਾਹਿਗੁਰੂ ਨੇ ਪ੍ਰਗਟ ਕਰਨਾ ਕੀਤੇ।
ਕੀਤੇ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਪੰਡਤ ਨੂੰ ਕਿਹਾ ਹੈ, ਪੰਡਤ ਕਹਿੰਦਾ ਪਰਮੇਸ਼ਰ ਨਹੀਂ ਹੈ, ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਓਏ ਜੋ ਦੀਸਾ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ, ਕਹੋ ਰੇ ਪੰਡਤ ਅੰਬਰ ਕਾਸਿਓਂ ਲਾਗਾ, ਬੂਝੈ ਬੂਝਨ ਹਾਰ ਸੁਭਾਗਾ। ਭਗਤ ਕਬੀਰ ਸਾਹਿਬ ਪੰਡਤ ਨੂੰ ਕਹਿੰਦੇ ਨੇ, ਪੰਡਤ ਜੀ ਤੁਸੀਂ ਪਰਮੇਸ਼ਰ ਨੂੰ ਨਹੀਂ ਮੰਨਦੇ, ਭਗਵਾਨ ਦੀ ਸ਼ਕਤੀ ਤੋਂ ਮੁਨਕਰ ਹੋ, ਦੱਸੋ ਉਹ ਆਕਾਸ਼ ਦੇ ਵਿੱਚ ਜਿਹੜੇ ਤਾਰੇ ਨੇ, ਚੰਦਰਮਾ ਹੈ, ਉਹ ਕਿਸ ਨੇ ਚਿੱਤਰਕਾਰੀ ਕੀਤੀ ਹੈ? ਤੇ ਆਕਾਸ਼ ਜਿਹੜਾ ਥੰਮਾ ਖਲੋਤਾ ਹੈ, ਬਿਨ ਥੰਮਾ ਗਗਨ ਰਹਾਇਆ, ਆਕਾਸ਼ ਕਿਵੇਂ ਖਲੋਤਾ ਹੋਇਆ ਏ? ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਖਲੋਤਾ ਹੋਇਆ ਏ। ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਬੂਝੈ ਬੂਝਨ ਹਾਰ ਸੁਭਾਗਾ। ਉਹ ਇਸ ਗੱਲ ਨੂੰ ਬੁੱਝ ਸਕਦਾ, ਜਾਣ ਸਕਦਾ ਜਿਹਦੇ ਚੰਗੇ ਭਾਗ ਨੇ, ਜਿਹਨੇ ਨਾਮ ਜਪਿਆ, ਸਿਮਰਨ ਕੀਤਾ ਏ। ਤੇ ਇਹ ਜਿਹੜੀਆਂ ਸਾਖੀ ਦੇਣ ਵਾਸਤੇ, ਗਵਾਹੀ ਦੇਣ ਵਾਸਤੇ ਕਿ ਅਕਾਲ ਪੁਰਖ ਵਾਹਿਗੁਰੂ ਹੈ, ਇਹ 8 ਚੀਜ਼ਾਂ ਵਾਹਿਗੁਰੂ ਨੇ ਪ੍ਰਗਟ ਕੀਤੀਆਂ। ਸਾਖ ਨਿਮਿਤ ਦੇ ਬੇ ਠਹਿਰਾਏ, ਸੋ ਸਾਖੀ ਦੇਣ ਵਾਸਤੇ, ਗਵਾਹੀ ਦੇਣ ਵਾਸਤੇ ਸੰਸਾਰ ਦੇ ਵਿੱਚ ਵਾਹਿਗੁਰੂ ਨੇ ਪ੍ਰਗਟ ਕੀਤਾ। ਤੇ ਕਹਿ ਕਰੋ ਹਮਾਰੀ ਪੂਜਾ, ਤੇ ਇਹਨਾਂ ਨੇ ਕਹਿਣਾ ਕੀਤਾ ਕਿ ਸਾਡੀ ਹੀ ਪੂਜਾ ਕਰੋ। ਦੇਵੀ ਦੇਵਤਿਆਂ ਨੇ ਇਹਨਾਂ ਦੀ ਪੂਜਾ ਦੇ ਵਿੱਚ ਉਰਧਾ ਦਿੱਤਾ ਸੰਸਾਰ ਦੇ ਲੋਕਾਂ ਨੂੰ। ਹਮ ਬਿਨ ਅਵਰ ਨ ਠਾਕੁਰ ਦੂਜਾ, ਕਹਿੰਦੇ ਸਾਡੇ ਤੋਂ ਬਗੈਰ ਹੋਰ ਕੋਈ ਠਾਕੁਰ ਮਾਲਕ ਦੂਜਾ ਨਹੀਂ ਹੈ। ਪਰਮ ਤਤ ਕੋ ਜਿਨ ਨਾ ਪਛਾਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪਰਮ ਤਤ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਪਛਾਣਿਆ, ਤਿਨ ਕਰ ਈਸ਼ਰ ਤਿਨ ਕਹਿ ਮਾਨਾ। ਉਹਨਾਂ ਨੇ ਚੰਦਰਮਾ ਨੂੰ ਹੀ ਰੱਬ ਸਮਝ ਲਿਆ, ਉਹਨਾਂ ਨੇ ਸੂਰਜ ਨੂੰ ਹੀ ਰੱਬ ਸਮਝ ਲਿਆ। ਅੱਜ ਵੀ ਜਿਸ ਧਰਮ ਦੇ ਵਿੱਚ ਮਨਮਤ ਦੇ ਅਨੁਸਾਰ ਜਿਵੇਂ ਸੂਰਜ ਨੂੰ ਪਾਣੀ ਦਿੱਤਾ ਜਾਂਦਾ ਹੈ, ਚੰਦਰਮੇ ਦੇ ਗ੍ਰਹਿਣ ਦੇ ਅਨੁਸਾਰ ਜਿਵੇਂ ਕਰਵਾ ਚੌਥ ਰੱਖੇ ਜਾਂਦੇ ਨੇ, ਜਿਵੇਂ ਇਸ ਪ੍ਰਕਾਰ ਕੋਈ ਪਰਹੇਜ਼ ਰੱਖਿਆ ਜਾਂਦਾ ਹੈ ਖਾਣ ਪੀਣ ਤੋਂ, ਜਿਵੇਂ ਵਰਤ ਰੱਖੇ ਜਾਂਦੇ ਹਨ, ਇਹ ਸਭ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨਮਤਾਂ ਨੇ। ਉਹਨਾਂ ਨੂੰ ਪਰਮੇਸ਼ਰ ਕਰਕੇ ਉਹਨਾਂ ਲੋਕਾਂ ਨੇ ਜਾਣਿਆ ਜਿਨ੍ਹਾਂ ਨੇ ਪਰਮ ਤਤ ਸਿਧਾਂਤ ਵਾਹਿਗੁਰੂ ਨੂੰ ਨਹੀਂ ਸਮਝਿਆ। ਕੀਤੇ ਸੂਰ ਚੰਦ ਕਹਿ ਮਾਨੈ, ਕਿੰਨੇ ਕੁ ਸੰਸਾਰ ਦੇ ਲੋਕ ਕਹਿੰਦੇ ਕਿ ਚੰਦਰਮਾ ਪਰਮੇਸ਼ਰ ਹੈ, ਤੇ ਕਿੰਨੇ ਕਹਿੰਦੇ ਸੂਰਜ ਦੇ ਵਿੱਚ ਹੀ ਸਾਰੀਆਂ ਸ਼ਕਤੀਆਂ ਹਨ। ਅਗਨ ਹੋਤਰ ਕਈ ਪਵਨ ਪਰਮਾਨੈ, ਤੇ ਕਈ ਅਗਨੀ ਨੂੰ ਰੱਬ ਸਮਝਣ ਲੱਗੇ, ਤੇ ਕਈ ਪਵਨ ਦੇ ਵਿੱਚ ਪਰਮੇਸ਼ਰ ਸਮਝਣ ਲੱਗੇ। ਕਿਨਹੂ ਪ੍ਰਭ ਪਾਹਨ ਪਹਿਚਾਨਾ, ਤੇ ਕਈਆਂ ਨੇ ਪੱਥਰ ਦੀਆਂ ਮੂਰਤੀਆਂ ਦੇ ਵਿੱਚ ਹੀ ਪਰਮੇਸ਼ਰ ਨੂੰ ਜਾਣਨਾ ਕੀਤਾ ਕਿ ਪੱਥਰਾਂ ਦੇ ਵਿੱਚੋਂ ਹੀ ਪਰਮੇਸ਼ਰ ਮਿਲੇਗਾ। ਨਾਤ ਜਿਤੇ ਨਾਤ ਕਿਤੇ ਜਲ ਕਰਤ ਵਿਧਾਨਾ, ਤੇ ਕਈ ਤੀਰਥਾਂ ਤੇ ਜਾ ਕਰਕੇ ਵਿਧੀਆਂ ਦੇ ਨਾਲ ਜਲ ਦਾ ਇਸ਼ਨਾਨ ਕਰਨ ਲੱਗੇ ਕਿ ਸ਼ਾਇਦ ਤੀਰਥਾਂ ਦੇ ਨਹਾਉਣ ਦੇ ਨਾਲ ਹੀ ਸਾਨੂੰ ਜਿਹੜਾ ਹੈ ਮੁਕਤੀ ਪ੍ਰਾਪਤ ਹੋ ਜਾਵੇਗੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀਐਸ ਹੋਰ। ਇਹੋ ਜੀ ਹਾਲਤ ਹੈ ਜਿਹੜੇ ਕਰਮ ਕਾਂਡ ਕਰਦੇ ਹੋਏ ਵਿਧੀਆਂ ਦੇ ਨਾਲ ਤੀਰਥਾਂ ਤੇ ਜਾ ਕੇ ਸੂਰਜ ਗ੍ਰਹਿਣ ਦੇ ਅਨੁਸਾਰ ਜਲ ਦਾ ਇਸ਼ਨਾਨ ਕਰਦੇ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਸਭ ਕਰਮ ਕਾਂਡ ਹਨ। ਕੀਤਕ ਕਰਮ ਕਰਤ ਡਰ ਪਾਨਾ, ਤੇ ਕਿੰਨੇ ਕੁ ਡਰਦੇ ਹੀ ਇਹ ਕਰਮ ਕਰਨ ਲੱਗ ਪਏ ਕਿ ਜੇ ਮੈਂ ਸੂਰਜ ਨੂੰ ਪਾਣੀ ਨਾ ਚੜਾਇਆ ਤੇ ਸ਼ਾਇਦ ਪਤਾ ਨਹੀਂ ਮੈਨੂੰ ਕੀ ਹੋਵੇਗਾ। ਇਉਂ ਡਰਦਿਆਂ ਹੋਇਆਂ ਹੀ ਕਈਆਂ ਨੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਕਰਮਾਂ ਕਾਂਡਾਂ ਵਿੱਚ ਫਸ ਗਏ। ਧਰਮ ਰਾਜ ਕੋ ਧਰਮ ਪਛਾਨਾ, ਧਰਮ ਰਾਜੇ ਨੂੰ ਹੀ ਪਰਮੇਸ਼ਰ ਸਮਝਣ ਲੱਗ ਪਏ, ਜਿਸ ਦੀ ਡਿਊਟੀ ਸੋ ਦੁੱਖਾਂ ਸੁੱਖਾਂ ਨੂੰ ਵੰਡਣ ਵਾਸਤੇ ਲੱਗੀ ਹੋਈ ਹੈ, ਪਾਪਾਂ ਤੇ ਪੁੰਨਾਂ ਵਾਸਤੇ ਲੱਗੀ ਹੋਈ ਹੈ ਕਿ ਕਿਹੜਾ ਪਾਪੀ ਜੀਵ ਤੇ ਕਿਹੜਾ ਪੁੰਨੀ ਜੀਵ ਹੈ। ਉਸ ਧਰਮ ਰਾਜੇ ਨੂੰ ਹੀ ਜਿਹੜੇ ਸੰਸਾਰ ਦੇ ਲੋਕ ਸਨ ਪਰਮੇਸ਼ਰ ਸਮਝਣ ਲੱਗ ਪਏ। ਜੇ ਪ੍ਰਭ ਸਾਖ ਨਿਮਿਤ ਠਹਿਰਾਏ, ਜਿਹੜੇ ਵਾਹਿਗੁਰੂ ਨੇ ਇਹ ਗਵਾਹੀ ਦੇਣ ਵਾਸਤੇ ਠਹਿਰਾਏ ਸਨ, ਬਣਾਏ ਸਨ, ਤੇ ਹਿਆਂ ਆਏ ਪ੍ਰਭੂ ਕਹਿਵਾਏ। ਉਹਨਾਂ ਨੇ ਇੱਥੇ ਆਣ ਕਰਕੇ ਦੇਵੀ ਦੇਵਤਿਆਂ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਕਹਾਉਣਾ ਕੀਤਾ। ਤਾਂ ਕੀ ਬਾਤ ਬਿਸਰ ਜਾਤੀ ਭੀ, ਤੇ ਪਰਮੇਸ਼ਰ ਦੀ ਦੱਸੀ ਹੋਈ ਗੱਲ ਜਿਹੜੀ ਸੀ ਇਹਨਾਂ ਦੇਵੀ ਦੇਵਤਿਆਂ ਨੂੰ ਵਿਸਰ ਜਾਂਦੀ ਸੀ। ਆਪਣੀ ਆਪਣੀ ਪਰਤ ਸੋਭ ਭੀ, ਤੇ ਆਪੋ ਆਪਣੀ ਸੋਭਾ ਦੇ ਵਿੱਚ ਸਾਰੇ ਪੈ ਗਏ ਕਿ ਮੈਂ ਵੱਡਾ ਹਾਂ, ਮੈਂ ਵੱਡਾ ਹਾਂ। ਆਪਣੇ ਆਪ ਨੂੰ ਸਾਰਿਆਂ ਨੇ ਵੱਡਾ ਅਖਵਾਉਣਾ ਕੀਤਾ। ਜਬ ਪ੍ਰਭ ਕੋ ਨਾ ਤਿਨੈ ਪਹਿਚਾਨਾ, ਜਦੋਂ ਇਹਨਾਂ ਦੇਵੀ ਦੇਵਤਿਆਂ ਨੇ ਵੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੂੰ ਪਛਾਣਨਾ ਨਹੀਂ ਕੀਤਾ, ਤਬ ਹਰ ਇਨ ਮਨੁੱਛਨ ਠਹਿਰਾਨਾ, ਤਦੋਂ ਵਾਹਿਗੁਰੂ ਨੇ ਮਨੁੱਖ ਜਿਹੜੇ ਸਨ ਧਰਤੀ ਦੇ ਉੱਤੇ ਪੈਦਾ ਕੀਤੇ। ਪਰ ਮਨੁੱਖ ਇਸ ਪ੍ਰਕਾਰ ਜਿਹੜੇ ਭਲੇ ਮਨੁੱਖ ਸਨ ਉਹਨਾਂ ਨੂੰ ਪੈਦਾ ਕੀਤਾ। ਤੇ ਭੀ ਬਸ ਮਮਤਾ ਹੋਏ ਗਏ, ਜਿਹੜੇ ਇਹ ਮਨੁੱਖ ਸਨ ਉਹ ਵੀ ਮਮਤਾ ਦੇ ਵਸ ਪੈ ਗਏ, ਮੋਹ ਦੇ ਜਾਲ ਦੇ ਵਿੱਚ ਫਸ ਗਏ। ਪਰਮੇਸ਼ਰ ਪਾਹਨ ਠਹਿਰਾਏ, ਤੇ ਉਹਨਾਂ ਨੇ ਸੰਸਾਰ ਦੇ ਜੀਵਾਂ ਨੂੰ ਰਾਹ ਦੱਸਣਾ ਸੀ, ਪਰ ਉਹਨਾਂ ਨੇ ਵੀ ਪੱਥਰ ਦੇ ਵਿੱਚ ਪਰਮੇਸ਼ਰ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਕਿ ਪੱਥਰ ਦੀਆਂ ਮੂਰਤੀਆਂ ਦੇ ਵਿੱਚ ਹੀ ਪਰਮੇਸ਼ਰ ਹੈ। ਤਬ ਹਰ ਸਿੱਧ ਸਾਧ ਠਹਿਰਾਏ, ਤਦੋਂ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਸਿੱਧ ਸਨ ਸ਼ਕਤੀਆਂ ਵਾਲੇ ਉਹ ਧਰਤੀ ਤੇ ਭੇਜਣਾ ਕੀਤੇ। 84 ਸਿੱਧ ਜਿਹੜੇ ਸਨ ਪੈਦਾ ਕੀਤੇ। ਤਿਨ ਪੀ ਪਰਮ ਪੁਰਖ ਨਹੀਂ ਪਾਏ, ਤੇ ਸਤਿਗੁਰੂ ਮਹਾਰਾਜ
ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕੀਤਾ। ਜੇ ਕੋਈ ਹੋਤ ਪਾਇਓ ਜਗ ਸਿਆਣਾ, ਜਿਹੜਾ ਵੀ ਕੋਈ ਜਗਤ ਦੇ ਵਿੱਚ ਰਿਧੀਆਂ ਸਿਧੀਆਂ ਦੇ ਸਹਿਤ ਸਿਆਣਾ ਹੋ ਕਰਕੇ ਪ੍ਰਗਟ ਹੋਇਆ, ਤਿਨ ਤਿਨ ਆਪਣੋ ਪੰਥ ਚਲਾਨਾ, ਉਸ ਨੇ ਆਪੋ ਆਪਣਾ ਵੱਖਰਾ ਜਿਹੜਾ ਸੀ ਰਾਹ ਚਲਾ ਲੈਣਾ ਕੀਤਾ। ਪਰਮ ਪੁਰਖ ਕਿਨਹੂ ਨਹਿ ਪਾਇਓ, ਤੇ ਕਿਸੇ ਨੇ ਵੀ ਪਰਮ ਪੁਰਖ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਨਾ ਕੀਤਾ। ਬੈਰ ਬਾਦ ਹੰਕਾਰ ਵਢਾਇਓ, ਤੇ ਵਿਅਰਥ ਹੀ ਬਾਦ ਝਗੜੇ ਪੈਦਾ ਕਰ ਲਏ, ਹੰਕਾਰ ਵਧਾ ਲਿਆ ਕਿ ਨਹੀਂ ਮੁਸਲਮਾਨ ਧਰਮ ਚੰਗਾ ਏ, ਹਿੰਦੂ ਧਰਮ ਚੰਗਾ ਏ, ਉਹ ਧਰਮ ਚੰਗਾ ਹੈ। ਧਰਮਾਂ ਦੇ ਵਿੱਚ ਆਪਣੀਆਂ ਜਾਤੀਆਂ ਨੂੰ ਵੰਡ ਲੈਣਾ ਕੀਤਾ, ਆ ਉੱਚਾ ਏ ਆ ਨੀਵਾਂ ਏ। ਇਉਂ ਸੰਸਾਰ ਦੇ ਵਿੱਚ ਜਾਤੀਆਂ ਬਣ ਗਈਆਂ, ਵੈਰ ਵਿਰੋਧ ਵੱਧ ਗਿਆ, ਹੰਕਾਰ ਹੋਣ ਲੱਗ ਪਿਆ। ਸਤਿਗੁਰੂ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਨੇ ਵੀ ਜਾਣਨਾ ਨਹੀਂ ਕੀਤਾ। ਜਿਵੇਂ ਅੱਜ ਕੱਲ੍ਹ ਦੇ ਭਿਆਨਕ ਸਮੇਂ ਦੇ ਵਿੱਚ ਸਭ ਕੁਝ ਵਰਤ ਰਿਹਾ ਹੈ, ਜਿਸ ਦੇ ਕੋਲ ਥੋੜ੍ਹੀ ਜਿੰਨੀ ਕੋਈ ਸ਼ਕਤੀ ਆਉਂਦੀ ਹੈ, ਕਿਸੇ ਨੂੰ ਕੋਈ ਲੀਡਰ ਸਲਾਮ ਕਰ ਦਿੰਦਾ ਤੇ ਉਹ ਉੱਠ ਕਰਕੇ ਸੰਤ ਬਣ ਕੇ ਪ੍ਰਗਟ ਹੋ ਜਾਂਦਾ ਹੈ, ਆਪਣੀ ਵੱਖਰੀ ਹੀ ਬਾਣੀ ਲਿਖਣ ਦੀ ਸਮਰੱਥਾ ਰੱਖਣ ਲੱਗ ਪੈਂਦਾ ਏ ਤੇ ਪ੍ਰਤੱਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਤੁਲ ਜਾਂਦਾ। ਐਸੇ ਪਖੰਡੀਆਂ ਬਾਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਕਿ ਉਹਨਾਂ ਦੀ ਹਾਲਤ ਕੀ ਹੋਵੇਗੀ, ਸਤਿਗੁਰੂ ਅੱਗੇ ਪੰਕਤੀਆਂ ਦੇ ਵਿੱਚ ਦੱਸਣਗੇ। ਪੇੜ ਪਾਤ ਆਪਨ ਤੇ ਜਲੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਸੁੱਕਾ ਪੇੜ ਹੋਵੇ ਤੇ ਉਸ ਦੇ ਜਿਹੜੇ ਪੱਤੇ ਨੇ ਉਹ ਵੀ ਸੁੱਕ ਜਾਂਦੇ ਨੇ, ਤੇ ਜਦੋਂ ਜੰਗਲ ਦੇ ਵਿੱਚ ਅੱਗ ਲੱਗਦੀ ਆ ਨਾ, ਉਹ ਰੁੱਖ ਸੁੱਕਾ ਹੋਇਆ ਆਪਣੇ ਪੱਤਿਆਂ ਦੇ ਨਾਲ ਹੀ ਸੜ ਜਾਂਦਾ, ਜਲ ਜਾਂਦਾ ਹੈ। ਪ੍ਰਭ ਕੈ ਪੰਥ ਨ ਕੋ ਚੱਲੈ, ਤੇ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੁੱਕੇ ਰੁੱਖ ਦੀ ਨਿਆਈ ਜਿਹੜੇ ਪਖੰਡੀ ਹਨ, ਭਣਿਆੜੂ ਵਰਗੇ, ਮਹਾਰਾਜ ਕਹਿੰਦੇ ਆਪਣੇ ਚੇਲਿਆਂ ਦੇ ਕਰਕੇ ਹੀ ਉਹ ਸੜ ਜਾਣਗੇ, ਮਰ ਜਾਣਗੇ। ਆਪਣੇ ਚੇਲਿਆਂ ਦੇ ਕਰਕੇ ਹੀ ਉਹਨਾਂ ਨੂੰ ਨਰਕਾਂ ਦੇ ਵਿੱਚ ਸਜ਼ਾਵਾਂ ਮਿਲਣਗੀਆਂ। ਮਹਾਰਾਜ ਕਹਿੰਦੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਪੰਥ ਦੇ ਉੱਤੇ, ਰਸਤੇ ਦੇ ਉੱਤੇ, ਸਿੱਖੀ ਦੇ ਰਸਤੇ ਦੇ ਉੱਤੇ ਐਸਾ ਪਖੰਡੀ ਕੋਈ ਵੀ ਚੱਲ ਨਹੀਂ ਸਕਦਾ। ਜਿਨ ਜਿਨ ਤਨਕ ਸਿੱਧ ਕੋ ਪਾਇਓ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਵੀ ਤਨਕ ਥੋੜੀ ਜਿੰਨੀ ਵੀ ਸ਼ਕਤੀ ਨੂੰ ਪ੍ਰਾਪਤ ਕੀਤਾ, ਤਿਨ ਤਿਨ ਆਪਣਾ ਰਾਹ ਚਲਾਇਓ। ਉਸ ਦੇਵੀ ਦੇਵਤੇ ਨੇ, ਉਸ ਪਖੰਡੀ ਨੇ ਆਪੋ ਆਪਣਾ ਵੱਖਰਾ ਰਾਹ ਜਿਹੜਾ ਸੀ ਚਲਾ ਲੈਣਾ ਕੀਤਾ ਕਿ ਇਸ ਪ੍ਰਕਾਰ ਚੌਂਕੜੇ ਲਾ ਕਰਕੇ ਲਾਈਟਾਂ ਦੇ ਸਾਹਮਣੇ ਤੁਹਾਨੂੰ ਰੌਸ਼ਨੀ ਵਿਖਾ ਕਰਕੇ ਰੱਬ ਮਿਲਾ ਦਿੰਦੇ ਆ, ਕੰਨਾਂ ਵਿੱਚ ਫੂਕ ਮਾਰ ਕਰਕੇ ਮੰਤਰ ਮਿਲੇਗਾ ਤੇ ਪਰਮੇਸ਼ਰ ਮਿਲ ਜਾਵੇਗਾ। ਇਉਂ ਵੱਖੋ ਵੱਖਰੇ ਆਪਣੇ ਰਾਹ ਜਿਹੜੇ ਸੀ ਚਲਾ ਲਏ, ਜਿਨ੍ਹਾਂ ਨੂੰ ਸਰਕਾਰ ਦੇ ਕੋਲੋਂ ਸ਼ਕਤੀਆਂ ਪ੍ਰਾਪਤ ਹੋਈਆਂ ਜਾਂ ਥੋੜੀਆਂ ਬਹੁਤੀਆਂ ਰਿਧੀਆਂ ਸਿੱਧੀਆਂ ਆ ਗਈਆਂ, ਸੰਸਾਰ ਦੇ ਲੋਕਾਂ ਨੂੰ ਮਗਰ ਲਾ ਲਿਆ। ਸਤਿਗੁਰੂ ਪ੍ਰਤੱਖ ਕਹਿ ਰਹੇ ਨੇ ਜਿਨ ਜਿਨ ਤਨਕ ਸਿੱਧ ਕੋ ਪਾਇਓ, ਜਿਨ੍ਹਾਂ ਨੇ ਥੋੜੀ ਜਿੰਨੀ ਵੀ ਸਿੱਧੀ ਸ਼ਕਤੀ ਨੂੰ ਪ੍ਰਾਪਤ ਕੀਤਾ, ਪਰਮੇਸ਼ਰ ਨਾ ਕਿਨਹੂ ਪਹਿਚਾਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਵਾਹਿਗੁਰੂ ਨੂੰ ਕਿਸੇ ਨਹੀਂ ਪਛਾਣਨਾ ਕੀਤਾ। ਮਮ ਉਚਾਰ ਤੇ ਭਇਓ ਦੀਵਾਨਾ, ਤੇ ਇਸੇ ਗੱਲ ਦੇ ਵਿੱਚ ਹੀ ਦੀਵਾਨੇ ਪਾਗਲ ਹੋ ਗਏ ਕਿ ਮੈਂ ਹੋਈਆਂ ਆਪਣੇ ਆਪ ਨੂੰ ਮੈਂ ਕਰਦੇ ਹੋਏ ਸਾਰੇ ਬੌਰੇ ਹੋਏ ਸੰਸਾਰ ਤੋਂ ਚਲੇ ਗਏ। ਪਰਮ ਤਤ ਕਿਨਹੂ ਨਾ ਪਛਾਨਾ, ਪਰਮ ਤਤ ਸਿਧਾਂਤ ਰੂਪ ਪਰਮੇਸ਼ਰ ਵਾਹਿਗੁਰੂ ਨੂੰ ਕਿਸੇ ਨੇ ਨਹੀਂ ਪਛਾਣਿਆ। ਆਪੇ ਆਪ ਭੀਤਰ ਉਰਜਾਨਾ, ਆਪੋ ਆਪਣੇ ਵਡਿਆਈ ਦੇ ਵਿੱਚ, ਆਪੋ ਆਪਣੀ ਸ਼ੋਭਾ ਦੇ ਵਿੱਚ ਰੋਜ਼ਾਨਾ ਸਾਰੇ ਹੀ ਫਸ ਗਏ ਕਿ ਮੇਰੀ ਜ਼ਿਆਦੀ ਵਡਿਆਈ ਹੋਣੀ ਚਾਹੀਦੀ ਹੈ। ਜਿਵੇਂ ਅੱਜ ਕੱਲ੍ਹ ਵੀ ਰਿਵਾਜ ਚੱਲਿਆ ਹੈ ਕਿ ਜਿਸ ਦੇ ਕੋਲ ਜ਼ਿਆਦੀਆਂ ਏਸੀ ਗੱਡੀਆਂ ਹੋਣ ਉਹੋ ਹੀ ਵੱਡਾ ਸੰਤ ਹੈ, ਜਿਸ ਦੇ ਕੋਲ ਜ਼ਿਆਦਾ ਅਸਲਾ ਤੇ ਬੰਦੂਕਾਂ ਹੋਣ ਉਹੋ ਹੀ ਜ਼ਿਆਦਾ ਵੱਡਾ ਸੰਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਤੇ ਬਥੇਰੇ ਪਖੰਡੀ ਪਹਿਲੋਂ ਸੰਸਾਰ ਤੇ ਹੋ ਕੇ ਚਲੇ ਗਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪੋ ਆਪਣੀ ਵਡਿਆਈ ਦੇ ਵਿੱਚ ਉਰਜੇ ਸਾਰੇ ਫਸੇ ਰਹੇ। ਤਬ ਜੇ ਰਿਖ ਰਾਜ ਬਨਾਏ, ਫਿਰ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਰਿਖੀ ਰਾਜ ਸਨ, ਸ਼੍ਰੋਮਣੀ ਰਿਖੀ, ਉਹ ਧਰਤੀ ਤੇ ਪ੍ਰਗਟ ਕਰਨਾ ਕੀਤੇ ਕਿ ਚਲੋ ਰਿਖੀ ਸਮਾਧੀਆਂ ਲਾ ਕੇ ਬੰਦਗੀ ਕਰਦੇ ਨੇ ਤੇ ਰਿਖੀਆਂ ਨੂੰ ਹੀ ਧਰਤੀ ਤੇ ਪ੍ਰਗਟ ਕਰੀਏ ਜੋ ਸੰਸਾਰ ਨੂੰ ਸਿੱਧੇ ਰਸਤੇ ਤੇ ਪਾਉਣ। ਤਿਨ ਆਪਨ ਪੁਨ ਸਿਮਰਤ ਚਲਾਏ, ਤੇ ਰਿਖੀਆਂ ਨੇ ਆ ਕਰਕੇ ਕੀ ਕੀਤਾ, ਉਹਨਾਂ ਨੇ ਆਪਣੀਆਂ ਜਿਹੜੀਆਂ ਸਿਮਰਤੀਆਂ ਸਨ ਉਹ ਬਣਾਉਣੀਆਂ ਕੀਤੀਆਂ। ਜੇ ਸਿਮਰਤਨ ਕੇ ਭਏ ਅਨੁਰਾਗੀ, ਮਹਾਰਾਜ ਕਹਿੰਦੇ ਜਿਹੜੇ ਸੰਸਾਰ ਦੇ ਜੀਵ ਸਿਮਰਤੀਆਂ ਦੇ ਅਨੁਸਾਰ ਚੱਲਣ ਲੱਗੇ ਉਹਨਾਂ ਦੇ ਪ੍ਰੇਮੀ ਹੋਏ। ਤਿਨ ਤਿਨ ਕਿਰਿਆ ਬ੍ਰਹਮ ਕੀ ਤਿਆਗੀ, ਉਹਨਾਂ ਨੇ ਕਰਮਾਂ ਕਾਂਡਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਉਰਝਾ ਲਿਆ ਤੇ ਪਰਮੇਸ਼ਰ ਵਾਹਿਗੁਰੂ ਦੀ ਬ੍ਰਹਮ ਦੀ ਜਿਹੜੀ ਰੀਤੀ ਸੀ, ਸਤਿਗੁਰੂ ਮਹਾਰਾਜ ਦੀ ਸਿੱਖੀ ਸੀ ਜਿਹੜੀ ਉਹ ਤਿਆਗ ਦਿੱਤੀ, ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਦਿੱਤਾ। ਜਨ ਮਨ ਹਰ ਚਰਨਨ ਠਹਿਰਾਇਓ, ਤੇ ਜਿਨ੍ਹਾਂ ਦਾ ਪਰਮੇਸ਼ਰ ਦੇ ਮਨ ਜਿਹੜਾ ਸੀ ਚਰਨਾਂ ਦੇ ਵਿੱਚ ਠਹਿਰ ਗਿਆ, ਲੱਗ ਗਿਆ, ਸੋ ਸਿਮਰਤਨ ਕੇ ਰਾਹ ਨਾ ਆਇਓ। ਉਹਨਾਂ ਨੇ ਸਿਮਰਤੀਆਂ ਦਾ ਰਾਹ ਨਹੀਂ ਅਖਤਿਆਰ ਕੀਤਾ, ਉਹ ਸਿਮਰਤੀਆਂ ਦੇ ਕਰਮਾਂ ਕਾਂਡਾਂ ਦੇ ਨਾਲ ਨਹੀਂ
ਚੱਲੇ ਕਿ ਕਿਸ ਪ੍ਰਕਾਰ ਤੀਰਥਾਂ ਤੇ ਜਾ ਕਰਕੇ ਕਿਹੜੀ ਚੀਜ਼ ਦਾਨ ਕਰਨ ਦਾ ਬਹੁਤਾ ਫਲ ਲੱਗਦਾ ਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਸਾਰੇ ਕਰਮਾਂ ਕਾਂਡਾਂ ਨੂੰ ਛੱਡ ਕਰਕੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਵਿੱਚ ਵਸਾਇਆ ਤੇ ਸਿਮਰਤੀਆਂ ਦੇ ਕਰਮਾਂ ਕਾਂਡਾਂ ਨੂੰ ਛੱਡ ਦਿੱਤਾ। ਬ੍ਰਹਮਾਚਾਰ ਹੀ ਵੇਦ ਬਣਾਏ ਤੇ ਬ੍ਰਹਮਾ ਜੀ ਨੇ ਪ੍ਰਗਟ ਹੋ ਕਰਕੇ 4 ਵੇਦ ਜਿਹੜੇ ਸਨ ਰਚੇ। ਸਰਬ ਲੋਕ ਤੇ ਕਰਮ ਚਲਾਏ ਸੰਸਾਰ ਦੇ ਸਾਰੇ ਲੋਕ ਜਿਹੜੇ ਸਨ ਉਹ 4 ਵੇਦਾਂ ਦੇ ਕਰਮਾਂ ਦੇ ਅਨੁਸਾਰ ਚਲਾਉਣਾ ਕੀਤੇ। ਜਿਨ ਕੀ ਲਿਵ ਹਰ ਚਰਨਨ ਲਾਗੀ ਗੁਰੂ ਕਲਗੀਧਰ ਸਾਹਿਬ ਕਹਿੰਦੇ ਜਿਨ੍ਹਾਂ ਦੀ ਲਿਵ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੱਗ ਗਈ ਸੇ ਬੇਦਨ ਤੇ ਭਏ ਤਿਆਗੀ ਉਹਨਾਂ ਨੇ ਵੇਦਾਂ ਦੀ ਰੀਤੀ ਨੂੰ ਛੱਡ ਦਿੱਤਾ। ਵੇਦਾਂ ਦੇ ਅਨੁਸਾਰ ਨਹੀਂ ਚੱਲੇ ਕਿ ਵੇਦਾਂ ਦੇ ਵਿੱਚ ਆਹ ਉਪਦੇਸ਼ ਲਿਖਿਆ ਹੋਇਆ ਹੈ, ਨਹੀਂ ਉਹ ਤੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ। ਜਿਨ ਮਤ ਬੇਦਕ ਤੇ ਬਨ ਤਿਆਗੀ ਤੇ ਜਿਨ੍ਹਾਂ ਨੇ ਵੇਦਾਂ ਕਿਤਾਬਾਂ ਦੀ ਜਿਹੜੀ ਮਤ ਸੀ ਛੱਡ ਦਿੱਤੀ, ਕਰਮ ਕਾਂਡ ਛੱਡ ਦਿੱਤੇ। ਪਾਰ ਬ੍ਰਹਮ ਕੇ ਭਏ ਅਨੁਰਾਗੀ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਉਸ ਵਾਹਿਗੁਰੂ ਦੇ ਨਾਮ ਦੇ ਅਨੁਰਾਗੀ ਪ੍ਰੇਮੀ ਹੋ ਗਏ। ਤਿਨ ਕੇ ਗੂੜ ਮਤ ਜੇ ਚਲਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਗੂੜ ਮਤ ਦੇ ਵਿੱਚ ਜਿਹੜੇ ਸੰਸਾਰ ਦੇ ਲੋਕ ਚੱਲੇ ਜਿਨ੍ਹਾਂ ਨੇ ਨਾਮ ਨੂੰ ਗ੍ਰਹਿਣ ਕੀਤਾ। ਭਾਂਤ ਅਨੇਕ ਦੁੱਖਨ ਸੋ ਦਲਹੀ ਅਨੇਕਾਂ ਤਰੀਕਿਆਂ ਦੇ ਜਿਹੜੇ ਉਹਨਾਂ ਦੇ ਦੁੱਖ ਸਨ ਉਹ ਦਲੇ ਗਏ, ਨਾਸ ਹੋ ਗਏ ਪਰਮੇਸ਼ਰ ਵਾਹਿਗੁਰੂ ਨੂੰ ਮੰਨਣ ਕਰਕੇ। ਜੇ ਸਹਿਤ ਜਾ ਤਨ ਸੰਦੇਹ ਤੇ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਇਸ ਪ੍ਰਕਾਰ ਧਾਰਨ ਕੀਤਾ ਹੈ, ਆਪਣੇ ਸਰੀਰ ਦੇ ਉੱਤੇ ਜਿਹੜੇ ਸਨ ਦੁੱਖ ਸਹਾਰਨਾ ਕੀਤੇ। ਪ੍ਰਭ ਕੋ ਸੰਗ ਨ ਛਾੜਤ ਨੇਹ ਆਪਣੇ ਸਰੀਰ ਦੇ ਉੱਤੇ ਦੁੱਖਾਂ ਨੂੰ ਸਹਾਰ ਕਰਕੇ ਵੀ ਪਰਮੇਸ਼ਰ ਵਾਹਿਗੁਰੂ ਦਾ ਨੇਹ ਪਿਆਰ ਨਹੀਂ ਤਿਆਗਿਆ। ਤੇ ਪਰਮਪੁਰੀ ਕਹਿ ਜਾਹੀ ਮਹਾਰਾਜ ਕਹਿੰਦੇ ਉਹ ਸੰਸਾਰ ਦੇ ਜੀਵ ਜਿਹੜੇ ਨੇ ਪਰਮਪੁਰੀ ਪਰਮੇਸ਼ਰ ਵਾਹਿਗੁਰੂ ਦੀ ਪੁਰੀ ਸੱਚਖੰਡ ਨੂੰ ਜਾਣਗੇ। ਤਿਨ ਹਰ ਸਿਓ ਅੰਤਰ ਕਛ ਨਾਹੀ ਉਸ ਜੀਵ ਦੇ ਵਿੱਚ, ਉਸ ਸਿੱਖ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਹੈ, ਫਰਕ ਨਹੀਂ ਹੈ। ਜਿਨ੍ਹਾਂ ਆਪਣੇ ਸਰੀਰ ਦੇ ਉੱਤੇ ਕਸ਼ਟ ਸਹਾਰ ਕਰਕੇ ਪਰਮੇਸ਼ਰ ਦੀ ਪ੍ਰੀਤੀ ਨਹੀਂ ਛੱਡੀ ਤੇ ਜਿਨ੍ਹਾਂ ਆਪਣੇ ਸਰੀਰ ਨਾਲ ਪਿਆਰ ਕੀਤਾ ਹੈ, ਉੱਠਣਾ ਭਾਵੇਂ 9 ਵਜੇ ਹੋਵੇ ਪਰ ਜਾਣਾ ਪਖੰਡੀਆਂ ਦੇ ਮੱਥਾ ਟੇਕਣ, ਉੱਠੋ ਭਾਵੇਂ 12 ਵਜੇ ਪਰ ਨਿਤਨੇਮ ਕੋਈ ਨਹੀਂ ਕਰਨਾ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸਰੀਰ ਤੇ ਕੋਈ ਕਸ਼ਟ ਹੀ ਨਹੀਂ ਝੱਲਿਆ, ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਤੇ ਸਤਿਗੁਰੂ ਕਹਿੰਦੇ ਇੱਧਰ ਜਿਨ੍ਹਾਂ ਨੇ ਸਿਮਰਨ ਕੀਤਾ ਆਪਣੇ ਸਰੀਰ ਦੇ ਉੱਤੇ ਕਸ਼ਟ ਸਹਾਰ ਕਰਕੇ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਸੱਚਖੰਡ ਜਿਹੜਾ ਘਰ ਹੈ ਉਸ ਦੀ ਪ੍ਰਾਪਤੀ ਹੋਵੇਗੀ ਤੇ ਸਾਰੇ ਦੁੱਖ ਜਿਹੜੇ ਹਨ ਨਾਸ ਹੋਣਗੇ। ਜੇ ਜੀ ਜਾ ਤਨ ਤੇ ਡਰੇ ਤੇ ਜਿਹੜੇ ਜੀਵ ਜਿਹੜੇ ਸਨ ਆਪਣੇ ਸਰੀਰ ਦੇ ਕਸ਼ਟਾਂ ਤੋਂ ਡਰਦੇ ਸਨ, ਪਰਮ ਪੁਰਖ ਤਜ ਤਿਨ ਮਗ ਪਰੇ ਉਹ ਪਰਮੇਸ਼ਰ ਵਾਹਿਗੁਰੂ ਦੇ ਮਾਰਗ ਨੂੰ ਛੱਡ ਕਰਕੇ ਤੇ ਪਖੰਡੀਆਂ ਦੇ ਰਸਤੇ ਦੇ ਉੱਤੇ ਚੱਲ ਪਏ। ਕਿਉਂਕਿ ਉਧਰ ਬਹੁਤੀ ਜਿਹੜਾ ਕਸ਼ਟ ਨਹੀਂ ਕਰਨਾ ਪੈਂਦਾ, ਅੰਮ੍ਰਿਤ ਵੇਲੇ ਉੱਠਣ ਤੋਂ ਕੋਈ ਨਹੀਂ ਕਹਿੰਦਾ, ਗੁਰਸਿੱਖੀ ਕਮਾਉਣ ਵਾਸਤੇ ਕੋਈ ਨਹੀਂ ਕਹਿੰਦਾ, ਪਰਾਈ ਇਸਤਰੀ ਦਾ ਤਿਆਗ ਕਰਨ ਵਾਸਤੇ ਕੋਈ ਨਹੀਂ ਕਹਿੰਦਾ, 4 ਬਰਜਰ ਕਰਾਤਾਂ ਛੱਡਣ ਵਾਸਤੇ ਕੋਈ ਨਹੀਂ ਕਹਿੰਦਾ, ਤੇ ਸੌਖਾ ਰਸਤਾ ਜਾਣ ਕਰਕੇ ਸੰਸਾਰ ਦੇ ਲੋਕ ਉਧਰ ਨੂੰ ਤੁਰ ਪੈਂਦੇ ਨੇ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਕਮਾਇਆ ਏ, ਸੰਸਾਰ ਦੇ ਵਿੱਚ ਰਹਿ ਕਰਕੇ 4 ਬਰਜਰ ਕਰਾਤਾਂ ਤੋਂ ਬਚ ਕਰਕੇ ਨਸ਼ਿਆਂ ਦਾ ਤਿਆਗ ਕਰਕੇ ਵਾਹਿਗੁਰੂ ਦਾ ਭਜਨ ਕੀਤਾ, ਉਹਨਾਂ ਨੂੰ ਸੱਚਖੰਡ ਦੀ ਦਾਤ ਪ੍ਰਾਪਤ ਹੋਵੇਗੀ। ਤੇ ਜਿਨ੍ਹਾਂ ਨੇ ਸਰੀਰ ਦੇ ਸੁੱਖਾਂ ਨੂੰ ਹੰਡਾਇਆ ਹੈ ਇਸ ਧਰਤੀ ਦੇ ਉੱਤੇ ਰਹਿ ਕਰਕੇ, ਪਰਮੇਸ਼ਰ ਦੇ ਰਸਤੇ ਨੂੰ ਉਹਨਾਂ ਨੇ ਛੱਡ ਦਿੱਤਾ। ਤੇ ਨਰਕ ਕੁੰਡ ਮੋਹ ਪਰਹੀ ਮਹਾਰਾਜ ਕਹਿੰਦੇ ਉਹ ਸਾਰੇ ਦੇ ਸਾਰੇ ਜੀਵ ਜਿਹੜੇ ਨਰਕਾਂ ਦੇ ਕੁੰਡਾਂ ਵਿੱਚ ਪੈਣਗੇ ਜਿਨ੍ਹਾਂ ਨੇ ਪਰਮੇਸ਼ਰ ਦਾ ਭਜਨ ਨਹੀਂ ਕੀਤਾ, ਸੰਸਾਰ ਦੇ ਵਿੱਚ ਆ ਕਰਕੇ ਆਪਣੇ ਸਰੀਰਾਂ ਦੇ ਸੁੱਖਾਂ ਨੂੰ ਭੋਗਿਆ। ਬਾਰ ਜਗ ਮੋਹ ਬਾਪ ਧਰਹੀ ਤੇ ਬਾਰ ਉਹਨਾਂ ਨੂੰ ਜਗਤ ਦੇ ਵਿੱਚ ਜਨਮ ਧਾਰਨਾ ਪਵੇਗਾ, ਭਾਵ 84 ਲੱਖ ਜੂਨਾਂ ਦੇ ਵਿੱਚ ਭਟਕਣਾ ਪਵੇਗਾ। ਤਬ ਹਰ ਬਹੁਰ ਦਾਤੇ ਉਪਜਾਇਓ ਜਦੋਂ ਇਹਨਾਂ ਕੋਲੋਂ ਵੀ ਨਹੀਂ ਸਰਿਆ, ਰਿਸ਼ੀਆਂ ਦੇ ਕੋਲੋਂ ਵੀ ਕੁਝ ਸਰਿਆ ਨਹੀਂ, ਤੇ ਇਸ ਸਮੇਂ ਅਕਾਲ ਪੁਰਖ ਵਾਹਿਗੁਰੂ ਨੇ ਦੱਤਾਤਰੇय ਜਿਹੜਾ ਸੀ ਉਹ ਪੈਦਾ ਕੀਤਾ। ਤਿਨ ਪੀ ਆਪਣਾ ਪੰਥ ਚਲਾਇਓ ਦੱਤਾਤਰੇय ਨੇ ਆਪਣਾ ਵੱਖਰਾ ਹੀ ਪੰਥ ਚਲਾ ਦਿੱਤਾ। ਉਹਦਾ ਸਰੂਪ ਕਿਹੋ ਜਿਹਾ ਸੀ? ਸਿਰ ਦੇ ਉੱਤੇ ਉਹਨਾਂ ਨੇ ਜਟਾਂ ਬਣਾਈਆਂ ਹੋਈਆਂ ਸਨ, ਸਤਿਗੁਰੂ ਦੱਸਦੇ ਹਨ। ਕਰ ਮੋਹ ਨਖ ਸਿਰ ਜਟਾ ਸਵਾਰੀ ਕਰ ਮੋਹ ਨਖ, ਕਰ ਹੱਥ, ਮੋਹ ਵਿੱਚ ਤੇ ਨਖ 9 ਜਿਹੜੇ ਸਨ ਵੱਡੇ ਵੱਡੇ ਉਸਨੇ ਵਧਾਉਣਾ ਕੀਤੇ, ਤੇ ਸਿਰ ਦੇ ਉੱਤੇ ਜਿਹੜੀਆਂ ਜਟਾਵਾਂ ਸਨ ਉਹ ਬਣਾ ਲਈਆਂ। ਤੇ ਜਿਹੜੇ ਇਸ ਪ੍ਰਕਾਰ ਮਾਈਆਂ ਬੀਬੀਆਂ ਹੱਥਾਂ ਦੇ 9 ਵਧਾਉਂਦੀਆਂ ਹਨ ਉਹ ਦੱਤਾਤਰੇय ਦੀ ਕੁਲ ਦੇ ਵਿੱਚੋਂ ਹੀ ਸਮਝਣ, ਕਿਉਂਕਿ ਦੱਤਾਤਰੇय ਹੀ 9 ਵਧਾਉਂਦਾ ਹੈ। ਗੁਰਸਿੱਖਾਂ ਦੇ ਵਿੱਚ ਤੇ 9 ਵਧਾਉਣ ਦੀ ਆਗਿਆ ਨਹੀਂ ਹੈ, ਸਰੀਰ ਦੀ ਸਫਾਈ ਰੱਖਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਦੱਤਾਤਰੇय ਨੂੰ ਪੈਦਾ ਕੀਤਾ, ਉਸ ਨੇ ਆਪਣਾ ਸਰੂਪ ਕਿਹੋ ਜਿਹਾ ਬਣਾਇਆ, ਹੱਥਾਂ ਦੇ 9 ਵਧਾ ਲਏ ਤੇ ਸਿਰ ਦੀਆਂ ਜਟਾਂ ਬਣਾ ਲਈਆਂ। ਪ੍ਰਭ ਕੀ
ਕਿਰਿਆ ਕਛੂ ਨਾ ਵਿਚਾਰੀ। ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਨਾਮ ਦੀ ਕਿਰਿਆ ਸੀ ਨਾ, ਉਹ ਥੋੜੀ ਮਾਤਰ ਵੀ ਹਿਰਦੇ ਦੇ ਵਿੱਚ ਨਹੀਂ ਵਿਚਾਰਨਾ ਕੀਤੀ। ਪੁਨ ਹਰ ਗੋਰਖ ਕੋ ਉਪਰਾਜਾ। ਫਿਰ ਅਕਾਲ ਪੁਰਖ ਵਾਹਿਗੁਰੂ ਨੇ ਗੋਰਖਨਾਥ ਜਿਹੜਾ ਸੀ ਉਹ ਪੈਦਾ ਕੀਤਾ। ਸਿੱਖ ਕਰੇ ਤੈਨਹੂ ਵੱਡ ਰਾਜਾ। ਉਹਨੇ ਆਪਣੀ ਸ਼ਕਤੀ ਦਾ ਨਾਲ ਵੱਡੇ ਵੱਡੇ ਜਿਹੜੇ ਰਾਜੇ ਸਨ ਉਹਨਾਂ ਨੂੰ ਆਪਣੇ ਚੇਲੇ ਬਣਾ ਲਿਆ। ਸ਼ਰਵਨ ਫਾਰ ਮੁੰਦਰਾ ਦੁਆਇ ਡਾਰੀ। ਵੱਡੇ ਵੱਡੇ ਰਾਜਿਆਂ ਨੂੰ ਆਪਣੇ ਚੇਲੇ ਬਣਾ ਕਰਕੇ ਉਹਨਾਂ ਦੇ ਦੋਹਾਂ ਕੰਨਾਂ ਨੂੰ ਪਾੜ ਕਰਕੇ ਕੱਚ ਦੀਆਂ ਮੁੰਦਰਾਂ ਵਿੱਚ ਪਾ ਦਿੱਤੀਆਂ। ਹਰ ਕੀ ਪ੍ਰੀਤ ਰੀਤ ਨਾ ਵਿਚਾਰੀ। ਜਿਹੜੀ ਪਰਮੇਸ਼ਰ ਦੇ ਪਿਆਰ ਵਾਲੀ, ਨਾਮ ਦੇ ਪਿਆਰ ਵਾਲੀ, ਭਗਤੀ ਵਾਲੀ, ਪ੍ਰੇਮ ਵਾਲੀ ਮਰਜ਼ਾਦਾ ਸੀ, ਉਸ ਦੀ ਵਿਚਾਰ ਨਾ ਸੰਸਾਰ ਦੇ ਵਿੱਚ ਆ ਕੇ ਲੋਕਾਂ ਨੂੰ ਦੱਸੀ। ਪੁਨ ਹਰ ਰਾਮਾਨੰਦ ਕੋ ਕਰਾ। ਫਿਰ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਰਾਮਾਨੰਦ ਸੀ ਉਸ ਨੂੰ ਪ੍ਰਗਟ ਕੀਤਾ। ਭੇਸ ਬੈਰਾਗੀ ਕੋ ਜਨ ਧਰਾ। ਜਿਸ ਨੇ ਬੈਰਾਗੀਆਂ ਦਾ ਲਿਬਾਸ ਸੰਸਾਰ ਦੇ ਵਿੱਚ ਪ੍ਰਗਟ ਕੀਤਾ। ਕੰਠੀ ਕੰਠ ਕਾਠ ਕੀ ਡਾਰੀ। ਕੰਠੀ ਮਾਲਾ ਜਿਹੜੀ ਸੀ ਨਾ, ਆਪਣੇ ਕੰਠ ਗਲ ਦੇ ਵਿੱਚ ਕਾਠ ਲੱਕੜ ਦੀ ਉਸਨੇ ਪਾਉਣਾ ਕੀਤੀ। ਜਿਹੜੀ ਰੁਦਰਾਖ ਦੀ ਮਾਲਾ ਹੁੰਦੀ ਆ ਉਹ ਰਾਮਾਨੰਦ ਨੇ ਆਪਣੇ ਗਲ ਵਿੱਚ ਪਾਈ। ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ। ਤੇ ਪਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਭਗਤੀ ਦੀ ਕਿਰਿਆ ਜਿਹੜੀ ਸੀ ਉਸ ਦੀ ਤਨਕ ਮਾਤਰ ਵੀ ਵਿਚਾਰ ਨਾ ਕੀਤੀ। ਜੇ ਪ੍ਰਭ ਪਰਮ ਪੁਰਖ ਉਪਜਾਏ। ਤੇ ਜੇ ਜਿਹੜੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਵੱਡੇ ਪੁਰਖ ਜਿਹੜੇ ਸਨ ਸ਼ਕਤੀ ਵਾਲੇ ਉਪਜਾਏ ਪੈਦਾ ਕੀਤੇ, ਤਿਨ ਤਨ ਆਪਣੇ ਰਾਹ ਚਲਾਏ। ਉਹਨਾਂ ਨੇ ਆਪੋ ਆਪਣੇ ਵੱਖਰੇ ਵੱਖਰੇ ਜਿਹੜੇ ਸਨ ਰਾਹ ਸੰਸਾਰ ਦੇ ਵਿੱਚ ਚਲਾ ਲਏ। ਮਹਾਦੀਨ ਤਵ ਪ੍ਰਭ ਉਪਰਾਜਾ। ਤੇ ਇਸ ਸਮੇਂ ਅਕਾਲ ਪੁਰਖ ਵਾਹਿਗੁਰੂ ਨੇ ਮਹਾਦੀਨ ਭਾਵ ਮੁਹੰਮਦ ਨੂੰ ਪ੍ਰਗਟ ਕਰਨਾ ਕੀਤਾ। ਅਰਬ ਦੇਸ਼ ਕੋ ਕੀਨੋ ਰਾਜਾ। ਇਸ ਨੂੰ ਅਰਬ ਦੇਸ਼ ਦਾ ਰਾਜਾ ਸਤਿਗੁਰੂ ਨੇ ਬਣਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਗਟ ਕੀਤਾ। ਤਿਨ ਪੀ ਏਕ ਪੰਥ ਉਪਰਾਜਾ। ਮੁਹੰਮਦ ਸਾਹਿਬ ਨੇ ਵੀ ਆਪਣਾ ਇੱਕ ਪੰਥ ਜਿਹੜਾ ਸੀ ਉਪਰਾਜਾ ਪ੍ਰਗਟ ਕਰ ਦਿੱਤਾ। ਲਿੰਗ ਬਿਨਾ ਕੀਨੇ ਸਭ ਰਾਜਾ। ਜਿੰਨੇ ਵੀ ਰਾਜੇ ਸਰ ਸਾਰਿਆਂ ਦੀਆਂ ਫੜ ਕਰਕੇ ਸੁਨਤਾਂ ਕਰਵਾ ਦਿੱਤੀਆਂ ਤੇ ਆਪਣਾ ਵੱਖਰਾ ਧਰਮ ਜਿਹੜਾ ਸੀ ਪ੍ਰਗਟ ਕਰ ਲਿਆ। ਕਿਵੇਂ ਇਹ ਧਰਮ ਪ੍ਰਗਟ ਹੋਇਆ ਬੜਾ ਹੀ ਪਿਛੋਕੜ ਮਾੜਾ ਹੈ, ਸੋ ਸਮਾਂ ਇੰਨਾ ਨਹੀਂ ਕਿ ਵਿਸਥਾਰ ਨਾਲ ਦੱਸ ਸਕੀਏ। ਸਭ ਤੇ ਆਪਣਾ ਨਾਮ ਜਪਾਇਓ। ਤੇ ਫਿਰ ਇਸ ਪ੍ਰਕਾਰ ਸਾਰਿਆਂ ਦੇ ਕੋਲੋਂ ਆਪਣਾ ਨਾਮ ਜਿਹੜਾ ਸੀ ਜਪਾਉਣਾ ਕੀਤਾ ਕਿ ਇਹੋ ਹੀ ਧਰਮ ਹੈ। ਸਤਨਾਮ ਕਾਹੂ ਨਾ ਦ੍ਰਿੜਾਇਓ। ਪਰ ਕਿਸੇ ਨੂੰ ਵੀ ਅੱਲਾ ਦੇ ਨਾਮ ਨੂੰ ਦ੍ਰਿੜ ਨਹੀਂ ਕਰਵਾਇਆ, ਉਸ ਵਾਹਿਗੁਰੂ ਦੇ ਨਾਮ ਦੇ ਨਾਲ ਨਹੀਂ ਜੋੜਿਆ, ਕਰਮਾਂ ਕਾਂਡਾਂ ਦੇ ਨਾਲ ਜੋੜ ਦਿੱਤਾ ਕਿ ਹਲਾਲ ਕਰਕੇ ਮਾਸ ਖਾਣਾ ਚਾਹੀਦਾ ਹੈ, ਇਸ ਪ੍ਰਕਾਰ ਲਮਾਂ ਕੱਟਣੀਆਂ ਚਾਹੀਦੀਆਂ ਤੇ ਸੁਨਤ ਕਰਨੀ ਚਾਹੀਦੀ। ਉਹ ਮੁਸਲਮਾਨ ਪੱਕਾ ਹੈ ਪਰ ਪਰਮੇਸ਼ਰ ਦੀ ਬੰਦਗੀ ਨਾਲ ਨਹੀਂ ਜੋੜਿਆ। ਸਭ ਆਪਣੀ ਆਪਣੀ ਰੁਝਾਨਾ। ਸਾਰਿਆਂ ਨੇ ਆਪੋ ਆਪਣੀ ਪੂਜਾ ਦੇ ਵਿੱਚ ਸੰਸਾਰ ਦੇ ਲੋਕਾਂ ਨੂੰ ਉਰਝਾਈ ਰੱਖਿਆ। ਪਾਰ ਬ੍ਰਹਮ ਕਾਹੂ ਨਾ ਪਛਾਨਾ। ਕਿਸੇ ਨੇ ਵੀ ਪਰਮੇਸ਼ਰ ਵਾਹਿਗੁਰੂ ਨੂੰ ਨਹੀਂ ਪਛਾਣਿਆ। ਤਬ ਸਾਧਤ ਹਰ ਮੋਹੇ ਬੁਲਾਇਓ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਧਰਤੀ ਦੀ ਇਹੋ ਜੀ ਹਾਲਤ ਹੋਈ ਪਈ ਸੀ, ਤਦੋਂ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਤਪੱਸਿਆ ਸਾਧਦਿਆਂ ਹੋਇਆਂ ਹੇਮਕੁੰਡ ਸਾਹਿਬ ਪਰਬਤ ਤੋਂ ਬੁਲਾਉਣਾ ਕੀਤਾ। ਇਮ ਕਹਿ ਕੇ ਇਹ ਲੋਕ ਪਠਾਇਓ। ਕੀ ਗੱਲ ਕਹਿ ਕਰਕੇ, ਕਿਹੜੇ ਬਚਨ ਕਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਸ ਧਰਤੀ ਤੇ ਭੇਜਿਆ। ਅਕਾਲ ਪੁਰਖ ਬਾਚ ਚੌਪਈ। ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਚਨ ਇਸ ਚੌਪਈ ਦੇ ਵਿੱਚ ਕਹਿ ਰਹੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਨੇ ਕਿਹੜੇ ਬਚਨ ਕਹਿ ਕਰਕੇ ਸਾਨੂੰ ਇਸ ਧਰਤੀ ਤੇ ਭੇਜਿਆ। ਉਹ ਬਚਨ ਦੱਸਦੇ ਹਨ। ਮੈਂ ਆਪਣਾ ਸੁਤ ਤੋਹੇ ਨਵਾਜਾ। ਅਕਾਲ ਪੁਰਖ ਵਾਹਿਗੁਰੂ ਨੇ ਤੇ ਸਮੇਂ ਕਿਹਾ ਹੈ, ਐ ਦੁਸ਼ਟ ਦਮਨ, ਅਸੀਂ ਤੈਨੂੰ ਆਪਣਾ ਪੁੱਤਰ ਨਵਾਜਣਾ ਕੀਤਾ ਹੈ। ਤੇ ਦੱਸੋ ਜਿਹੜੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਨੇ ਕਿ ਉਹ ਪਰਮੇਸ਼ਰ ਦਾ ਸਰੂਪ ਨਹੀਂ, ਭਾਵੇਂ ਗੁਰੂ ਕਲਗੀਧਰ ਸਾਹਿਬ ਆਪਣੇ ਆਪ ਨੂੰ ਦਾਸ ਕਹਿੰਦੇ ਨੇ, ਪਰ ਪਿਤਾ ਦੀ ਸਾਰੀ ਸ਼ਕਤੀ ਦਾ ਮਾਲਕ ਪੁੱਤਰ ਹੁੰਦਾ ਏ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਨੇ ਤੇ ਸਮੇਂ ਆਕਾਸ਼ਵਾਣੀ ਦੁਆਰਾ ਹੁਕਮ ਕੀਤਾ ਕਿ ਮੈਂ ਆਪਣਾ ਸੁੱਤ ਤੋਹੇ ਨਵਾਜਾ। ਐ ਦੁਸ਼ਟ ਦਮਨ, ਅਸੀਂ ਤੈਨੂੰ ਆਪਣਾ ਪੁੱਤਰ ਨਵਾਜਣਾ ਕੀਤਾ ਏ। ਤੇ ਕਿਸੇ ਪੀਰ ਪੈਗੰਬਰ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਪੁੱਤਰ ਦਾ ਦਰਜਾ ਨਹੀਂ ਦਿੱਤਾ। ਪੰਥ ਪ੍ਰਚੁਰ ਕਰਵੇ ਕੋ ਸਾਜਾ। ਪੰਥ ਦਾ ਪ੍ਰਚਾਰ ਕਰਨ ਵਾਸਤੇ, ਖਾਲਸਾ ਪੰਥ ਧਰਤੀ ਦੇ ਉੱਤੇ ਪ੍ਰਗਟ ਕਰਨ ਵਾਸਤੇ ਤੇਰੀ ਸਾਜਣਾ ਕੀਤੀ ਹੈ। ਜਾਹੇ ਤਹਾਂ ਤੈ ਧਰਮ ਚਲਾਏ। ਜਾਓ ਹੁਣ ਧਰਤੀ ਤੇ ਜਾ ਕਰਕੇ ਧਰਮ ਚਲਾਉਣਾ ਕਰੋ। ਕੁਬੁੱਧ ਕਰਨ ਤੇ ਲੋਕ ਹਟਾਏ। ਜਿਹੜੇ ਸੰਸਾਰ ਦੇ ਲੋਕ, ਸੰਸਾਰ ਦੇ ਜੀਵ ਕੁਬੁੱਧ ਖੋਟੇ ਕੰਮ ਕਰ ਰਹੇ ਨੇ, ਬੱਜਰ ਕਰੈਤਾਂ ਦੇ ਵਿੱਚ ਫਸੇ ਹੋਏ ਨੇ, ਪਾਪਾਂ ਦੇ ਵਿੱਚ ਗਲਤਾਨ ਹੋਏ ਪਏ ਨੇ, ਜਾਓ ਜਾ ਕਰਕੇ ਉਹਨਾਂ ਨੂੰ ਖੋਟੀ ਬੁੱਧੀ ਤੋਂ, ਖੋਟੇ ਪਾਪ ਕਰਨ ਤੋਂ ਹਟਾਉਣਾ ਕਰੋ। ਕਬ ਬਾਚ ਦੋਹਰਾ ਠਾੜ ਪਾਇਓ ਮੈਂ ਜੋਰ ਕਰ। ਬਚਨ ਕਹਾ ਸਿਰ ਨਿਆਏ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਐਸਾ ਹੁਕਮ ਕੀਤਾ, ਮਹਾਰਾਜ ਕਹਿੰਦੇ ਠਾਂਡ ਭਇਓ ਮੈਂ ਜੋਰ ਕਰ, ਤਦੋਂ ਅਸੀਂ ਹੱਥ ਜੋੜ ਕਰਕੇ ਖੜੇ ਹੋ ਗਏ। ਬਚਨ ਕਹਾ ਸਿਰ ਨਿਆਏ।
ਤੇ ਸੀਸ ਨਵਾ ਕਰਕੇ ਤੇ ਸਮੇਂ ਬੇਨਤੀ ਕੀਤੀ। ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਖਾਲਸਾ ਪੰਥ ਤਾਂ ਹੀ ਧਰਤੀ ਦੇ ਉੱਤੇ ਚੱਲੇਗਾ ਜੇ ਆਪ ਕਿਰਪਾ ਕਰਕੇ ਮੇਰੀ ਸਹਾਇਤਾ ਕਰੋਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਈਓਂ ਕਿਹਾ ਹੈ ਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੀ ਮੌਜ ਦੇ ਨਾਲ, ਵਾਹਿਗੁਰੂ ਦੀ ਖੁਸ਼ੀ ਦੇ ਨਾਲ ਇਹ ਖਾਲਸਾ ਪੰਥ ਪ੍ਰਗਟ ਹੋਇਆ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਮਹਾਰਾਜ ਨੇ ਬਚਨ ਕਹੇ ਹਨ। ਚਉਪਈ ਇਹ ਕਾਰਨ ਪ੍ਰਭ ਮੋਹੇ ਪਠਾਇਓ। ਮਹਾਰਾਜ ਕਹਿੰਦੇ ਸੰਸਾਰ ਦੇ ਲੋਕੋ ਸਮਝ ਲਓ ਕਿ ਇਸੇ ਕਾਰਨ ਨੂੰ ਲੈ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਧਰਤੀ ਤੇ ਭੇਜਿਆ ਹੈ। ਤਬ ਮੈਂ ਜਗਤ ਜਨਮ ਧਾਰੇ ਆਇਓ। ਤਦੋਂ ਅਸੀਂ ਜਗਤ ਦੇ ਵਿੱਚ ਅਵਤਾਰ ਧਾਰ ਕਰਕੇ ਪ੍ਰਗਟ ਹੋਏ। ਜਿਮ ਤਿਨ ਕਹੀ ਤਿਨੈ ਇਨੈ ਤਿਮ ਕਹਿਓ। ਮਹਾਰਾਜ ਕਹਿੰਦੇ ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕਿਹਾ ਉਵੇਂ ਹੀ ਆਣ ਕਰਕੇ ਸੰਸਾਰ ਦੇ ਲੋਕਾਂ ਨੂੰ ਅਸੀਂ ਕਿਹਾ। ਔਰ ਕਿਸੂ ਤੇ ਬੈਰ ਨ ਗਹਿਓ। ਅਸੀਂ ਕਿਸੇ ਨਾਲ ਵੈਰ ਭਾਵਨਾ ਕਰਕੇ ਕਿਸੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਸੇ ਧਰਮ ਨੂੰ ਨੀਵਾਂ ਵਿਖਾਇਆ ਜਾਵੇ। ਮਹਾਰਾਜ ਕਹਿੰਦੇ ਨਹੀਂ, ਕਿਸੇ ਨਾਲ ਸਾਡੀ ਵੈਰ ਭਾਵਨਾ ਨਹੀਂ। ਸਾਨੂੰ ਤੇ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਹੁਕਮ ਕੀਤਾ ਉਹੋ ਹੀ ਹੁਕਮ ਆਣ ਕਰਕੇ ਅਸੀਂ ਸੰਸਾਰ ਦੇ ਲੋਕਾਂ ਨੂੰ ਸੁਣਾਇਆ। ਆਪਣੇ ਕੋਲੋਂ ਕੋਈ ਹੁਕਮ ਜਾਰੀ ਨਹੀਂ ਕੀਤਾ। ਜੋ ਹਮਕੋ ਪਰਮੇਸ਼ਰ ਉਚਰ ਹੈ। ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਜਿਵੇਂ ਜਿਵੇਂ ਸਾਨੂੰ ਹੁਕਮ ਕੀਤਾ, ਜਿਹੜੇ ਜਿਹੜੇ ਬਚਨ ਦੱਸੇ ਕਿ ਜਿਵੇਂ ਜਿਵੇਂ ਧਰਤੀ ਤੇ ਅਸੀਂ ਅਵਤਾਰ ਘੱਲੇ, ਸਾਰਿਆਂ ਨੇ ਆਪਣੇ ਆਪ ਨੂੰ ਪਰਮੇਸ਼ਰ ਕਹਾਇਆ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਆਪ ਨੂੰ ਪਰਮੇਸ਼ਰ ਕਹਾਉਣਗੇ ਤੇ ਸਭ ਨਰਕ ਕੁੰਡ ਮਹਿ ਪਰ ਹੈ। ਉਹ ਸਾਰੇ ਦੇ ਸਾਰੇ ਬੀਤ ਚੁੱਕੇ ਸਮੇਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਵਰਤਮਾਨ ਸਮੇਂ ਵਾਲੇ ਵੀ ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਕਹਾਉਣਗੇ, ਮਹਾਰਾਜ ਕਹਿੰਦੇ ਨਰਕਾਂ ਦੇ ਕੁੰਡ ਦੇ ਵਿੱਚ ਪੈਣਗੇ। ਮੋਹ ਕੋ ਦਾਸ ਤਵਨ ਕਾ ਜਾਨੋ। ਤੇ ਜਿਹੜੇ ਇਹ ਇਸ ਪੰਕਤੀ ਦਾ ਇਹ ਅਰਥ ਕਰਦੇ ਨੇ ਕਿ ਸਤਿਗੁਰੂ ਮਹਾਰਾਜ ਸਾਹਿਬ ਨੇ ਆਪਣੇ ਪ੍ਰਥਾਏ ਇਹ ਪੰਕਤੀ ਉਚਾਰਨ ਕੀਤੀ ਹੈ, ਨਹੀਂ। ਸਤਿਗੁਰੂ ਮਹਾਰਾਜ ਨੇ ਇਸੇ ਦੇ ਵਿੱਚ ਅਗਲੀ ਪੰਕਤੀ ਦੇ ਵਿੱਚ ਆਪਣੇ ਆਪ ਨੂੰ ਮੋਹ ਕੋ ਇੱਕ ਵਚਨ ਕਹਿ ਕਰਕੇ ਸ਼ਬਦ ਉਚਾਰਨ ਕੀਤਾ ਹੈ। ਹਮ ਦਾ ਅਰਥ ਹੈ ਸਮੂਹ ਬਹੁ ਵਚਨ। ਇਹ ਸਤਿਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਪਖੰਡੀਆਂ ਵਾਸਤੇ ਵਰਤਿਆ ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਅਖਵਾਉਂਦੇ ਨੇ, ਪਖੰਡ ਧਾਰਨ ਕਰਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਰਾਏ ਦਿੱਤੀ ਹੈ ਕਿ ਅਸੀਂ ਕੌਣ ਆ। ਮਹਾਰਾਜ ਕਹਿੰਦੇ ਮੋਹ ਕੋ ਉਦਾਸ ਤਵਨ ਕਾ ਜਾਨੋ, ਮੈਨੂੰ ਅਕਾਲ ਪੁਰਖ ਵਾਹਿਗੁਰੂ ਦਾ ਦਾਸ ਜਾਣਨਾ ਕਰੋ। ਜਾਂ ਮੈਂ ਭੇਦ ਨ ਰੰਚ ਪਛਾਨੋ। ਇਸ ਗੱਲ ਦੇ ਵਿੱਚ ਰੰਚਕ ਮਾਤਰ ਵੀ ਭੇਦ ਫਰਕ ਨਾ ਜਾਣਨਾ ਕਰੋ, ਕਿਉਂਕਿ ਸਾਧ ਸੰਗਤ ਮਾਲਕ ਦਾ ਜਿਹੜਾ ਦਾਸ ਬਣ ਜਾਵੇ ਤੇ ਦਾਸ ਦੀ ਹੀ ਸਾਰੀ ਜਾਇਦਾਦ ਮਾਲਕ ਦੀ ਹੁੰਦੀ ਹੈ। ਕਿਉਂਕਿ ਜਿਹੜਾ ਦਾਸ ਬਣ ਗਿਆ, ਸੇਵਕ ਬਣ ਗਿਆ, ਉਸ ਨੂੰ ਇੱਕ ਦਿਨ ਮਾਣ ਪ੍ਰਾਪਤ ਹੁੰਦਾ ਹੈ ਕਿ ਉਹ ਮਾਲਕ ਵੀ ਬਣਦਾ ਹੈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਦਾਸ ਹਾਂ। ਰੰਚਕ ਮਾਤਰ ਵੀ ਇਸ ਗੱਲ ਦੇ ਵਿੱਚ ਭੇਦ ਫਰਕ ਨਾ ਜਾਣੋ। ਮੈਂ ਹੋ ਪਰਮ ਪੁਰਖ ਕੋ ਦਾਸਾ। ਉਸ ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਦਾਸ ਹਾਂ, ਸੇਵਕ ਹਾਂ। ਦੇਖਣ ਆਇਓ ਜਗਤ ਤਮਾਸ਼ਾ। ਤੇ ਇਹ ਸੰਸਾਰ ਦੇ ਵਿੱਚ ਜਗਤ ਦਾ ਤਮਾਸ਼ਾ ਵੇਖਣ ਵਾਸਤੇ, ਕੌਤਕ ਵੇਖਣ ਵਾਸਤੇ ਆਏ ਹਾਂ। ਜੋ ਪ੍ਰਭ ਜਗਤ ਕਹਾ ਸੋ ਕਹੇ ਹਾਂ। ਜੋ ਅਕਾਲ ਪੁਰਖ ਵਾਹਿਗੁਰੂ ਨੇ ਜਗਤ ਦੇ ਪ੍ਰਥਾਏ ਸਾਨੂੰ ਹੁਕਮ ਦਿੱਤਾ ਉਹ ਆਣ ਕਰਕੇ ਧਰਤੀ ਤੇ ਅਸੀਂ ਕਹਿ ਰਹੇ ਹਾਂ। ਮ੍ਰਿਤ ਲੋਗ ਤੇ ਮੌਨ ਨ ਰਹੇ ਹਾਂ। ਮਹਾਰਾਜ ਕਹਿੰਦੇ ਇਸ ਮਾਤ ਲੋਕ ਦੇ ਉੱਤੇ ਅਸੀਂ ਮੌਨ ਧਾਰ ਕਰਕੇ, ਚੁੱਪ ਧਾਰ ਕਰਕੇ ਨਹੀਂ ਰਹਾਂਗੇ। ਨਰਾਜ ਛੰਦ ਕਹਿਓ ਪ੍ਰਭੂ ਸੋ ਭਾਖ। ਮਹਾਰਾਜ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਉਹ ਸੰਸਾਰ ਦੇ ਵਿੱਚ ਆਣ ਕਰਕੇ ਕਹਾਂਗੇ। ਕਿਸੂ ਨਾ ਕਾਨ ਰਾਖ। ਕਿਸੇ ਦੀ ਕਾਨ ਕਨੌਟ ਨਹੀਂ ਰੱਖਾਂਗੇ, ਕਿਸੇ ਦਾ ਭੈ ਤੇ ਡਰ ਨਹੀਂ ਮੰਨਾਂਗੇ। ਭਾਵੇਂ ਅੱਜ ਕੱਲ ਸਰਕਾਰ ਦੇ ਜ਼ੋਰ ਦੇ ਨਾਲ ਕਈ ਗੁਰਸਿੱਖ ਦੀ ਰਹਿਤ ਮਰਜ਼ਾਦਾ ਹੀ ਉਲਟ ਦਰਸਾ ਰਹੇ ਹਨ। ਕਿਸੂ ਨਾ ਭੇਖ ਭੀਜ। ਮਹਾਰਾਜ ਕਹਿੰਦੇ ਕਿਸੇ ਭੇਖ ਲਿਬਾਸ ਦੇ ਵਿੱਚ ਨਹੀਂ ਭਿੱਜਾਂਗੇ ਕਿ ਆ ਜੋਗੀਆਂ ਵਾਲਾ ਲਿਬਾਸ ਚੰਗਾ ਹੈ, ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ। ਨਹੀਂ, ਸਿੱਖੀ ਦਾ ਲਿਬਾਸ ਪ੍ਰਗਟ ਕਰਾਂਗੇ, ਪੰਜ ਕਕਾਰ ਧਰਤੀ ਤੇ ਪ੍ਰਗਟ ਕਰਾਂਗੇ, ਖਾਲਸਾ ਪੰਥ ਪ੍ਰਗਟ ਕਰਾਂਗੇ। ਲੇਖ ਬੀਜ ਬੀਜ। ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਬੀਜ ਨੂੰ ਬੀਜਾਂਗੇ। ਪਖਾਨ ਪੂਜ ਹੋ ਨਹੀਂ। ਕਦੇ ਵੀ ਪੱਥਰਾਂ ਦੀ ਪੂਜਾ ਕਰਨ ਵਾਲਾ ਆਪਣੇ ਸਿੱਖਾਂ ਨੂੰ ਨਹੀਂ ਲਾਵਾਂਗੇ। ਨਾ ਭੇਖ ਭੀਜ ਹੋ ਕਹੀ। ਕਿਸੇ ਵੀ ਭੇਖ ਲਿਬਾਸ ਦੇ ਵਿੱਚ ਨਹੀਂ ਭਿੱਜਾਂਗੇ। ਅਨੰਤ ਨਾਮ ਗਾਏ ਹੋ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਗਾਇਨ ਕਰਾਂਗੇ। ਬ੍ਰਹਮ ਪੁਰਖ ਪਾਏ ਹੋ। ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਆਪਣੇ ਸਿੱਖਾਂ ਨੂੰ ਕਰਾਵਾਂਗੇ। ਜਟਾ ਨਾ ਸੀਸ ਧਾਰੇ ਹੋ। ਮਹਾਰਾਜ ਕਹਿੰਦੇ ਸੀਸ ਦੇ ਉੱਤੇ ਜਟਾਵਾਂ ਨਹੀਂ ਬਣਾਵਾਂਗੇ। ਨਹੀਂ ਸਿੱਖਾਂ ਨੂੰ ਕਹਾਂਗੇ ਕਿ ਜਟਾਂ ਬਣਾਵੋ। ਨਾ ਮੁੰਦਰ ਕਾ ਸੋ ਧਾਰੇ ਹੋ। ਤੇ ਕੰਨਾਂ ਦੇ ਵਿੱਚ ਕੰਨ ਪਾੜ ਕਰਕੇ ਮੁੰਦਰਾਂ ਵੀ ਪਾਉਣ ਦਾ ਉਪਦੇਸ਼ ਨਹੀਂ ਦੇਵਾਂਗੇ। ਨਾ ਕਾਨ ਕਾਹੂ ਕੀ ਤਰੋ। ਤੇ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਕਿਸੇ ਦੀ ਕਾਨ ਕਨੌਟ ਨਹੀਂ ਰੱਖਾਂਗੇ, ਡਰ ਭੈ ਨਹੀਂ ਮੰਨਾਂਗੇ ਤੇ ਨਾ ਹੀ ਆਪਣੇ ਸਿੱਖਾਂ ਨੂੰ ਮੰਨਣ ਦਾ ਉਪਦੇਸ਼ ਦੇਵਾਂਗੇ। ਕਹਿਓ ਪ੍ਰਭੂ ਸੋ ਮੈਂ ਕਰੋ। ਜੋ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਦਿੱਤਾ ਧਰਤੀ ਤੇ ਆਣ ਕਰਕੇ ਉਸ ਕਾਰਜ ਨੂੰ ਸੰਪੂਰਨ ਕਰਾਂਗੇ, ਭਾਵੇਂ ਕਿੰਨੀਆਂ ਵੀ ਸਰਕਾਰਾਂ ਰੋਕ ਲੈਣ। ਭਜੋ ਸੋ ਏਕ ਨਾਮੇ ਅੰਗ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਭਜਨ ਕਰਾਂਗੇ,
ਸਦਾ ਹੀ। ਜੋ ਕਾਮ ਸਰਬ ਠਾਮਿਅੰ ਕਿਉਂਕਿ ਜੋ ਸਾਰੇ ਕਾਰਜਾਂ ਨੂੰ ਸਵਾਰਨ ਵਾਲਾ ਹੈ। ਨਾ ਜਾਪ ਆਨ ਕੋ ਜਪੋ। ਮਹਾਰਾਜ ਕਹਿੰਦੇ ਹੋਰ ਕੋਈ ਜਾਪ ਨਹੀਂ ਜਪਾਂਗੇ, ਕੋ ਕਿਸੇ ਪ੍ਰਕਾਰ ਦਾ ਪਖੰਡੀ ਦਾ ਜਾਪ ਨਹੀਂ ਜਪਾਂਗੇ, ਨਾ ਹੀ ਆਪਣੇ ਸਿੱਖਾਂ ਨੂੰ ਜਪਣ ਦਾ ਉਪਦੇਸ਼ ਦਿਆਂਗੇ, ਕੰਨਾਂ ਵਿੱਚ ਮੰਤਰ ਲੈਣ ਦਾ ਵੀ ਉਪਦੇਸ਼ ਨਹੀਂ ਦਿਆਂਗੇ। ਨਾ ਔਰ ਥਾਪ ਨਾ ਥਪੋ। ਕੋ ਹੋਰ ਕਿਸੇ ਪ੍ਰਕਾਰ ਦੀ ਥਾਪਨਾ ਨਹੀਂ ਥਪਾਂਗੇ, ਕੋ ਕਿਸੇ ਪ੍ਰਕਾਰ ਕਿਸੇ ਨੂੰ ਪਰਮੇਸ਼ਰ ਬਣ ਕਰਕੇ ਆਪ ਨਹੀਂ ਬੈਠਾਂਗੇ। ਬੇਅੰਤ ਨਾਮ ਧਿਆਇਓ। ਉਸ ਅਕਾਲ ਪੁਰਖ ਵਾਹਿਗੁਰੂ ਦੇ ਬੇਅੰਤ ਨਾਮਾਂ ਦਾ ਗਾਇਨ ਕਰਾਂਗੇ, ਸਿੱਖਾਂ ਕੋਲੋਂ ਕਰਵਾਵਾਂਗੇ। ਪਰਮ ਜੋਤ ਪਾਇਓ। ਉਸ ਅਕਾਲ ਪੁਰਖ ਵਾਹਿਗੁਰੂ ਦੀ ਆਪਣੇ ਸਿੱਖਾਂ ਨੂੰ ਪ੍ਰਾਪਤੀ ਕਰਾਵਾਂਗੇ। ਨਾ ਧਿਆਨ ਆਨ ਕੋ ਤਰੋ। ਮਹਾਰਾਜ ਕਹਿੰਦੇ ਹੋਰ ਕਿਸੇ ਸ਼ਕਤੀ ਦਾ ਧਿਆਨ ਨਹੀਂ ਕਰਾਂਗੇ। ਨਾ ਨਾਮ ਆਨ ਉਚਰੋ। ਹੋਰ ਕਿਸੇ ਦਾ ਨਾਮ ਵੀ ਉਚਾਰਨ ਨਹੀਂ ਕਰਾਂਗੇ ਆਪਣੇ ਮੁਖ ਤੋਂ। ਤਵਕ ਨਾਮ ਰਤਿਅੰ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਆਪ ਰਚਾਂਗੇ, ਤਦਾਕਾਰ ਰਹਾਂਗੇ। ਨਯਾਨ ਮਾਨ ਮਤਿਅੰ। ਹੋਰ ਕਿਸੇ ਹੰਕਾਰ ਦੇ ਵਿੱਚ ਕਦੇ ਵੀ ਨਹੀਂ ਆਵਾਂਗੇ। ਸਤਿਗੁਰੂ ਮਹਾਰਾਜ ਕਹਿੰਦੇ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਰਹਾਂਗੇ। ਪਰਮ ਧਿਆਨ ਧਾਰਿਅੰ। ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਮ ਧਿਆਨ ਨੂੰ ਧਾਰਨਾ ਕਰਾਂਗੇ। ਅਨੰਤ ਪਾਪ ਟਾਰਿਅੰ। ਅਨੇਕਾਂ ਪਾਪਾਂ ਨੂੰ ਜੋ ਟਾਲਣ ਵਾਲਾ ਵਾਹਿਗੁਰੂ ਦਾ ਨਾਮ ਹੈ। ਤੁਮੇਵ ਰੂਪ ਰਾਚਿਅੰ। ਹੇ ਅਕਾਲ ਪੁਰਖ ਵਾਹਿਗੁਰੂ ਆਪ ਦੇ ਰੂਪ ਦੇ ਵਿੱਚ ਸਦਾ ਹੀ ਰਚੇ ਰਹਾਂਗੇ। ਨਯਾਨ ਦਾਨ ਮਾਚਿਅੰ। ਹੋਰ ਕਿਸੇ ਦਾਨ ਦੇ ਵਿੱਚ, ਹੋਰ ਕਿਸੇ ਪਖੰਡ ਦੇ ਵਿੱਚ ਨਹੀਂ ਰਚਾਂਗੇ। ਤਵਕ ਨਾਮ ਉਚਾਰਿਅੰ। ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮੁਖ ਤੋਂ ਉਚਾਰਾਂਗੇ। ਅਨੰਤ ਦੁਖ ਟਾਰਿਅੰ। ਜੋ ਅਨੇਕਾਂ ਹੀ ਦੁੱਖਾਂ ਨੂੰ ਟਾਲਣ ਵਾਲਾ ਹੈ। ਚਉਪਈ ਜਿਨ ਜਿਨ ਨਾਮ ਤਿਹਾਰੋ ਧਿਆਇਆ। ਇਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਨ੍ਹਾਂ ਨੇ ਵੀ ਜਪਣਾ ਕੀਤਾ, ਦੁਖ ਪਾਪ ਤਿਨ ਨਿਕਟ ਨ ਆਇਆ। ਮਹਾਰਾਜ ਗੁਰੂ ਕਲਗੀਧਰ ਸਾਹਿਬ ਕਹਿੰਦੇ ਉਹਨਾਂ ਦੇ ਨੇੜੇ ਦੁੱਖ ਤੇ ਪਾਪ ਕਦੇ ਨਹੀਂ ਆ ਸਕਦੇ। ਜੇ ਔਰ ਧਿਆਨ ਕੋ ਧਰਹੀ। ਤੇ ਜਿਹੜੇ ਹੋਰ ਧਿਆਨ ਧਰਦੇ ਨੇ, ਕਿਸੇ ਪ੍ਰਕਾਰ ਕੋਈ ਪਖੰਡੀ ਦਾ ਧਿਆਨ ਧਰਦਾ, ਕਿਸੇ ਅਧੂਰੇ ਦਾ ਧਿਆਨ ਧਰਦਾ ਹੈ, ਬਹਿਸ ਬਾਦਨ ਤੇ ਮਰਹੀ। ਉਹ ਬਹਿਸ ਕਰਕੇ ਝਗੜਿਆਂ ਦੇ ਵਿੱਚ ਹੀ ਮਰ ਜਾਵੇਗਾ। ਹਮ ਇਹ ਕਾਜ ਜਗਤ ਮੋ ਆਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਇਸ ਕਾਰਜ ਦੇ ਵਿੱਚ, ਜਗਤ ਦੇ ਵਿੱਚ ਆਏ ਹਾਂ। ਧਰਮ ਹੇਤ ਗੁਰਦੇਵ ਪਠਾਏ। ਧਰਮ ਦੇ ਕਾਰਜ ਵਾਸਤੇ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਸ ਧਰਤੀ ਤੇ ਭੇਜਣਾ ਕੀਤਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਆਪ ਪ੍ਰਤੱਖ ਆਪਣੀ ਕਲਮ ਦੇ ਨਾਲ ਸਤਿਗੁਰੂ ਜੀ ਨੇ ਬਿਆਨ ਕੀਤਾ, ਹਮ ਇਹ ਕਾਜ ਜਗਤ ਮੋ ਆਏ। ਇਹ ਸੰਸਾਰ ਦੇ ਲੋਕੋ ਸਮਝ ਲਓ ਕਿ ਅਸੀਂ ਇਸ ਕਾਰਜ ਨੂੰ ਲੈ ਕਰਕੇ ਸੰਸਾਰ ਦੇ ਉੱਤੇ ਆਏ ਹਾਂ, ਤੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਆਪਣਾ ਪੁੱਤਰ ਨਵਾਜ ਕਰਕੇ ਭੇਜਿਆ ਹੈ। ਜਹਾਂ ਤਹਾਂ ਤੁਮ ਧਰਮ ਬਿਥਾਰੋ। ਹੁਕਮ ਕੀਤਾ ਅਕਾਲ ਪੁਰਖ ਵਾਹਿਗੁਰੂ ਨੇ ਕਿ ਜਾ ਕਰਕੇ ਧਰਤੀ ਤੇ ਧਰਮ ਦਾ ਪ੍ਰਕਾਸ਼ ਕਰਨਾ ਕਰੋ। ਦੁਸ਼ਟ ਦੋਖੀਆਂ ਪਕੜ ਪਛਾਰੋ। ਸਾਡੀ ਇਹ ਡਿਊਟੀ ਲੱਗੀ ਆ, ਅਸੀਂ ਦੁਸ਼ਟਾਂ ਤੇ ਦੋਖੀਆਂ ਨੂੰ ਪਕੜ ਕਰਕੇ ਸਜ਼ਾਵਾਂ ਦੇਵਾਂਗੇ। ਯਾਹੀ ਕਾਜ ਧਰਾ ਹਮ ਜਨਮੰ। ਮਹਾਰਾਜ ਕਹਿੰਦੇ ਸੰਸਾਰ ਦੇ ਲੋਕੋ ਇਸੇ ਕਾਰਜ ਨੂੰ ਲੈ ਕਰਕੇ ਅਸੀਂ ਧਰਤੀ ਤੇ ਅਵਤਾਰ ਧਾਰਿਆ, ਕਿਸੇ ਭੁਲੇਖੇ 'ਚ ਨਾ ਰਹਿ ਜਾਇਓ। ਸਮਝ ਲਿਓ ਸਾਧੂ ਸਭ ਮਨ ਮੰਗ। ਐ ਸ਼ਾਂਤ ਆਤਮਾ ਵਾਲੇ ਮਹਾਂਪੁਰਖੋ ਆਪਣੇ ਮਨ ਦੇ ਵਿੱਚ ਸਮਝ ਲਵੋ ਕਿ ਹੁਣ ਤੁਹਾਨੂੰ ਭਗਤੀ ਕਰਦਿਆਂ, ਬੰਦਗੀ ਕਰਦਿਆਂ ਕੋਈ ਤੰਗ ਨਹੀਂ ਕਰੇਗਾ, ਆਪਣੇ ਪ੍ਰਭਾਵ ਹੇਠਾਂ ਨਹੀਂ ਲਿਆਵੇਗਾ। ਅਸੀਂ ਸੰਤਾਂ ਦੀ ਰੱਖਿਆ ਵਾਸਤੇ ਤੇ ਦੁਸ਼ਟਾਂ ਨੂੰ ਸਜ਼ਾ ਦੇਣ ਵਾਸਤੇ, ਨਾਸ਼ ਕਰਨ ਵਾਸਤੇ ਆਏ ਹਾਂ। ਧਰਮ ਚਲਾਵਨ ਸੰਤ ਉਬਾਰਨ। ਮਹਾਰਾਜ ਕਹਿੰਦੇ ਧਰਮ ਚਲਾਉਣ ਵਾਸਤੇ ਤੇ ਸੰਤਾਂ ਦੀ ਰੱਖਿਆ ਕਰਨ ਵਾਸਤੇ। ਦੁਸ਼ਟ ਸਬਨ ਕੋ ਮੂਲ ਉਪਾਰਨ। ਤੇ ਦੁਸ਼ਟਾਂ ਦੀਆਂ ਮੁੱਢ ਤੋਂ ਹੀ ਜੜ੍ਹਾਂ ਪੁੱਟਣ ਵਾਸਤੇ ਮਹਾਰਾਜ ਕਹਿੰਦੇ ਅਸੀਂ ਧਰਤੀ ਤੇ ਆਏ ਹਾਂ। ਜੇ ਭਏ ਪਹਿਲੇ ਅਵਤਾਰਾ। ਜਿਹੜੇ ਪਹਿਲਾਂ ਅਵਤਾਰ ਹੋਏ ਧਰਤੀ ਦੇ ਉੱਤੇ, ਆਪ ਤਿਨ ਜਾਪ ਉਚਾਰਾ। ਉਹਨਾਂ ਨੇ ਆਪੋ ਆਪਣਾ ਵੱਖਰਾ ਜਿਹੜਾ ਜਾਪ ਸੀ ਉਚਾਰਨਾ ਕੀਤਾ। ਪ੍ਰਭ ਦੋਖੀ ਕੋਈ ਨਾ ਬਿਦਾਰਾ। ਤੇ ਜਿਹੜੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਉਲਟ ਚੱਲਦੇ ਸਨ, ਜਿਹੜੇ ਪਰਮੇਸ਼ਰ ਨੂੰ ਗਾਲਾਂ ਕੱਢਦੇ ਸਨ, ਪਰਮੇਸ਼ਰ ਦੇ ਨਾਮ ਦੀ ਹੋਂਦ ਤੋਂ ਹੀ ਮੁਨਕਰ ਸਨ, ਉਹਨਾਂ ਨੂੰ ਫੜ ਕਰਕੇ ਕਿਸੇ ਨੇ ਸਜ਼ਾ ਨਹੀਂ ਸੀ ਦਿੱਤੀ। ਧਰਮ ਕਰਮ ਕੋ ਰਾਹੁ ਨ ਡਾਰਾ। ਤੇ ਧਰਮ ਦੇ ਕਰਮ ਦਾ ਜਿਹੜਾ ਸੀ ਰਾਹ, ਪਰਮੇਸ਼ਰ ਦੇ ਨਾਮ ਦਾ ਰਾਹ ਜਿਹੜਾ ਸੀ ਸੰਸਾਰ ਦੇ ਲੋਕਾਂ ਨੂੰ ਨਹੀਂ ਦੱਸਿਆ ਉਹਨਾਂ ਪੀਰਾਂ ਪੈਗੰਬਰਾਂ ਨੇ। ਜੇ ਗੌਸ ਅੰਬੀਆ ਭਏ। ਜਿਹੜੇ ਗੌਸ ਵੱਡੇ ਅੰਬੀਆ ਔਲੀਆ ਹੋਏ। ਮੈਂ ਕਰਤ ਜਗਤ ਤੇ ਗਏ। ਸਤਿਗੁਰੂ ਕਲਗੀਧਰ ਸਾਹਿਬ ਕਹਿੰਦੇ ਮੈਂ ਕਰਦੇ ਹੀ ਜਗਤ ਤੋਂ ਚਲੇ ਗਏ ਕਿ ਮੈਂ ਵੱਡਾ ਹਾਂ, ਮੇਰੇ ਧਰਮ ਨੂੰ ਮੰਨੋ। ਮਹਾਪੁਰਖ ਕਾਹੂ ਨਾ ਪਛਾਨਾ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਨੇ ਪਛਾਨਣਾ ਨਹੀਂ ਕੀਤਾ। ਕਰਮ ਧਰਮ ਕੋ ਕਛੂ ਨਾ ਜਾਨਾ। ਤੇ ਧਰਮ ਦੇ ਕਰਮਾਂ ਨੂੰ ਕਿਸੇ ਪ੍ਰਕਾਰ ਸਮਝਣਾ ਨਹੀਂ ਕੀਤਾ ਕਿ 5 ਬਾਣੀਆਂ ਪੜ੍ਹਨੀਆਂ ਚਾਹੀਦੀਆਂ, ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਸਿੱਖੀ ਕਮਾਉਣੀ ਚਾਹੀਦੀ ਹੈ। ਇਸ ਗੱਲ ਨੂੰ ਤੇ ਟੇਚੀ ਸਮਝਿਆ। ਵਾਹਿਗੁਰੂ ਦੇ ਨਾਮ ਜਪਣ ਨੂੰ ਕੁਝ ਵੀ ਨਹੀਂ ਸਮਝਿਆ ਕਿ ਵਿਹਲੇ ਲੋਕਾਂ ਦਾ ਕੰਮ ਹੈ। ਜਿਨ੍ਹਾਂ ਨੇ ਇਉਂ ਸਮਝਿਆ ਮਹਾਰਾਜ ਕਹਿੰਦੇ ਗਤੀ ਨਹੀਂ ਪਾਈ। ਅਵਰਨ ਕੀ ਆਸਾ ਕਿਛ ਨਾਹੀ। ਤੇ ਜਿਹੜੇ ਹੋਰਨਾਂ ਦੀ ਆਸ ਦੇ ਉੱਤੇ ਰਹੇ, ਅਕਾਲ ਪੁਰਖ ਵਾਹਿਗੁਰੂ ਦੀ ਆਸਾ ਛੱਡ ਕਰਕੇ ਦੇਵੀ ਦੇਵਤਿਆਂ ਦੀ ਜਿਨ੍ਹਾਂ ਨੇ ਆਸ ਕੀਤੀ, ਏਕੈ ਆਸ ਧਰੋ ਮਨ ਮਾਹੀ। ਮਹਾਰਾਜ ਕਹਿੰਦੇ ਉਹਨਾਂ ਨੇ ਮੁਕਤੀ ਪ੍ਰਾਪਤ ਨਹੀਂ ਕੀਤੀ ਆ। ਸੰਸਾਰ ਦੇ ਜੀਵੋ ਇੱਕੋ ਅਕਾਲ ਪੁਰਖ ਵਾਹਿਗੁਰੂ ਦੀ ਆਸਾ ਆਪਣੇ ਹਿਰਦੇ ਵਿੱਚ ਰੱਖਣਾ ਕਰੋ। ਆਨ ਆਸ ਉਪਜਿਤ ਕਿਛ ਨਾਹੀ। ਹੋਰ ਕਿਸੇ ਦੇ ਉੱਤੇ ਭਰੋਸਾ ਕਰਨ ਦੇ ਨਾਲ, ਹੋਰ ਕਿਸੇ ਦੀ ਆਸ ਤੱਕਣ ਦੇ ਨਾਲ ਕਦੇ ਵੀ
ਕੋਈ ਸੁੱਖ ਪੈਦਾ ਨਹੀਂ ਹੋ ਸਕਦਾ। ਵਾਕੀ ਆਸ ਧਰੋ ਮਨ ਮਾਹੀ। ਕੇਵਲ ਤੇ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਸ ਆਪਣੇ ਹਿਰਦੇ ਦੇ ਵਿੱਚ ਰੱਖਣਾ ਕਰੋ, ਜੋ ਸਾਰੇ ਸੁੱਖਾਂ ਨੂੰ ਬਖਸ਼ਿਸ਼ ਕਰਨ ਵਾਲਾ ਹੈ। ਦੋਹਰਾ ਕੋਈ ਪੜਤ ਕੁਰਾਨ ਕੋ, ਕੋਈ ਪੜਤ ਪੁਰਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਤੇ ਕੁਰਾਨ ਪੜ੍ਹ ਕਰਕੇ ਧਰਮ ਦੇ ਅਨੁਸਾਰ ਚੱਲਦਾ, ਤੇ ਕੋਈ ਪੁਰਾਣਾ ਨੂੰ ਪੜ੍ਹ ਕਰਕੇ ਧਰਮ ਦੇ ਅਨੁਸਾਰ ਚੱਲਦਾ ਹੈ। ਕਾਲ ਨ ਸਖਤ ਬਚਾਏ ਕੈ, ਫੋਕਟ ਧਰਮ ਨਿਦਾਨ। ਮਹਾਰਾਜ ਨੇ ਪ੍ਰਤੱਖ ਕਹਿ ਦਿੱਤਾ ਕਿ ਇਹਨਾਂ ਕਰਮਾਂ ਕਾਂਡਾਂ ਦੇ ਨਾਲ ਕਾਲ ਤੋਂ ਕੋਈ ਨਹੀਂ ਬਚ ਸਕਦਾ। ਇਹ ਅੰਤ ਦੇ ਨਿਦਾਨ, ਅੰਤ ਦੇ ਵਿੱਚ ਸਾਰੇ ਫੋਕਟ ਕਰਮ ਬਣ ਕਰਕੇ ਪ੍ਰਗਟ ਹੋਣਗੇ। ਚੌਪਈ ਕਈ ਕੋਟ ਮਿਲ ਪੜਤੋ ਕੁਰਾਨਾ। ਕਈ ਕਰੋੜਾਂ ਹੀ ਮਿਲ ਕਰਕੇ ਕੁਰਾਨ ਪੜ੍ਹਦੇ ਹਨ, ਜੋ ਬਾਜਤ ਕਿਤੇ ਪੁਰਾਨ ਅਜਾਨਾ। ਕਈ ਅਣਜਾਣ ਹੀ ਜਿਹੜੇ ਪੁਰਾਣਾ ਨੂੰ ਵਾਚ ਰਹੇ ਹਨ। ਅੰਤ ਕਾਲ ਕੋਈ ਕਾਮ ਨ ਆਵਾ। ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਦੇ ਅੰਤ ਦੇ ਸਮੇਂ ਕੰਮ ਨਹੀਂ ਕੋਈ ਚੀਜ਼ ਆਵੇਗੀ। ਦਾਵ ਕਾਲ ਕਾਹੂ ਨਾ ਬਚਾਵਾ। ਕੋਈ ਵੀ ਦਾਵ ਕਾਲ ਤੋਂ ਨਹੀਂ ਬਚਾ ਸਕਦਾ। ਕੋਈ ਵੀ ਦਾਅ ਕਰ ਲਵੋਗੇ ਕਾਲ ਤੋਂ ਕੋਈ ਬਚ ਨਹੀਂ ਸਕਦਾ, ਭਾਵੇਂ ਕੋਈ ਪੀਰ ਤੇ ਅੰਬੀਆ ਹੈ। ਕਿਉਂ ਨਾ ਜਪੋ ਤਾ ਕੋ ਤੁਮ ਭਾਈ। ਮਹਾਰਾਜ ਕਹਿੰਦੇ ਆ ਸੰਸਾਰ ਦੇ ਜੀਵ ਕਿਉਂ ਨਹੀਂ ਫਿਰ ਤੂੰ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦਾ। ਅੰਤ ਕਾਲ ਜੋ ਹੋਏ ਸਹਾਈ। ਅੰਤ ਕਾਲ ਜਿਸ ਵਾਹਿਗੁਰੂ ਨੇ ਤੇਰੀ ਸਹਾਇਤਾ ਕਰਨੀ ਆ, ਤੂੰ ਪਖੰਡੀਆਂ ਦੇ ਪਿੱਛੇ ਕਿਉਂ ਲਰਚਿਆ ਚੱਲਿਆ ਫਿਰਦਾ, ਜਿਹੜੀ ਆਪਣੀ ਬਣਾਈ ਬਾਣੀ ਬਣਾਈ ਫਿਰਦੇ ਨੇ, ਕਿਉਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਨਹੀਂ ਤੂੰ ਪਛਾਣਦਾ। ਫੋਕਟ ਧਰਮ ਲਖੋ ਕਰ ਭਰਮਾ। ਤੇ ਜਿੰਨੇ ਵੀ ਇਹ ਧਰਮ ਹਨ ਪਖੰਡ ਵਾਲੇ, ਮਹਾਰਾਜ ਕਹਿੰਦੇ ਸਾਰੇ ਭਰਮ ਹੀ ਪਾਏ ਹੋਏ ਨੇ ਤੇ ਫੋਕਟ ਹਨ। ਇਨ ਤੇ ਸਰਤ ਨਾ ਕੋਈ ਕਰਮਾ। ਇਹਨਾਂ ਨੂੰ ਧਾਰਨ ਕਰਨ ਦੇ ਨਾਲ, ਕਰਮਾਂ ਖੰਡਾਂ ਨੂੰ ਧਾਰਨ ਕਰੇਗਾ ਤੇ ਕੋਈ ਵੀ ਕਾਰਜ ਸਰੇਗਾ ਨਹੀਂ। ਇਹ ਕਾਰਨ ਪ੍ਰਭ ਹਮੈ ਬਨਾਇਓ। ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਧਰਮ ਨੂੰ ਚਲਾਉਣ ਵਾਸਤੇ ਸਾਨੂੰ ਬਣਾਉਣਾ ਕੀਤਾ। ਭੇਦ ਭਾਖ ਇਹ ਲੋਕ ਪਠਾਇਓ। ਇਹ ਗੁਪਤ ਭੇਦ ਜਿਹੜਾ ਸੀ ਕਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਧਰਤੀ ਤੇ ਭੇਜਿਆ। ਜੋ ਤਿਨ ਕਹਾ ਸੋ ਸਭ ਨਹੀਂ ਉਚਰੋ। ਮਹਾਰਾਜ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕਿਹਾ, ਅਸੀਂ ਕੰਨਾਂ ਵਿੱਚ ਫੂਕਾਂ ਮਾਰ ਕੇ ਨਹੀਂ ਦੱਸਿਆ, ਸਾਰੇ ਸੰਸਾਰ ਦੇ ਵਿੱਚ ਪ੍ਰਗਟ ਕਰਕੇ ਦੱਸਿਆ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕੀ ਹੁਕਮ ਕੀਤਾ। ਡਿੰਬ ਵਿੰਡ ਕਛੂ ਨੈਕ ਨਾ ਕਰੋ। ਮਹਾਰਾਜ ਕਹਿੰਦੇ ਇਸ ਗੱਲ ਨੂੰ ਕਹਿਣ ਦੇ ਵਿੱਚ ਅਸੀਂ ਰਤਾ ਮਾਤਰ ਵੀ ਕੋਈ ਪਖੰਡ ਨਹੀਂ ਧਾਰਨ ਕੀਤਾ। ਰਸਾਵਲ ਛੰਦ ਨ ਜਟਾ ਮੂੰਡ ਧਾਰੋ, ਨ ਮੁੰਦਰ ਕਾ ਸਵਾਰੋ। ਮਹਾਰਾਜ ਕਹਿੰਦੇ ਅਸੀਂ ਸਰੀਰ ਤੇ ਜਟਾ ਨਹੀਂ ਬਣਾਵਾਂਗੇ, ਮੁੰਦਰਾ ਨਹੀਂ ਪਹਿਨਾਂਗੇ। ਜਪੋ ਤਾਸ ਨਾਮੰ ਸਰੈ ਸਰਬ ਕਾਮੰ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਚਾਹੀਦਾ, ਜਿਹਦਾ ਨਾਮ ਜਪਣ ਦੇ ਨਾਲ ਸਾਰੇ ਕਾਰਜ ਸੌਰਦੇ ਹਨ। ਨ ਨੈਨੰ ਮਿਚਾਉ ਨ ਡਿੰਬੰ ਦਿਖਾਉ। ਮਹਾਰਾਜ ਕਹਿੰਦੇ ਜਿਹੜੇ ਨੇਤਰ ਬੰਦ ਕਰਕੇ ਪਖੰਡ ਕਰਦੇ ਨੇ, ਇਹ ਨਹੀਂ ਕਿ ਜੇ ਕਿਸੇ ਦੀ ਸੁਰਤੀ ਨਾਮ ਦੇ ਵਿੱਚ ਜੁੜ ਗਈ ਹੈ ਤੇ ਨੇਤਰ ਬੰਦ ਹੋ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਗੁਰਸਿੱਖਾਂ ਬਾਰੇ ਨਹੀਂ ਕਹਿੰਦੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਪਖੰਡ ਬਾਰੇ ਕਹਿੰਦੇ ਨੇ ਕਿ ਜਿਹੜੇ ਪਖੰਡ ਵਿਖਾ ਕਰਕੇ ਆਪਣੇ ਨੇਤਰ ਬੰਦ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਉਹ ਨੇਤਰ ਬੰਦ ਕਰਕੇ ਪਖੰਡ ਨਹੀਂ ਵਿਖਾਵਾਂਗੇ। ਨਾ ਕੋ ਕਰਮੰ ਕਮਾਉ ਨ ਭੇਖੀ ਕਹਾਉ। ਕਿਸੇ ਪ੍ਰਕਾਰ ਦੇ ਖੋਟੇ ਕਰਮ ਨਾ ਆਪ ਕਮਾਵਾਂਗੇ, ਨਾ ਸਿੱਖਾਂ ਨੂੰ ਕਮਾਉਣ ਦਾ ਉਪਦੇਸ਼ ਦੇਵਾਂਗੇ। ਕਿਸੇ ਪ੍ਰਕਾਰ ਭੇਖੀ ਨਹੀਂ ਕਹਾਵਾਂਗੇ। ਜਿਹੜੇ ਕਹਿੰਦੇ ਦਸਮ ਦੀ ਬਾਣੀ ਸਤਿਗੁਰੂ ਦੀ ਬਾਣੀ ਨਹੀਂ, ਉਹਨਾਂ ਨੂੰ ਇਹ ਵਿਚਾਰ ਲੈਣਾ ਚਾਹੀਦਾ ਕਿ ਸਤਿਗੁਰੂ ਨੇ ਬਚਿੱਤਰ ਨਾਟਕ ਦੇ ਵਿੱਚ ਕਿੰਨਾ ਮਹਾਨ ਉਪਦੇਸ਼ ਦਿੱਤਾ ਹੈ। ਚੌਪਈ ਜੇ ਭੇਖ ਸੋ ਤਨ ਮੈਂ ਧਾਰੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਜਿਹੜੇ ਪਖੰਡ ਦਾ ਭੇਸ ਆਪਣੇ ਸਰੀਰ ਦੇ ਉੱਤੇ ਧਾਰਨਗੇ, ਤੇ ਪ੍ਰਭ ਜਨ ਕਛ ਕਹਿ ਨਾ ਵਿਚਾਰੈ। ਉਹ ਪਰਮੇਸ਼ਰ ਵਾਹਿਗੁਰੂ ਨੂੰ ਕਦੇ ਵੀ ਜਾਣ ਨਹੀਂ ਸਕਣਗੇ। ਰੰਚਕ ਮਾਤਰ ਵੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਹਿਰਦੇ ਵਿੱਚ ਹੋਂਦ ਕਾਇਮ ਨਹੀਂ ਹੋਵੇਗੀ। ਜਿਹੜੇ ਪਖੰਡ ਧਾਰ ਕਰਕੇ ਗੁਰਸਿੱਖੀ ਦਾ ਲਿਬਾਸ ਵੀ ਬਣਾ ਲੈਣਗੇ ਤੇ ਰਾਤ ਨੂੰ ਸ਼ਰਾਬਾਂ ਪੀਣਗੇ, ਮਹਾਰਾਜ ਕਹਿੰਦੇ ਉਹਨਾਂ ਨੂੰ ਵੀ ਥਨਕ ਮਾਤਰ ਪਰਮੇਸ਼ਰ ਦੇ ਨਾਮ ਦੀ ਸੋਝੀ ਨਹੀਂ ਆਵੇਗੀ। ਸਮਝ ਲਿਓ ਸਭ ਜਨ ਮਨ ਮਾਹੀ। ਮਹਾਰਾਜ ਕਹਿੰਦੇ ਸਾਰੇ ਸੰਸਾਰ ਦੇ ਜੀਵੋ ਇਹ ਗੱਲ ਜਿਹੜੀ ਹੈ ਨਾ ਧਿਆਨ ਨਾਲ ਮਨ ਦੇ ਵਿੱਚ ਸਮਝ ਲੈਣਾ ਕਰੋ। ਡਿੰਬਨ ਮੈਂ ਪਰਮੇਸ਼ਰ ਨਾਹੀ। ਪਖੰਡਾਂ ਦੇ ਵਿੱਚ ਕਦੇ ਵੀ ਪਰਮੇਸ਼ਰ ਨਹੀਂ ਮਿਲੇਗਾ, ਭਾਵੇਂ ਜਿੰਨੇ ਮਰਜ਼ੀ ਕੋਈ ਪਖੰਡ ਕਰ ਲਵੇ। ਜੇ ਕਰਮ ਕਰ ਡਿੰਬ ਦਿਖਾਈ। ਜਿਹੜੇ ਕਰਮ ਕਰਕੇ ਕੋਈ ਮਨੁੱਖ ਡਿੰਬ ਪਖੰਡ ਦਿਖਾਵੇਗਾ, ਤਿਨ ਪਰ ਲੋਗਨ ਮੋਹ ਗਤ ਨਾਹੀ। ਪਰਲੋਕ ਦੇ ਵਿੱਚ ਉਹਨਾਂ ਦੀ ਕਦੇ ਵੀ ਗਤੀ ਨਹੀਂ ਹੋਵੇਗੀ, ਭਲਾ ਨਹੀਂ ਹੋਵੇਗਾ। ਜੀਵਤ ਚਲਤ ਜਗਤ ਕੇ ਕਾਜਾ। ਹਾਂ, ਜੀਂਦਿਆਂ ਜ਼ਰੂਰ ਜਗਤ ਦੇ ਕੰਮ ਚੱਲਣਗੇ। ਮਨਿਸਟਰ ਵੀ ਉਹਨਾਂ ਦੇ ਆਖੇ ਲੱਗਣਗੇ, ਉਹਨਾਂ ਨੂੰ ਮੱਥੇ ਟੇਕਣ ਜਾਣਗੇ। ਸਾਰੇ ਅਕਾਲੀ ਲੀਡਰ ਵੀ ਭਾਵੇਂ ਪਖੰਡੀ ਜਾਣਗੇ, ਜਿਉਂਦਿਆਂ ਜੀ ਉਹਨਾਂ ਦੇ ਕਾਰਜ ਚੱਲਣਗੇ। ਭਾਵੇਂ ਪੁਲਿਸ ਵੀ ਉਹਨਾਂ ਨੂੰ ਫੜਨ ਤੋਂ ਗਰੇਜ ਕਰੇ, ਪਰ ਪਰਲੋਕ ਦੇ ਵਿੱਚ ਮਹਾਰਾਜ ਕਹਿੰਦੇ ਫਾਈਆਂ ਹੀ ਪੈਣਗੀਆਂ। ਸਵਾਂਗ ਦੇਖ ਕਰ ਪੂਜਤ ਰਾਜਾ। ਸਵਾਂਗ ਵੇਖ ਕਰਕੇ ਉਹਨਾਂ ਨੂੰ ਰਾਜੇ ਵੀ ਪੂਜਣਗੇ। ਹੁਣ ਸਤਿਗੁਰੂ ਜੀ ਨੇ ਪ੍ਰਤਾਖ ਕਹਿ ਦਿੱਤਾ, ਦਾਸ ਆਪਣੇ ਕੋਲੋਂ ਤੇ ਸਾਧ ਸੰਗਤ ਕਹਿ ਨਹੀਂ ਰਿਹਾ। ਮਹਾਰਾਜ ਕਹਿੰਦੇ ਜਿੰਨੇ ਵੀ ਰਾਜੇ ਹੋਣਗੇ ਉਹ ਸਵਾਂਗ ਵੇਖ ਕਰਕੇ ਪਖੰਡੀਆਂ ਦੀ ਪੂਜਾ ਕਰਨਗੇ ਤੇ ਪਖੰਡੀਆਂ ਦੀ ਚੜ੍ਹਤ ਬਰੀ ਹੋਵੇਗੀ। ਪਰ ਪਰਲੋਕ ਦੇ ਵਿੱਚ ਅੱਗੇ ਧਰਮ ਰਾਜਾ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਤਤਪਰ ਹੋਵੇਗਾ। ਸਵਾਂਗਨ ਮੈਂ ਪਰਮੇਸ਼ਰ ਨਾਹੀ। ਮਹਾਰਾਜ ਕਹਿੰਦੇ ਸੰਸਾਰ ਦੇ ਜੀਵੋ ਪਖੰਡੀਆਂ ਦੇ ਵਿੱਚ
ਵਿੱਚ ਪਰਮੇਸ਼ਰ ਨਹੀਂ ਹੈ ਤੇ ਸਵਾਂਗਾਂ ਦੇ ਵਿੱਚ ਭੇਖਾਂ ਦੇ ਵਿੱਚ ਪਰਮੇਸ਼ਰ ਨਹੀਂ ਹੈ। ਖੋਜ ਫਿਰੈ ਸਭ ਹੀ ਕੋ ਜਾਹੀ। ਤੇ ਜਿੱਥੇ ਮਰਜ਼ੀ ਲੱਭਦੇ ਫਿਰੋ, ਪਖੰਡੀਆਂ ਦੇ ਡੇਰਿਆਂ ਤੇ ਭਟਕਦੇ ਫਿਰੋ, ਕਦੇ ਵੀ ਤੁਹਾਨੂੰ ਪਰਮੇਸ਼ਰ ਨਹੀਂ ਮਿਲੇਗਾ ਤੇ ਪਰਮੇਸ਼ਰ ਦੇ ਨਾਮ ਦੇ ਉੱਤੇ ਸ਼ਰਧਾ ਕਰੋਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੋਗੇ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਆਪਣੋ ਮਨ ਕਰਮੋ ਜਿਹੇ ਆਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਪਣਾ ਮਨ ਹੱਥ ਦੇ ਵਿੱਚ ਲੈ ਆਂਦਾ ਹੈ, ਭਾਵ ਆਪਣੇ ਮਨ ਤੇ ਕੰਟਰੋਲ ਕਰ ਲਿਆ, ਜਿਨ੍ਹਾਂ ਪੰਜਾਂ ਵਕਾਰਾਂ ਦੇ ਉੱਤੇ ਫਤਿਹ ਪਾ ਲਈ ਹੈ, ਪਾਰ ਬ੍ਰਹਮ ਕੋ ਤਿਨੀ ਪਛਾਨਾ। ਸਤਿਗੁਰੂ ਕਹਿੰਦੇ ਉਹਨਾਂ ਨੇ ਪਰਮੇਸ਼ਰ ਵਾਹਿਗੁਰੂ ਨੂੰ ਪਛਾਨਣਾ ਕੀਤਾ ਹੈ। ਤੇ ਜਿਨੇ ਆਪਣੇ ਮਨ ਤੇ ਕਾਬੂ ਹੀ ਨਹੀਂ ਪਾਇਆ, ਨੇਤਰਾਂ ਕਰਕੇ ਪਰਾਇਆ ਰੂਪ ਤੱਕ ਰਿਹਾ, ਰਸਨਾ ਕਰਕੇ ਚੁਗਲੀ ਕਰ ਲਿਆ, ਕੰਨਾਂ ਕਰਕੇ ਨਿੰਦਿਆ ਸੁਣ ਰਿਹਾ ਹੈ, ਦੱਸੋ ਉਸ ਨੂੰ ਪਰਮੇਸ਼ਰ ਮਿਲ ਜਾਵੇਗਾ? ਇਹ ਪਖੰਡੀਆਂ ਦੇ ਵਿੱਚ ਐਸੇ ਔਗਣ ਹਨ, ਰਸਨਾ ਕਰਕੇ ਚੁਗਲੀਆਂ ਕਰਦੇ ਨੇ, ਕੰਨਾਂ ਕਰਕੇ ਨਿੰਦਿਆ ਸੁਣਦੇ ਨੇ, ਨੇਤਰਾਂ ਕਰਕੇ ਪਰਾਇਆ ਰੂਪ ਤੱਕਦੇ, ਹੱਥਾਂ ਨਾਲ ਕੁਕਰਮ ਕਰਦੇ ਤੇ ਪੈਰਾਂ ਦੇ ਨਾਲ ਚੱਲ ਕਰਕੇ ਚੋਰੀਆਂ ਆਦਿਕ ਖੋਟੇ ਕਰਮ ਕਮਾਉਂਦੇ ਹਨ। ਮਹਾਰਾਜ ਕਹਿੰਦੇ ਉਹਨਾਂ ਨੂੰ ਭਾਈ ਪਰਮੇਸ਼ਰ ਨਹੀਂ ਮਿਲ ਸਕਦਾ। ਦੋਹਰਾ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪਖੰਡ ਵਿਖਾ ਕਰਕੇ ਜਗਤ ਦੇ ਵਿੱਚ ਸੰਸਾਰ ਦੇ ਲੋਕਾਂ ਨੂੰ ਆਪਣੇ ਵਸ ਕੀਤਾ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਅੰਤ ਦੇ ਸਮੇਂ ਉਹਨਾਂ ਨੂੰ ਜਮ ਦੀ ਛੁਰੀ ਦੇ ਨਾਲ ਕੱਟਿਆ ਜਾਏਗਾ ਤੇ ਨਰਕਾਂ ਦੇ ਵਿੱਚ ਨਵਾਸਾ ਦਿੱਤਾ ਜਾਵੇਗਾ। ਚੌਪਈ ਜੇ ਜਗ ਕੋ ਡਿੰਬ ਦਿਖਾਵੇ। ਮਹਾਰਾਜ ਕਹਿੰਦੇ ਜਿਹੜੇ ਜਗਤ ਨੂੰ ਡੰਬ ਪਖੰਡ ਵਿਖਾਉਣਗੇ, ਲੋਗਨ ਮੂੰਡ ਅਦਕ ਸੁਖ ਪਾਵੇ। ਲੋਕਾਂ ਨੂੰ ਮੂੰਡ ਭਾਵ ਉਹਨਾਂ ਨੂੰ ਮੁੰਨ ਕਰਕੇ, ਭਾਵ ਸਤਿਗੁਰੂ ਦਾ ਕਹਿਣ ਦਾ ਕਿ ਜੇ ਉਹਨਾਂ ਦੇ ਕੋਲੋਂ ਕਾਰ ਭੇਟਾ ਲੈ ਕਰਕੇ, ਮਾਇਆ ਲੈ ਕਰਕੇ ਬਹੁਤੇ ਸੁੱਖ ਤੇ ਪਾਉਣਗੇ, ਅਸੀਂ ਗੱਡੀਆਂ ਦੇ ਵਿੱਚ ਤਾਂ ਫਿਰਨਗੇ, ਨਾਸਾ ਮੂੰਦ ਕਰੈ ਪ੍ਰਣਾਮੰ। ਮਹਾਰਾਜ ਕਹਿੰਦੇ ਪਰ ਸੁੱਖ ਨਹੀਂ ਪਾਉਣਗੇ ਜਿਹੜੇ ਐਸਾ ਪਖੰਡ ਵਿਖਾਉਂਦੇ ਨੇ ਕਿ ਨਾਸਾਂ ਠਿੱਲੇ ਨੂੰ ਮੂੰਦ ਕਰਕੇ ਪ੍ਰਣਾਮ ਕਰਦੇ ਹਨ। ਫੋਕਟ ਧਰਮ ਨ ਕਉਡੀ ਕਾਮੰ। ਮਹਾਰਾਜ ਕਹਿੰਦੇ ਉਹ ਚੇਲੇ ਜਿਹੜੇ ਨਾਸਾਂ ਮੂੰਦ ਕਰਕੇ ਪਖੰਡੀਆਂ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ, ਫੋਕਟ ਧਰਮ ਹੈ, ਕੌਡੀ ਕੰਮ ਨਹੀਂ ਆਵੇਗੀ ਉਹਨਾਂ ਨੂੰ ਕੀਤੀ ਹੋਈ ਨਮਸਕਾਰ। ਫੋਕਟ ਧਰਮ ਜਿਤੇ ਜਗ ਕਰਹੀ। ਜਿੰਨੇ ਵੀ ਧਰਮ ਜਗਤ ਦੇ ਵਿੱਚ ਸੋ ਹਨ, ਸਾਰੇ ਜਿਹੜੇ ਫੋਕਟ ਕਰਮਾਂ ਨੂੰ ਜਿਹੜਾ ਕਰਨ ਦਾ ਦੱਸਦੇ ਹਨ। ਨਰਕ ਕੁੰਡ ਭੀਤਰ ਤੇ ਪਰਹੀ। ਮਹਾਰਾਜ ਕਹਿੰਦੇ ਫੋਕਟ ਕਰਮਾਂ ਨੂੰ ਕਰਨ ਵਾਲੇ ਨਰਕਾਂ ਦੇ ਕੁੰਡ ਭੀਤਰ ਵਿੱਚ ਪੈਣਗੇ। ਹਾਥ ਹਿਲਾਏ ਸੁਰਗ ਨਾ ਜਾਹੂ। ਮਹਾਰਾਜ ਸੱਚੇ ਪਾਤਸ਼ਾਹ ਹੁਣ ਪ੍ਰਤਾਖੇ ਤੇ ਕਹਿੰਦੇ ਨੇ, ਜਿਹੜੇ ਪਖੰਡੀ ਕਹਿੰਦੇ ਨੇ ਕਿ ਅਸੀਂ ਆਪਣੇ ਚੇਲਿਆਂ ਨੂੰ ਸਵਰਗਾਂ ਦੇ ਵਿੱਚ ਪਹੁੰਚਾ ਦੇਵਾਂਗੇ, ਪਿਊਕ ਕਾਰ ਤੇ ਚੜਾ ਕਰਕੇ ਸੱਚਖੰਡ ਛੱਡ ਆਵਾਂਗੇ। ਮਹਾਰਾਜ ਕਹਿੰਦੇ ਹੱਥ ਹਿਲਾਉਣ ਦੇ ਨਾਲ ਸਵਰਗ ਨਹੀਂ ਪ੍ਰਾਪਤ ਹੁੰਦੇ। ਜੋ ਮਨ ਜੀਤ ਸਕਾ ਨਹੀਂ ਕਾਹੂ। ਜਿਹੜਾ ਆਪਣੇ ਮਨ ਨੂੰ ਹੀ ਨਹੀਂ ਜਿੱਤ ਸਕਿਆ, ਦੱਸੋ ਉਹਨੂੰ ਸਵਰਗ ਕਿਵੇਂ ਪ੍ਰਾਪਤ ਹੋਣਗੇ, ਸੱਚਖੰਡ ਕਿਵੇਂ ਪ੍ਰਾਪਤ ਹੋਵੇਗਾ? ਜਿਹੜਾ ਆਪਣੇ ਮਨ ਤੇ ਫਤਿਹ ਨਹੀਂ ਪਾ ਸਕਿਆ ਅਜੇ ਤੱਕ ਪੰਜਾਂ ਵਕਾਰਾਂ ਦੇ ਵਿੱਚ ਖਚਤ ਹੈ, ਜਿਹੜਾ ਉਹਨੂੰ ਪਰਮੇਸ਼ਰ ਨਹੀਂ ਮਿਲ ਸਕਦਾ। ਕਬ ਬਾਚ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹਉ ਜਗ ਮਾਹੇ। ਮਹਾਰਾਜ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕਿਹਾ, ਅਸੀਂ ਜਗਤ ਸੰਸਾਰ ਦੇ ਵਿੱਚ ਆਣ ਕਰਕੇ ਕਹਿ ਦਿੱਤਾ। ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ। ਜਿਹੜੇ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਗੇ, ਅੱਲਾਹ ਨੂੰ ਯਾਦ ਕਰਨਗੇ, ਭਗਵਾਨ ਨੂੰ ਯਾਦ ਕਰਨਗੇ, ਮਹਾਰਾਜ ਕਹਿੰਦੇ ਅੰਤ ਨੂੰ ਸਵਰਗ ਸੱਚਖੰਡ ਨੂੰ ਜਾਣਗੇ। ਦੋਹਰਾ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੇ। ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਦੇ ਜਨ ਪਿਆਰੇ ਸਾਧੂ ਮਹਾਤਮਾ ਬ੍ਰਹਮ ਗਿਆਨੀ ਇੱਕ ਸਰੂਪ ਹਨ, ਰੱਤੀ ਮਾਤਰ ਵੀ ਇਸ ਦੇ ਵਿੱਚ ਵਿਚਾਰ ਕਰਨ ਵਾਲੀ ਕੋਈ ਗੱਲ ਨਹੀਂ ਹੈ। ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੈ ਸਮਾਹੇ। ਮਹਾਰਾਜ ਨੇ ਉਦਾਹਰਨ ਦਿੱਤੀ ਕਿ ਜਿਵੇਂ ਜਲ ਦੇ ਵਿੱਚ ਛਲ ਪੈਦਾ ਹੁੰਦੀ ਹੈ, ਲਹਿਰ ਪੈਦਾ ਹੁੰਦੀ ਹੈ ਤੇ ਪੈਦਾ ਹੋ ਕਰਕੇ ਜਲ ਦੇ ਵਿੱਚ ਹੀ ਸਮਾ ਜਾਂਦੀ ਹੈ, ਇਉਂ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦੇ ਵਿੱਚ ਹੀ ਅਭੇਦ ਰਹਿੰਦੇ ਹਨ। ਚੌਪਈ ਜੇ ਬਾਦ ਕਰਤ ਹੰਕਾਰਾ। ਜਿਹੜੇ ਵਿਅਰਥ ਝਗੜਿਆਂ ਦੇ ਵਿੱਚ ਪੈ ਕਰਕੇ ਹੰਕਾਰ ਕੀਤਾ, ਜਿਨ੍ਹਾਂ ਨੇ ਆਪਣਾ ਪਖੰਡ ਚਲਾਉਣ ਵਾਸਤੇ। ਤਿਨ ਤੇ ਭਿੰਨ ਰਹਿਤ ਕਰਤਾਰਾ। ਅਕਾਲ ਪੁਰਖ ਵਾਹਿਗੁਰੂ ਕਦੇ ਵੀ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਨਹੀਂ ਹੋ ਸਕਦਾ, ਭਿੰਨ ਵੱਖਰਾ ਰਹੇਗਾ। ਵੇਦ ਕਤੇਬ ਵਿਖੈ ਹਰ ਨਾਹੀ। ਮਹਾਰਾਜ ਕਹਿੰਦੇ ਵੇਦਾਂ ਕਿਤਾਬਾਂ ਦੇ ਕਰਮਾਂ ਕਾਂਡਾਂ ਦੇ ਵਿੱਚ ਪਰਮੇਸ਼ਰ ਨਹੀਂ ਹੈ। ਸੰਸਾਰ ਦੇ ਲੋਕੋ ਜਾਣ ਲੈ ਹੋ ਹਰ ਜਨ ਮਨ ਮਾਹੀ। ਇਹ ਪਰਮੇਸ਼ਰ ਦੇ ਪਿਆਰਿਆਂ ਨੇ ਆਪਣੇ ਹਿਰਦੇ ਦੇ ਵਿੱਚ, ਗੁਰਮੁਖਾਂ ਨੇ ਜਾਣ ਲਿਆ ਹੈ ਕਿ ਵੇਦਾਂ ਕਿਤਾਬਾਂ ਦੇ ਕਰਮ ਕਾਂਡਾਂ ਦੇ ਵਿੱਚ ਪਰਮੇਸ਼ਰ ਨਹੀਂ ਮਿਲ ਸਕਦਾ। ਆਖ ਮੂੰਦ ਕੋ ਡਿੰਬ ਦਿਖਾਵੇ। ਮਹਾਰਾਜ ਫੇਰ ਕਹਿੰਦੇ ਜਿਹੜੇ ਅੱਖਾਂ ਬੰਦ ਕਰਕੇ ਪਖੰਡ ਵਿਖਾਉਂਦੇ ਨੇ, ਜਿਹੜੇ ਅੱਖਾਂ ਬੰਦ ਕਰਕੇ ਸਿਮਰਨ ਕਰਦੇ ਨੇ, ਭਜਨ ਕਰਦੇ ਨੇ, ਉਹਨਾਂ ਬਾਰੇ ਸਤਿਗੁਰੂ ਨਹੀਂ ਕਹਿੰਦੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਅੱਖਾਂ ਬੰਦ ਕਰਕੇ ਤੇ ਲੋਕਾਂ ਨੂੰ ਪਖੰਡ ਵਿਖਾਉਂਦੇ ਹਨ, ਅੰਦਰ ਕੀ ਪਦਵੀ ਕਹਿ ਪਾਵੇ। ਮਹਾਰਾਜ ਕਹਿੰਦੇ ਅਗਲੇ ਜਨਮ ਦੇ ਵਿੱਚ ਅੰਨੇ ਬਣ ਕਰਕੇ ਪੈਦਾ ਹੋਣਗੇ। ਆਂਖ ਮੀਚ ਮਗ ਸੂਝ ਨਾ ਜਾਈ। ਸਤਿਗੁਰੂ ਪ੍ਰਤੱਖ ਕਹਿੰਦੇ ਨੇ ਜੇ ਕੋਈ ਅੰਨਾ ਹੋਵੇ, ਅੱਖਾਂ ਬੰਦ ਕਰ ਲਵੇ ਤੇ ਅੱਖਾਂ ਬੰਦ ਕੀਤਿਆਂ ਤੇ ਰਸਤਾ ਹੀ ਨਹੀਂ ਸੁੱਝਦਾ, ਮੋੜ ਹੀ ਨਹੀਂ ਪਤਾ ਲੱਗਦਾ ਕਿ ਮੈਂ ਕਿੱਧਰ ਨੂੰ ਜਾਣਾ ਹੈ। ਤਾਹੇ ਅਨੰਤ ਮਿਲੈ ਕਿਮ ਭਾਈ। ਤੇ ਦੱਸੋ ਸੰਸਾਰ ਦੇ ਲੋਕੋ ਅਨੰਤ ਪਰਮੇਸ਼ਰ ਵਾਹਿਗੁਰੂ ਉਹਨੂੰ ਕਿਵੇਂ ਮਿਲ ਸਕਦਾ ਹੈ ਜਿਹੜਾ ਕਹੇ ਕਿ ਅੱਖਾਂ ਬੰਦ ਕਰਕੇ ਮੈਂ ਬੜੀ ਜੋਤ ਜਗਾ ਲੈਣਾ ਹਿਰਦੇ ਦੇ ਵਿੱਚ, ਜਿਹੜਾ ਤੁਰਦਿਆਂ ਫਿਰਦਿਆਂ ਵੀ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ, ਕੇਵਲ ਘੜੀ ਮਾਤਰ ਜਦੋਂ ਵੇਖਿਆ ਕਿ ਚਾਰ ਚੇਲੇ ਆ ਗਏ, ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਮੁਖ ਤੋਂ ਨਾਮ ਜਪਣਾ ਸ਼ੁਰੂ
ਕਰ ਦਿੱਤਾ। ਮਹਾਰਾਜ ਕਹਿੰਦੇ ਐਸਾ ਜਿਹੜਾ ਪਖੰਡ ਵਿਖਾਵੇਗਾ, ਕਈ ਮਿੱਟੀ ਦਾ ਤੇਲ ਲਾ ਕਰਕੇ ਅੱਖਾਂ ਦੇ ਵਿੱਚੋਂ ਆਪਣਾ ਨੀਰ ਵਹਾ ਕੇ ਦੱਸਦੇ ਨੇ ਕਿ ਅਸੀਂ ਬੜੇ ਵੈਰਾਗੀ ਹਾਂ। ਸਤਿਗੁਰੂ ਕਹਿੰਦੇ ਜਿਹੜੇ ਇਉਂ ਕਰਦੇ ਨੇ ਉਹ ਅੰਤ ਦੇ ਸਮੇਂ ਸੋ ਅੰਨਿਆਂ ਦੀ ਪਦਵੀ ਨੂੰ ਪਾ ਕਰਕੇ ਅਗਲੇ ਜਨਮ ਦੇ ਵਿੱਚ ਪ੍ਰਗਟ ਹੋਣਗੇ। ਮਹਾਰਾਜ ਨੇ ਪ੍ਰਤੱਖ ਕਿਹਾ ਕਿ ਅੰਨਿਆਂ ਨੂੰ ਤੇ ਰਸਤਾ ਨਹੀਂ ਦਿਖਦਾ, ਪਰਮੇਸ਼ਰ ਕਿਵੇਂ ਮਿਲ ਪਵੇਗਾ। ਬਹੁ ਵਿਸਤਾਰ ਕਹਿ ਲਓ ਕੋਈ ਕਹੈ। ਮਹਾਰਾਜ ਕਹਿੰਦੇ ਬਹੁਤ ਜ਼ਿਆਦਾ ਵਿਸਥਾਰ ਹੈ, ਕਿੱਥੋਂ ਤੱਕ ਕੋਈ ਕਰ ਦੇਵੇ। ਸਮਝਤ ਬਾਤ ਥਗਤ ਹੋਇਆ ਰਹਿ। ਇਸ ਗੱਲ ਨੂੰ ਸਮਝਦਿਆਂ ਹੋਇਆਂ ਵੱਡੇ ਵੱਡੇ ਵਿਦਵਾਨ ਥੱਕ ਜਾਣਗੇ। ਰਸਨਾ ਧਰੈ ਕਈ ਜੋ ਕੋਟਾ। ਜਿੰਨੀਆਂ ਮਰਜੀ ਕਰੋੜਾਂ ਰਸਨਾ ਭਾਵੇਂ ਕੋਈ ਧਾਰਨ ਕਰ ਲਵੇ, ਤਦਪ ਗਨਤ ਤੇ ਪਰਸ ਤੋ ਟੋਟਾ। ਤਾਂ ਵੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸਿਫਤ ਕਰਦਿਆਂ ਹੋਇਆਂ ਤੋਟ ਆ ਜਾਵੇਗੀ। ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸਿਫਤ ਕਰੋੜਾਂ ਰਸਨਾ ਦੇ ਨਾਲ ਵੀ ਕੀਤੀ ਨਹੀਂ ਜਾ ਸਕਦੀ। ਦੋਹਰਾ ਜਬ ਆਇਸ ਪ੍ਰਭ ਕੋ ਪਾਇਓ, ਜਨਮ ਤਰ੍ਹਾ ਜਗ ਆਏ। ਮਹਾਰਾਜ ਕਹਿੰਦੇ ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਦਾ ਜਦੋਂ ਸਾਨੂੰ ਹੁਕਮ ਹੋਇਆ ਤੇ ਅਸੀਂ ਸੰਸਾਰ ਦੇ ਵਿੱਚ ਆਣ ਕਰਕੇ ਅਵਤਾਰ ਧਾਰਿਆ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਏ। ਮਹਾਰਾਜ ਕਹਿੰਦੇ ਇਹ ਸੰਖੇਪ ਤੇ ਸੰਖੇਪ ਰੂਪ ਦੇ ਵਿੱਚ ਸਾਰੀ ਅਸੀਂ ਕਥਾ ਜਿਹੜੀ ਆ ਵਿਖਿਆਨ ਕੀਤੀ ਆ ਸਾਰਿਆਂ ਨੂੰ ਸੁਣਾ ਕਰਕੇ। ਚੌਪਈ ਮੁਰ ਪਿਤ ਪੂਰਬ ਕੀ ਅਸ ਪਿਆਨਾ। ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਚੌਪਈ ਦੇ ਵਿੱਚ ਸਮਾਪਤੀ ਦਾ ਸਮਾਂ ਹੈ। ਮਹਾਰਾਜ ਸੱਚੇ ਪਾਤਸ਼ਾਹ ਇਸ ਚੌਪਈ ਦੇ ਵਿੱਚ ਆਪਣੇ ਸੰਸਾਰ ਦੇ ਵਿੱਚ ਪ੍ਰਗਟ ਹੋਣ ਦਾ ਸਤਿਗੁਰੂ ਮਹਾਰਾਜ ਦੱਸ ਰਹੇ ਨੇ ਕਿ ਅਸੀਂ ਕਿਵੇਂ ਸੰਸਾਰ ਦੇ ਵਿੱਚ ਪ੍ਰਗਟ ਹੋਏ ਤੇ ਸਾਡੇ ਮਾਤਾ ਪਿਤਾ ਜੀ ਉਦੋਂ ਕਿੱਥੇ ਸਨ। ਮਹਾਰਾਜ ਕਹਿੰਦੇ ਮੁਰ ਪਿਤ ਪੂਰਬ ਕੀ ਅਸ ਪਿਆਨਾ। ਸਾਡੇ ਪਿਤਾ ਜੀ ਪੂਰਬ ਵੱਲ ਨੂੰ ਚਾਲੇ ਪਾ ਚੁੱਕੇ ਸਨ। ਭਾਂਤ ਭਾਂਤ ਕੇ ਤੀਰਥ ਨਾਨਾ। ਤੇ ਜਿਹੜੇ ਇਸ ਪੰਕਤੀ ਦੇ ਅਰਥ ਕਰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਭਾਂਤ ਭਾਂਤ ਦੇ ਤੀਰਥਾਂ ਦਾ ਇਸ਼ਨਾਨ ਕੀਤਾ, ਨਹੀਂ। ਸਤਿਗੁਰੂ ਦਾ ਕਹਿਣ ਤੋਂ ਭਾਵ ਕਿ ਭਾਂਤ ਭਾਂਤ ਦੇ ਤੀਰਥਾਂ ਦਾ ਜਾ ਕੇ ਸਤਿਗੁਰੂ ਪਿਤਾ ਜੀ ਨੇ ਉਧਾਰ ਕਰਨਾ ਕੀਤਾ। ਪਰਾਏ ਰਾਗ ਤੇ ਜਿੱਥੇ ਵੱਡਾ ਇਕੱਠ ਹੁੰਦਾ ਸੀ, ਗੰਗਾ ਜਮਨਾ ਸਰਸਵਤੀ ਜਿੱਥੇ ਇਕੱਠੀਆਂ ਹੁੰਦੀਆਂ ਨੇ, ਉਸ ਪਰਾਏ ਰਾਗ ਦੇ ਉੱਤੇ ਜਾ ਕਰਕੇ ਸੰਸਾਰ ਦੇ ਜੀਵਾਂ ਨੂੰ ਮਹਾਰਾਜ ਨੇ ਸਿੱਧੇ ਰਸਤੇ ਤੇ ਪਾਇਆ। ਜਬ ਹੀ ਜਾਤ ਤ੍ਰਿਵੇਣੀ ਭਏ। ਮਹਾਰਾਜ ਕਹਿੰਦੇ ਜਦੋਂ ਸਾਡੇ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤ੍ਰਿਵੇਣੀ ਵਾਲੇ ਸਥਾਨ ਤੇ ਪਰਾਏ ਰਾਗ ਤੇ ਪਹੁੰਚੇ, ਪੁੰਨ ਦਾਨ ਦਿਨ ਕਰਤ ਬਿਤਾਏ। ਤੇ ਇਸ ਸਮੇਂ ਬਹੁਤ ਜ਼ਿਆਦਾ ਗਰੀਬਾਂ ਨੂੰ ਦਾਨ ਕੀਤਾ, ਬਹੁਤ ਜ਼ਿਆਦਾ ਭੁੱਖਿਆਂ ਨੂੰ ਵਸਤਰ ਗਰੀਬ ਨਿਵਾਸ ਪਿਤਾ ਸਤਿਗੁਰੂ ਨੇ ਵੰਡੇ। ਤਹੀ ਪ੍ਰਕਾਸ਼ ਹਮਾਰਾ ਭਇਓ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਦੋਂ ਸਤਿਗੁਰੂ ਪਿਤਾ ਜੀ ਉਸ ਅਸਥਾਨ ਤੇ ਸਨ ਤੇ ਇਸ ਸਮੇਂ ਪਟਨਾ ਸਾਹਿਬ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਹੀਂ ਪ੍ਰਕਾਸ਼ ਹਮਾਰਾ ਭਇਓ, ਸਾਡਾ ਤੇ ਸਮੇਂ ਪ੍ਰਕਾਸ਼ ਹੋਇਆ। ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨਾ ਸ਼ਹਿਰ ਦੇ ਵਿੱਚ ਮਹਾਰਾਜ ਕਹਿੰਦੇ ਭਵ ਜਨਮ ਭਵ ਅਵਤਾਰ ਅਸੀਂ ਲੈਣਾ ਕੀਤਾ। ਮਦਰ ਦੇਸ਼ ਹਮ ਕੋ ਲੈ ਆਏ। ਮਹਾਰਾਜ ਸਤਿਗੁਰੂ ਦੱਸਦੇ ਨੇ ਕਿ ਜਦੋਂ ਸਾਡਾ ਅਵਤਾਰ ਹੋਇਆ, ਅਵਤਾਰ ਹੋਣ ਤੋਂ ਉਪਰੰਤ ਸਾਨੂੰ ਮਦਰ ਦੇਸ਼ ਪੰਜਾਬ ਨੂੰ ਲੈ ਕਰਕੇ ਆ ਗਏ। ਭਾਂਤ ਭਾਂਤ ਦਾਈਨ ਦੁਲਰਾਏ। ਤੇ ਅਨੇਕਾਂ ਪ੍ਰਕਾਰ ਦਾਈਆਂ ਨੇ ਜਦ ਬਚਪਨ ਦੇ ਵਿੱਚ ਸਾਡੀ ਸੇਵਾ ਕਰਨਾ ਕੀਤੀ। ਕੀਨੀ ਅਨਕ ਭਾਂਤ ਤਨ ਰੱਛਾ। ਅਨੇਕਾਂ ਤਰੀਕਿਆਂ ਦੇ ਨਾਲ ਸਾਡੇ ਸਰੀਰ ਦੀ ਰੱਖਿਆ ਜਿਹੜੀ ਸੀ ਪਿਤਾ ਸਤਿਗੁਰੂ ਨੇ ਕਰਨਾ ਕੀਤੀ। ਦੀਨੀ ਭਾਂਤ ਭਾਂਤ ਕੀ ਸਿੱਖਿਆ। ਅਨੇਕਾਂ ਪ੍ਰਕਾਰ ਦੀ ਜਿਹੜੀ ਸਿੱਖਿਆ ਸੀ ਪਿਤਾ ਸਤਿਗੁਰੂ ਜੀ ਨੇ ਸਾਨੂੰ ਦੇਣਾ ਕੀਤੀ। ਜਬ ਹਮ ਧਰਮ ਕਰਮ ਮੋ ਆਏ। ਮਹਾਰਾਜ ਕਹਿੰਦੇ ਜਦੋਂ ਅਸੀਂ ਧਰਮ ਨੂੰ ਕਮਾਉਣ ਵਾਸਤੇ ਭਾਵ ਅਸੀਂ ਆਪਣੇ ਸਰੀਰ ਦੀ ਸੰਭਾਲ ਕਰਨਾ ਕੀਤੀ। ਦੇਵ ਲੋਕ ਤਵ ਪਿਤਾ ਸਿਧਾਏ। ਤਦੋਂ ਪਿਤਾ ਸਤਿਕਾਰਯੋਗ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸੱਚਖੰਡ ਗਮਨ ਕਰ ਗਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਹ ਆਪਣੇ ਸੰਸਾਰ ਦੇ ਵਿੱਚ ਆਉਣ ਦਾ ਕਾਰਨ ਦੱਸਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਸੰਸਾਰ ਦੇ ਵਿੱਚ ਅਨੇਕਾਂ ਪੀਰ ਔਲੀਏ ਪ੍ਰਗਟ ਹੋਏ ਪਰ ਕਿਸੇ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਾਇਆ। ਸਤਿਗੁਰੂ ਕਹਿੰਦੇ ਸਾਡੀ ਡਿਊਟੀ ਹੀ ਇਸ ਕਰਕੇ ਲੱਗੀ ਕਿ ਅਸੀਂ ਸੰਸਾਰ ਤੇ ਅਵਤਾਰ ਧਾਰ ਕਰਕੇ ਜ਼ੁਲਮ ਦਾ ਨਾਸ਼ ਕੀਤਾ ਤੇ ਧਰਮ ਨੂੰ ਪ੍ਰਗਟ ਕੀਤਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਧਰਮ ਦਾ ਪ੍ਰਕਾਸ਼ ਕੀਤਾ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਤਾ ਦੀ ਜੋਤ ਟਿਕਾਈ। ਅੱਜ ਵੀ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਧਰਮ ਦਾ ਪ੍ਰਕਾਸ਼ ਤੇ ਜ਼ੁਲਮ ਦਾ ਨਾਸ਼ ਕਰ ਰਹੇ ਨੇ। ਪਰ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਰਧਾ ਏ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ 10 ਪਾਤਸ਼ਾਹੀਆਂ ਦਾ ਆਤਮਿਕ ਸਰੂਪ ਕਰਕੇ ਜਾਣਿਆ ਤੇ ਸਤਿਗੁਰੂ ਤੇ ਸ਼ਰਧਾ ਕੀਤੀ। ਜਿਨ੍ਹਾਂ ਨੂੰ ਐਸੀ ਸ਼ਰਧਾ ਹੋ ਗਈ ਉਹਨਾਂ ਨੇ ਮੁਕਤੀ ਦੀ ਦਾਤ ਪ੍ਰਾਪਤ ਕੀਤੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਪਾਵਨ ਬਾਣੀ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ਣੀ। ਆਓ ਦੋ ਪੰਕਤੀਆਂ ਪੜ੍ਹ ਕਰਕੇ ਫਤਿਹ ਬੁਲਾਈਏ ਜੀ। ਕੀਨੀ ਅਨਕ ਭਾਂਤ ਤਨ ਰੱਛਾ। ਦੀਨੀ ਭਾਂਤ ਭਾਂਤ ਕੀ ਸਿੱਖਿਆ। ਜਬ ਹਮ ਧਰਮ ਕਰਮ ਮੋ ਆਏ। ਦੇਵ ਲੋਕ ਤਵ ਪਿਤਾ ਸਿਧਾਏ। ਵਾਹਿਗੁਰੂ ਜੀ ਕਾ ਖਾਲਸਾ